ਲਓ ਜੀ ਪਹੁੰਚ ਗਏ ਅਸੀਂ ਵੀ। ਬੱਸ ਟਾਈਮ ਨਾਲ ਮਿਲ ਪਈ ਸੀ, ਅਸੀਂ ਟਾਈਮ ਨਾਲ ਚੜ੍ਹ ਗਏ ਸੀ, ਟਿਕਟ ਲੈ ਲਈ ਸੀ ਅਤੇ ਬੱਸ ਵੀ ਟਾਈਮ ਨਾਲ ਆ ਗਈ। ਸੋ ਇਸ ਕਰਕੇ ਅਸੀਂ ਆਪਣੇ ਸਮੇਂ ਮੁਤਾਬਕ ਪਹੁੰਚ ਗਏ। ਪ੍ਰੋਗਰਾਮ ਦਾ ਨਾਮ ਉਹੀ ਪ੍ਰਾਈਮ ਫੋਕਸ, ਚੈਨਲ ਵੀ ਉਹੀ ਪ੍ਰਾਈਮ ਮਿਸ਼ਨ TV। ਹਰ ਰੋਜ਼ ਤੁਸੀਂ ਦੇਖਦੇ ਹੋ ਅਤੇ ਸਾਡੀ ਕੋਸ਼ਿਸ਼ ਇਹ ਆ ਕਿ ਵੀ ਖਬਰਾਂ ਦੀਆਂ ਖਬਰਾਂ, ਗੱਲਾਂ ਦੀਆਂ ਗੱਲਾਂ, ਇਨਫੋਰਮੇਸ਼ਨ ਦੀ ਇਨਫੋਰਮੇਸ਼ਨ। ਅੱਜ ਵੀ ਪੰਜਾਬ ਵਿਧਾਨ ਸਭਾ ਦੀ ਗੱਲ ਕਰਾਂਗੇ, ਕਿਉਂਕਿ ਹੁਣ ਤਾਂ ਬਹੁਤਾ ਕਰਕੇ ਸਹੁੰ ਚੁੱਕ ਸਮਾਗਮ ਕੰਪਲੀਟ ਹੋ ਗਿਆ। MLA ਬਣ ਗਏ, ਮੁੱਖ ਮੰਤਰੀ ਬਣ ਗਏ। ਵਿਰੋਧੀਆਂ ਨੇ ਆਪੋ ਆਪਣੀਆਂ ਜਿਹੜੀਆਂ ਕਹਿ ਲਓ ਕਿ ਵੀ ਕਰਨੀਆਂ ਸੀ ਨਿਯੁਕਤੀਆਂ, ਉਹ ਵੀ ਕਰ ਦਿੱਤੀਆਂ। ਕੁਛ ਕੁ ਪਾਟੋ ਧਾੜ ਵੀ ਹੋਈ ਹੈ, ਕੁਝ ਥਾਵਾਂ ਦੇ ਉੱਪਰ ਅਸਤੀਫਿਆਂ ਦੀ ਚਰਚਾ ਚੱਲੀ ਹੈ, ਕੁਛ ਥਾਵਾਂ 'ਤੇ ਅਸਤੀਫੇ ਜਿਹੜੇ ਉਹ ਰੋਕ ਲਏ ਗਏ ਆ। ਇਹ ਸਾਰੇ ਕੁਝ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਅਤੇ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋ ਬਾਠ ਸਾਹਿਬ, ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਠੀਕ ਆ। ਜਦੋਂ ਤੁਸੀਂ ਕਿਹਾ ਸੀ ਨਾ ਕਿ ਅਸੀਂ ਟਿਕਟ ਲੈ ਲਈ ਆ, ਬੱਸ 'ਚ ਬਹਿ ਗਏ ਹਾਂ, ਮੈਨੂੰ ਉਹ ਲੱਗਾ ਵੀ ਇੱਕ ਧੱਕਾ ਮੇਰੇ ਨਾਲ ਫੇਰ ਹੋ ਗਿਆ। ਕਿਹੜਾ? ਕਿਉਂਕਿ ਮੈਂ ਤਾਂ ਬੱਸ ਦੇ ਵਿੱਚ ਚੜ੍ਹ ਕੇ ਵੀ ਖੜੇ ਦਾ ਖੜਾ ਰਹਿ ਗਿਆ। ਤੁਸੀਂ ਲੀਡਰ ਸੀ ਅਤੇ ਮੂਹਰਲੀਆਂ 2-3 ਸੀਟਾਂ 'ਤੇ ਲਿਖੇ ਹੁੰਦੇ ਨੇ MLA MP ਵਾਸਤੇ ਰਾਖਵੀਂ, ਅਤੇ ਹਾਂ ਤੁਸੀਂ ਐਂ ਕਰਕੇ ਉੱਥੇ ਬਹਿ ਗਏ। ਕਿਉਂਕਿ ਲੀਡਰ ਨੂੰ ਬਹੁਤ ਸਾਰੇ ਲੋਕ ਕਹਿ ਦਿੰਦੇ ਹੁੰਦੇ ਆ MLA ਸਾਹਿਬ, MP ਸਾਹਿਬ, ਮੰਤਰੀ ਸਾਹਿਬ, ਅਤੇ ਮੈਂ ਉੱਥੇ ਡੰਡਾ ਫੜ ਕੇ ਉੱਪਰ ਖੜਾ। ਦੇਖੋ ਕਾਰਨ ਪਤਾ ਕਿ ਇਹ ਚੇਂਜ ਤੇ ਆਈ ਨਾ। ਮੈਂ ਇਹ ਨਹੀਂ ਕਿਹਾ ਵੀ ਗੱਡੀ ਆ ਗਈ ਜੀ, ਅਸੀਂ ਆ ਵੀ ਬੱਸ ਦੀ ਟਿਕਟ ਲਈ ਵੀਰ। ਇਹਨੂੰ ਕੋਈ ਨਹੀਂ ਗਿਣਦਾ, ਮਤਲਬ ਜੋ ਮਰਜ਼ੀ ਕਰ ਲਈਏ, ਤੁਸੀਂ ਨਿੰਦਣੋਂ ਨਹੀਂ ਹਟਣਾ। ਪ੍ਰੋਬਲਮ ਤਾਂ ਇਹੋ ਹੀ ਹੈ ਨਾ। ਨਹੀਂ ਮੈਨੂੰ ਕਦੀ ਇਹ ਲੱਗਦਾ ਨਹੀਂ ਕਹਿੰਦਾ ਬੰਦਾ ਵੀ ਯਾਰ ਲੀਡਰ ਸਾਹਿਬ ਵੇਖੋ ਅੱਜ ਟਿਕਟ ਵੀ ਲਈ, ਨਹੀਂ ਤਾਂ ਤੁਸੀਂ ਦੇਖੋ ਵੀ ਉਹ ਵੀ ਦੇਣਾ ਪੰਜਾਬ ਦੇ। ਅਗਲਾ ਕਹਿੰਦਾ ਵੀ ਹਾਂ ਟਿਕਟ, ਉਹ ਵੀ ਮੁਲਾਜ਼ਮ ਵੀ ਨਹੀਂ ਟਿਕਟ ਵੀ ਲਈ, ਤਾਂ ਤੁਸੀਂ ਕਿਹਾ ਸੁਥਰੀ ਜਿਹੀ ਕਰਕੇ ਫੜਾ ਦੇ, ਮੁੜ ਕੇ ਮੈਂ ਸਰਕਾਰੀ ਖਾਤੇ 'ਚ ਇਹਦਾ ਭੁਗਤਾਨ ਕਰਾਉਣਾ ਹੀ ਵੀ ਮੈਂ ਉੱਥੇ ਜਮ੍ਹਾਂ ਕਰਾਉਣੀ ਆ। ਮੈਨੂੰ ਡਰ ਪਤਾ ਕਿਸ ਗੱਲ ਦਾ ਹੁੰਦਾ ਕਿ ਤੁਸੀਂ ਬੱਸ 'ਚ ਬਹਿ ਤਾਂ ਗਏ ਆ, ਹੁਣ ਬੱਸਾਂ ਦਾ ਬੇੜਾ ਨਾ ਬਹਿ ਨਾ, ਕਿਉਂਕਿ ਜਿਹੜੀ ਚੀਜ਼ ਦੇ ਉੱਤੇ ਤੁਸੀਂ ਜਾ ਕੇ ਬਹਿ ਜਾਂਦੇ ਆ, ਲੀਡਰ ਮੁੜ ਕੇ ਤੁਹਾਡੀ ਹੁੰਦੀ, ਕਿਸੇ ਹੋਰ ਦੀ ਨਹੀਂ ਹੁੰਦੀ। ਨਹੀਂ ਇੱਦਾਂ ਨਹੀਂ ਬਿਲਕੁਲ ਨਹੀਂ ਇੱਦਾਂ ਹੈਗਾ। ਆਹ ਦੇਖੋ ਮੈਂ ਦਸਤਖਤ ਕਰਕੇ ਘੁੱਕੀ ਮਾਰ ਦਿੱਤੀ ਹੈ ਜੀ। ਮੈਂ ਕਿਹਾ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ, ਇਹ ਸਾਰੀਆਂ ਚੀਜ਼ਾਂ। ਚਲੋ ਆਪਾਂ ਜਿੱਥੋਂ ਗੱਲ ਸ਼ੁਰੂ ਕਰਨੀ ਉੱਥੋਂ ਕਰ ਲਈਏ। ਬੰਦੇ ਗੱਡੀਆਂ ਵਾਲੇ ਗੱਡੀਆਂ 'ਤੇ ਪਹੁੰਚੇ, ਸਾਈਕਲਾਂ ਵਾਲੇ ਸਾਈਕਲਾਂ 'ਤੇ ਪਹੁੰਚੇ। ਜਿਹੜੇ ਉੱਥੇ ਲੋਕਲ ਸੀਗੇ ਉਹ ਕਹਿੰਦੇ ਅਸੀਂ ਤੁਰ ਕੇ ਵੀ ਜਾ ਵੜੇ। ਅਤੇ ਫਾਈਨਲੀ ਸਹੁੰ ਚੁੱਕ ਸਮਾਗਮ ਜਿਹੜਾ ਸ਼ਾਂਤੀਪੂਰਨ ਤਰੀਕੇ ਨਾਲ ਕੰਪਲੀਟ ਹੋਇਆ ਜੀ। ਪ੍ਰੋਟੈਮ ਸਪੀਕਰ ਸਾਹਿਬ ਨਿੱਜਰ ਸਾਹਿਬ, ਉਹਨਾਂ ਨੇ ਆਵਾਜ਼ ਮਾਰ ਦਿੱਤੀ, ਨਾਲ ਹੀ ਉਹ ਮਾੜਾ ਜੀ ਗੱਲ ਸ਼ੁਰੂ ਕਰ ਦਿੰਦੇ ਵੀ ਮੈਂ ਜੀ ਆ ਜਾਓ ਵੀ। ਉਸ ਤੋਂ ਬਾਅਦ ਫਿਰ ਪਹਿਲਾਂ ਭਗਵੰਤ ਮਾਨ ਸਾਹਿਬ ਅਤੇ ਫਿਰ ਉਸ ਤੋਂ ਬਾਅਦ ਬਾਕੀ ਸਾਰੇ ਲੀਡਰ ਸਾਹਿਬਾਨ, ਚੁਣੇ ਹੋਏ ਨੁਮਾਇੰਦੇ। ਇੱਕ ਚੀਜ਼ ਵੈਸੇ ਨੋਟ ਕੀਤੀ ਹੋਣੀ ਸਾਰਿਆਂ ਨੇ ਵੀ ਬੰਦਾ ਸੋਚਦਾ ਨਾ ਵੀ ਯਾਰ ਸ਼ਾਇਦ ਪਹਿਲਾਂ ਭਗਵੰਤ ਮਾਨ ਸਾਹਿਬ, ਫਿਰ ਸਾਰੇ ਆਮ ਆਦਮੀ ਪਾਰਟੀ ਵਾਲੇ। ਇੱਦਾਂ ਨਹੀਂ, ਪਹਿਲਾਂ ਭਗਵੰਤ ਮਾਨ ਸਾਹਿਬ, ਫਿਰ ਜ਼ਿਲ੍ਹੇਵਾਰ ਦੇ ਤੌਰ 'ਤੇ ਕਿ ਆਪੋ ਆਪਣੇ ਹਲਕੇ ਦੇ ਹਿਸਾਬ ਨਾਲ ਵੀ ਇੰਨਾ ਨੰਬਰ ਹਲਕੇ ਵਾਲੇ ਆ ਜਾਓ, ਇੰਨਾ ਨੰਬਰ ਹਲਕੇ ਵਾਲੇ ਆ ਜਾਓ। ਸੋ ਉਸ ਹਿਸਾਬ ਨਾਲ ਵੀ ਸਾਰਿਆਂ ਨੇ ਸਹੁੰ ਚੁੱਕ ਲਈ। ਵੈਸੇ ਬਹੁਤਿਆਂ ਨੇ ਨਾ, ਬਹੁਤ ਲੋਕਾਂ ਨੇ ਸਾਡੇ 'ਚੋਂ ਸਹੁੰ ਚੁੱਕ ਸਮਾਗਮ ਮੁੱਖ ਮੰਤਰੀ ਦਾ ਤਾਂ ਦੇਖਿਆ ਹੁੰਦਾ, ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਸ਼ਾਇਦ ਪਹਿਲੀ ਵਾਰੀ ਦੇਖਿਆ ਹੋਣਾ, ਕਿਉਂਕਿ ਦਿਖਾਉਣ ਦੀ ਆਗਿਆ ਹੀ ਐਤਕੀ ਸੀ। ਸਹੀ, ਪਹਿਲਾਂ ਆਗਿਆ ਹੀ ਨਹੀਂ ਹੁੰਦੀ ਸੀ, ਹੋਰ ਤਰੀਕੇ ਦੀ ਆਗਿਆ ਹੁੰਦੀ ਸੀ। ਚਲੋ, ਅਤੇ ਬਹੁਤ ਸਾਰੇ ਲੋਕ ਜਦੋਂ ਦੇਖਦੇ ਸੀ, ਅੱਛਾ ਬਲਾਚੌਰ ਤੋਂ ਫਿਰ ਆਹ ਨੇ, ਅੱਛਾ ਬਠਿੰਡਿਓਂ ਫਿਰ ਆਹ ਜਿੱਤੇ ਨੇ, ਅੱਛਾ ਆ ਲੰਬੀ ਵਾਲੇ ਆ ਫਿਰ। ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਨਾ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਸਾਹਿਬ, ਪਟਿਆਲੇ ਦਾ ਮਤਲਬ ਕੈਪਟਨ ਸਾਹਿਬ। ਐਤਕੀ ਅੱਛਾ ਕੋਹਲੀ, ਅੱਛਾ ਅਜੀਤਪਾਲ ਸਿੰਘ ਕੋਹਲੀ। ਹੁਣ ਐਤਕੀ ਅਜੇ ਲੋਕ ਆਤਮਸਾਤ ਕਰ ਰਹੇ ਆ, ਲੋਕ ਸਕੈਨਿੰਗ ਕਰ ਰਹੇ ਆ ਕਿ ਭਾਈ ਆਹ ਬੰਦਾ ਅਸੀਂ ਦੇਖੀਏ ਤਾਂ ਸਾਨੂੰ ਇਹਦਾ ਹਲਕਾ ਨਾਲ ਹੀ ਛੇਤੇ ਆ ਜਾਵੇ। ਅਜੇ ਥੋੜ੍ਹਾ ਟਾਈਮ ਲੱਗਣਾ, 2-4-5 ਮਹੀਨੇ। ਨਹੀਂ ਹੋਇਆ। ਇੱਕ ਚੀਜ਼ ਇਹ ਵੀ ਨੋਟ ਕਰਨ ਵਾਲੀ ਹੋਈ ਵੀ ਸਪੀਕਰ ਸਾਹਿਬ ਵੀ ਕਿਉਂਕਿ ਨਵੇਂ ਸੀ, ਉਹਨਾਂ ਨੂੰ ਵੀ ਨਾਲੋਂ ਨਾਲ ਇੰਸਟਰਕਸ਼ਨਸ ਹੁੰਦੀਆਂ ਨੇ ਵੀ ਓਕੇ ਸਰ ਆਹ ਹੁਣ ਤੁਸੀਂ ਪੜ੍ਹਨਾ ਜੀ, ਇੰਨਾ ਕੁ ਪੜ੍ਹਨਾ, ਠੀਕ ਹੈ ਜੀ। ਜਦੋਂ ਇਸ਼ਾਰਾ ਕਰੀ ਉਦੋਂ ਪੜ੍ਹ ਦੇਣਾ। ਉਹ ਵੀ ਇੱਕ ਨਵੇਕਲੀ ਚੀਜ਼ ਸੀਗੀ। ਐਂਡ ਜਿਹੜੀ ਗੱਲ ਆਪਾਂ ਕੱਲ੍ਹ ਗੱਲ ਕਰਦੇ ਸੀ, ਜਿੱਦਾਂ ਉਹ ਡਾਕਟਰ ਨਿੱਜਰ ਹੋਰਾਂ ਕਹੀ ਗੱਲ ਵੀ ਯਾਰ ਸਾਨੂੰ ਲੋੜ ਕੀ ਸੀ ਇਸ ਕੰਮ 'ਚ ਪੈਣ ਦੀ, ਡਾਕਟਰੀ ਵਧੀਆ ਚੱਲਦੀ, ਮੈਂ ਮੌਜਾਂ ਕਰਦਾ ਵੀ ਆਹ ਜਿਹੜੀ ਨੌਬਤ ਨਾ ਆਉਂਦੀ ਜੇ ਸਾਡੇ ਚੁਣੇ ਹੋਏ ਲੀਡਰ ਸਾਰਾ ਕੁਛ ਕਰਦੇ ਰਹਿੰਦੇ। ਪਰ ਮੈਨੂੰ ਲੱਗਦਾ ਵੀ ਇਹ ਵੀ ਕਿਤੇ ਕਾਰਨ ਸੀਗਾ ਵੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਇੱਥੇ ਹੋਰ ਕਿੰਨੇ ਆਉਣਾ ਹੀ ਜੀ, ਅਤੇ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਲੱਗਦਾ ਸੀ ਯਾਰ ਫਿਰ ਇਹੋ ਹੀ ਰਹਿਣੇ ਆ। ਅਤੇ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਕਿ ਵੀ ਯਾਰ ਪਹਿਲੀ ਵਾਰ ਲੋਕਾਂ ਨੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਦੇਖਿਆ, ਮੈਨੂੰ ਲੱਗਦਾ ਵੀ ਜੇ ਚੇਂਜ ਨਾ ਆਉਂਦੀ ਸ਼ਾਇਦ ਉਹ ਵਿਖਾਈ ਵੀ ਜਾਂਦੇ, ਵੇਖਣਾ ਵੀ ਕਿਸੇ ਨੇ ਨਹੀਂ। ਉਹ ਪਤਾ ਹੀ ਹੈ ਯਾਰ, ਪਤਾ ਹੀ ਹੈ ਕੀ ਹੋਣਾ ਹੀ ਹੈ ਨਾ। ਐਤਕੀ ਨਾ ਸੰਧਾਲੀਆ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਡਾਕਟਰ ਇੰਦਰਬੀਰ ਸਿੰਘ ਨਿੱਜਰ, ਹਾਂਜੀ, ਇਹਦੇ ਤੋਂ ਇਲਾਵਾ ਡਾਕਟਰ ਅੰਮ੍ਰਿਤਸਰ ਤੋਂ ਡਾਕਟਰ ਕਿੰਨੇ ਨੇ ਐਤਕੀ, ਤਾਂ ਮਾਝੇ ਦੇ ਵਿੱਚੋਂ ਕਿੰਨੇ ਡਾਕਟਰ ਜਿੱਤੇ ਆ, ਮਾਲਵੇ ਚੋਂ ਵੀ, ਦੁਆਬੇ ਚੋਂ ਵੀ, ਯਾਨੀ ਐਤਕੀ ਡਾਕਟਰਾਂ ਦੀ ਭਰਮਾਰ ਹੈ ਪੰਜਾਬ ਦੀ ਵਿਧਾਨ ਸਭਾ ਚੋਣ 'ਤੇ। ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਲੀਡ ਵੀ ਕਰੋ, ਤੁਸੀਂ ਬਾਕੀ ਵਿਧਾਇਕਾਂ ਨੂੰ ਵੀ ਦੱਸੋ ਕਿ ਜਦੋਂ ਕੋਈ ਮਰੀਜ਼ ਆਉਂਦਾ ਹੈ, ਜਦੋਂ ਕੋਈ ਪੇਸ਼ੈਂਟ ਆਉਂਦਾ, ਜਦੋਂ ਉਹਨੂੰ ਇੱਕ ਵਾਰੀ ਦੇਖ ਲਈਏ, ਦਵਾਈ ਦੇ ਦਈਏ, ਤਾਂ ਫਿਰ ਮੁੜ ਕੇ ਸਵੇਰ ਸ਼ਾਮ ਰਾਊਂਡ 'ਤੇ ਜਾਂਦੇ ਕਿ ਡਾਕਟਰ ਸਾਹਿਬ ਰਾਊਂਡ 'ਤੇ ਨੇ, ਜਾਂ ਜੇ ਕੋਈ ਪਤਾ ਸ਼ਤਾ ਲੈਣ ਜਾਵੇ ਮਰੀਜ਼ ਦਾ, ਕਿੱਦਾਂ ਜੀ ਡਾਕਟਰ ਸਾਹਿਬ ਕੀ ਦੱਸਦੇ, ਸਵੇਰੇ ਤਾਂ ਇਹ ਟੈਸਟ ਦੱਸਿਆ, ਹੁਣ ਡਾਕਟਰ ਸਾਹਿਬ 2 ਵਜੇ ਰਾਊਂਡ 'ਤੇ ਆਉਣਗੇ, ਫਿਰ ਉਹ ਰਿਪੋਰਟਾਂ ਦੱਸਣਗੇ ਉਸ ਲਈ ਕਿ ਅੱਗੇ ਉਹ ਛੁੱਟੀ ਕਦੋਂ ਮਿਲਣੀ ਹੈ। ਇਸ ਕਰਕੇ ਪੰਜਾਬ ਦੇ ਵੱਖ-ਵੱਖ ਮਸਲਿਆਂ 'ਤੇ
ਵਿਧਾਇਕਾਂ ਨੂੰ ਰਾਉਂਡ ਤੇ ਰਹਿਣਾ ਪਊਗਾ ਸਵੇਰ ਦੁਪਹਿਰ ਸ਼ਾਮ ਤੇ ਜੇ ਕੋਈ ਮਰੀਜ਼ ਅਚਨਚੇਤ ਆ ਜਾਵੇ ਤੇ ਉਸੇ ਵੇਲੇ ਜਿਹੜੇ ਰਿਸੈਪਸ਼ਨ ਦੇ ਉੱਤੇ ਆਮ ਤੌਰ ਤੇ ਬੀਬੀ ਜੀ ਹੁੰਦੇ ਆ ਉਹ ਫਿਰ ਟੈਲੀਫੋਨ ਕਰਦੇ ਹੁੰਦੇ ਤੁਸੀਂ ਕੋਈ ਗੱਲ ਨਹੀਂ ਇਹਨਾਂ ਨੂੰ ਲਟਾਓ ਇੱਕ ਅੱਧੇ ਜਣੇ ਨੂੰ ਜ਼ਖਮ ਸਾਫ਼ ਕਰਨ ਲੱਗ ਪੈਣਾ ਜਦ ਤੇ ਡਾਕਟਰ ਸਾਹਿਬ ਜਿਹੜੇ ਨਾਈਟ ਡਿਊਟੀ ਤੇ ਹੁੰਦੇ ਉਸੇ ਵੇਲੇ 2 ਮਿੰਟ ਚਾਹੇ ਡਾਕਟਰ ਸਾਹਿਬ ਜਾਣੀ ਇਦਾਂ ਉਪਲਬਧਤਾ ਰਹਿਣੀ ਚਾਹੀਦੀ ਹੈ ਪੰਜਾਬ 'ਚ। ਨਹੀਂ ਇਹ ਰਵੇ ਤੇ ਸਭ ਤੋਂ ਵਧੀਆ ਤੇ ਇਹਦੇ ਵਿੱਚ ਆਪਾਂ ਇਹ ਵੀ ਗੱਲ ਬੇਨਤੀ ਕਰਦੀ ਹੈ ਵੀ ਡਾਕਟਰ ਸਾਹਿਬ ਜਿਹੜੇ ਕੰਮ ਮਰੀਜ਼ ਨਾਲ ਕਰਦੇ ਆ ਨਾ ਉਹ ਕੰਮ ਹਲਕੇ ਨਾਲ ਕਰਨ ਦੀ ਲੋੜ ਨਾਲੇ ਸਿਸਟਮ ਵੇਲੇ ਇੱਕ ਵੇਲੇ ਬੀਪੀ ਚੈੱਕ ਕਰ ਲੈਣਾ ਵੀ ਕਿਤੇ ਵਧਿਆ ਕਿਤੇ ਘਟਿਆ ਤਾਂ ਨਹੀਂ ਹੈ ਨਾ ਵੇਲੇ ਇੱਕ ਵੇਲੇ ਦਵਾਈ ਟਾਈਮ ਨਾਲ ਮਿਲਦੀ ਹੈ ਕਿਸੇ ਵੇਲੇ ਹੁੰਦਾ ਵੀ ਕਈਆਂ ਥਾਵਾਂ ਤੇ ਟੀਕੇ ਦੀ ਲੋੜ ਮਹਿਸੂਸ ਕੀਤੀ ਜਾਂਦੀ ਉੱਥੇ ਟੀਕਾ ਟਾਈਮ ਤੇ ਜਿੱਥੇ ਕਿਤੇ ਜਾਵੇ ਵੀ ਨਹੀਂ ਹੁਣ ਥੋੜੇ ਹਲਕਾ ਖਾਣਾ ਮਤਲਬ ਜ਼ਿਆਦਾ ਹੈਵੀ ਨਹੀਂ ਖਾਣਾ ਉਹ ਹਲਕੇ ਵਾਲਾ ਕੰਮ ਚੱਲ ਮਤਲਬ ਇਹ ਜਿਹੜੀਆਂ ਖੁਰਾਕਾਂ ਬਣਾ ਕੇ ਦੇ ਦਿੱਤੀਆਂ ਜਾਣ ਤੇ ਆਸ ਕਰਦੇ ਆ ਵੀ ਜਿੱਦਾਂ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਯਾਰ ਉਹ ਹੋ ਪਹਿਲੇ ਦਿਨ ਤੋਂ ਕੰਮ ਕਰਨਾ ਪੈਣਾ ਅਸੀਂ ਤੇ ਅੱਗੇ 70 ਸਾਲ ਲੇਟ ਹੋ ਗਏ ਬੰਦਾ ਕਹਿੰਦਾ ਵੀ ਅਸੀਂ ਅੱਗੇ ਲੇਟ ਹੋ ਗਏ 70 ਸਾਲ ਲੇਟ ਹੋ ਗਏ ਸੋ ਮੇਰੇ ਖਿਆਲ ਨਾਲ ਜਿਹੜੇ 17 ਸਾਲਾਂ ਦੀ ਦੇਰੀ ਹੈ ਇਹ ਨਿਕਲਣੀ ਇੱਦਾਂ ਵੀ ਜੇ ਹੁਣ ਲਗਾਤਾਰਤਾ ਰਹੂਗੀ ਜੀ। ਤੇ ਮੈਨੂੰ ਇਹ ਵੀ ਲੱਗਦਾ ਕਿ ਨਤੀਜੇ ਤਾਂ ਆਉਣੇ ਆ ਜੇ ਵਿਰੋਧੀ ਧਿਰ ਵੀ ਸਾਥ ਦੇਊਗੀ ਵਿਰੋਧੀ ਧਿਰ ਵੀ ਨਾਲ ਤੁਰੇ ਐਤਕੀ ਵਿਧਾਇਕਾਂ ਨਾਲ ਬਹੁਤ ਚੰਗੇ ਤਰੀਕੇ ਤੁਰਨਾ ਪਊ ਜਿਹੜੇ ਕੰਨਾਂ ਵਾਲੇ ਡਾਕਟਰ ਹੁੰਦੇ ਖਾਸ ਤੌਰ ਤੇ ਉਹਨਾਂ ਨੇ ਨਾ ਇੱਕ ਲਾਈਟ ਜੀ ਇੱਥੇ ਲਾਈ ਹੁੰਦੀ ਆ ਇਦਾਂ ਪਾ ਕੇ ਉਹ ਇਲਾਸਟਿਕ ਜੀ ਤੇ ਉਹਨਾਂ ਦਾ ਕੰਮ ਇਹ ਨਹੀਂ ਹੁੰਦਾ ਕਿ ਐਂ ਦੇਖਣ ਉਹਨਾਂ ਨੇ ਇਦਾਂ ਕੰਨ ਨੂੰ ਐਂ ਕਰਕੇ ਐਂ ਜਿਹਾ ਕਰਨਾ ਕਿਉਂਕਿ ਲਾਈਟ ਅੱਖ ਨਾਲ ਨਹੀਂ ਦੇਖਣਾ ਉਹ ਲਾਈਟ ਦੀ ਦਿਸ਼ਾ ਵੀ ਦਿੰਦੇ ਹੁੰਦੇ ਆ ਕਿ ਪਰ ਲਾਈਟ ਸਿੱਧੀ ਐਂ ਕੰਨ ਦੇ ਵਿੱਚ ਜਿਹੜੀ ਉਹ ਪਵੇ ਇਸ ਕਰਕੇ ਜ਼ਰੂਰੀ ਨਹੀਂ ਕਿ ਭਾਈ ਹਰ ਵਾਰੀ ਸਕੈਨਿੰਗ ਕਰਾਉਣੀ ਹੈ ਐਕਸ-ਰੇ ਕਰਾਉਣਾ ਹੈ ਜਾਂ ਚੀਰ ਫੜ ਕਰਕੇ ਇਲਾਜ ਹੋਣਾ ਕੈਰੀ ਡਾਕਟਰ ਐਂ ਕਰਕੇ ਨਾ ਅੱਖਾਂ ਦੇ ਵਿੱਚ ਅੱਛਾ ਪੀਲੀਆਂ ਜਿਹੀਆਂ ਅੱਖਾਂ ਉਹਦੇ ਤੋਂ ਅੰਦਾਜ਼ਾ ਨਬਜ਼ ਫੜ ਕੇ ਦੱਸ ਦਿੰਦੇ ਹੁੰਦੇ ਆ ਕੀ ਗੱਲ ਅੱਛਾ ਬੇਬੇ ਲੱਤਾਂ ਵੀ ਦੁਖਦੀਆਂ ਟੁੱਟਦੀਆਂ ਜਿਹੀਆਂ ਆ ਅੱਛਾ ਬੇਬੇ ਫਿਰ ਕੀ ਹੁੰਦਾ ਭੁੱਖ ਫਿਰ ਘੱਟ ਲੱਗਦੀ ਆ ਅੱਛਾ ਵੀ ਤਰੇ ਬਹੁਤ ਲੱਗਦੀ ਆ ਅੱਛਾ ਫਿਰ ਠੰਡਾ ਪਾਣੀ ਪੀਣ ਨੂੰ ਜੀ ਕਰਦਾ ਇਦਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਹਲਕਿਆਂ ਦੇ ਵਿੱਚ ਵੀ ਇੱਦਾਂ ਹੁੰਦਾ ਅੱਛਾ ਫਿਰ ਜਾਂਦਿਆਂ ਦੇ ਪੈਸੇ ਮੰਗਦੇ ਆ ਅੱਛਾ ਕੋਈ ਵਿਚਾਲੇ ਵਾਲਾ ਬੰਦਾ ਪੈਸੇ ਮੰਗਦਾ ਅੱਛਾ ਸਿੱਧੇ ਹੀ ਪੈਸੇ ਮੰਗ ਲੈਂਦੇ ਆ ਜਾਨੀ ਫਿਰ ਕਿੱਦਾਂ ਅੱਛਾ ਤੁਹਾਡੀ ਫਾਈਲ ਨਹੀਂ ਤੋਰਦੇ ਉਹ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਜ਼ਰੂਰੀ ਨਹੀਂ ਕਿ ਅਗਲੇ ਤੋਂ ਪੁੱਛਣੀਆਂ ਕਿ ਯਾਰ ਮਰੀਜ਼ ਤੋਂ ਅੰਦਾਜ਼ਾ ਲਾ ਕੇ ਵੀ ਸੈੱਟ ਹੋ ਜਾਂਦਾ ਕੰਮ ਨਹੀਂ ਚਲੋ ਆਸ ਕਰਦੇ ਆ ਵੀ ਇਹ ਕੰਮ ਹੋ ਜਾਊਗਾ ਹੁਣ ਤੱਕ ਦੀ ਖਬਰ ਤੇ ਇਹ ਕਹਿੰਦੀ ਆ ਵੀ ਬਹੁਤੇ ਵਿਧਾਇਕਾਂ ਨੇ ਸਹੁੰ ਚੁੱਕ ਲਈ ਬੀਜੇਪੀ ਵਾਲੇ ਕਿਉਂਕਿ ਵਾਹਵਾ ਜਣੇ 2 ਜਣੇ ਇਕੱਠੇ ਜਿੱਤ ਗਏ ਉਹਨਾਂ ਕਹਿੰਦੇ ਅਜੇ ਨਹੀਂ ਸਹੁੰ ਚੁੱਕੀ ਉਹ ਕਹਿੰਦੇ ਵੀ ਅਸੀਂ 22 ਨੂੰ 21 ਤੱਕ ਤੇ ਹੁਣ ਮੁਲਤਵੀ ਕਰਤਾ ਗਿਆ ਸੈਸ਼ਨ 22 ਨੂੰ ਆਪਾਂ ਸਹੁੰ ਚੁੱਕਣੀ ਇਹ ਪਤਾ ਨਹੀਂ ਕਾਰਨ ਕੀ ਬਣਿਆ ਜਾਂ ਤੇ ਉਹ ਕਹਿੰਦੇ ਨੇ ਵੀ ਯਾਰ ਅਸੀਂ ਹੁਣ ਮਤਲਬ ਜਿੱਥੇ ਬਾਕੀ ਦੇ ਚੁੱਕਣ ਦਾ ਸਹੁੰ ਅਸੀਂ ਵੀ ਇੱਥੇ ਹੀ ਸਹੁੰ ਚੁੱਕਾਂਗੇ ਸਾਡੀ ਸੁੱਖ ਨਾਲ ਕੇਂਦਰ 'ਚ ਸਰਕਾਰ ਆ ਦੇਖੋ ਸੰਧਾਲੀਆ ਸਾਹਿਬ ਉਹ ਆਪਸ਼ਨ ਤਾਂ ਹੁੰਦੀ ਹੈ ਮੈਨੂੰ ਲੱਗਦਾ ਪਿਛਲੀ ਵਾਰੀ ਵੱਡੇ ਬਾਦਲ ਸਾਹਿਬ ਨੇ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਜਾ ਕੇ ਸਹੁੰ ਚੁੱਕੀ ਸੀ ਕਿਉਂਕਿ ਆਪਸ਼ਨ ਹੁੰਦੀ ਹੈ ਕੋਈ ਕਾਨੂੰਨੀ ਤੌਰ ਤੇ ਅੱਗੇ ਵਾਲੀ ਗੱਲ ਤਾਂ ਹੈ ਨਹੀਂ ਗੀ ਵੀ ਕੋਈ ਕੰਮ ਪੈ ਜਾਏ ਕੋਈ ਐਸੀ ਗੱਲ ਹੋਵੇ ਤਾਂ ਫਿਰ ਬੰਦਾ ਬਾਅਦ ਵਿੱਚ ਵੀ ਸਹੁੰ ਚੁੱਕ ਸਕਦਾ ਚਲੋ ਅਸੀਂ ਕਹਿੰਦੇ ਹਾਂ ਕਿ ਠੀਕ ਹੈ ਕਈ ਵਾਰੀ ਔਖਾ ਲੱਗਦਾ ਹੁੰਦਾ ਚਿੰਤਨ ਮੰਥਨ ਚੱਲਦੇ ਹੁੰਦੇ ਆ ਕਿ ਕੀ ਗੱਲ ਹੋਈ ਭਾਈ ਕਿ 72 73 75 ਬੰਦੇ ਚੋਣ ਲੜੇ ਸੀ ਜਿੱਤੇ 2 ਹੀ ਆ ਪਿਛਲੀ ਵਾਰ ਦੇ ਨਾਲ ਵੀ 1 ਘਟ ਗਿਆ ਉਹਦੇ ਉੱਤੇ ਚਰਚਾ ਕਰ ਦੇਣਗੇ ਆ ਜਾਣਗੇ ਰਲ ਮਿਲ ਕੇ ਕੰਮ ਕਰਨ ਹੋਰ ਨਹੀਂ ਇਹ ਫਰਕ ਪੈ ਗਿਆ ਤੁਸੀਂ ਦੇਖੋ ਐਤਕੀ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ ਇਹਨੂੰ ਜ਼ਰੂਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਲੀਡਰ ਨੋਟ ਕਰਨ ਜੀ ਜਿਹੜੇ ਨਵੇਂ ਆਏ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਜਿਹੜੇ ਪਹਿਲੇ 10-11 ਨੇ ਉਹ ਜ਼ਰੂਰ ਨੋਟ ਕਰਨ ਵੀ ਯਾਰ ਜਦੋਂ ਉਸ ਵੈਲ ਦੇ ਵਿੱਚ ਘੇਰੇ ਬੈਠੇ ਹੁੰਦੇ ਸੀ ਕੁਰਸੀਆਂ ਤੇ ਜਿਨ੍ਹਾਂ ਕੁਰਸੀਆਂ ਤੇ ਅੱਜ ਗਿਣਤੀ ਘੱਟ ਸੀ ਜੀ ਉਹਨਾਂ ਕੁਰਸੀਆਂ ਤੇ ਕਦੀ ਬਹੁਤ ਜ਼ਿਆਦਾ ਗਿਣਤੀ ਸੀ ਤੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਵਿੱਚ ਵੀ ਥੋੜੇ ਟੋਟਿਆਂ ਦੇ ਵਿੱਚ ਜਦੋਂ ਵੰਡੀ ਵਰਤੀ ਗਈ ਸੀਗੀ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਉਹਨਾਂ ਦੇ ਜਮਾਂ ਹੀ ਟੋਟਿਆਂ 'ਚ ਹੋ ਗਏ ਸੀ ਪਰ ਅੱਜ ਉਹ ਬੈਂਚ ਭਰੇ ਕੀ ਫਸ ਕੇ ਬੈਠੇ ਸੀ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਉਹ ਫਤਵਾ ਹੈ ਜਿਹੜਾ ਪੰਜਾਬੀਆਂ ਨੇ ਦਿੱਤਾ ਜੀ ਤੇ ਇਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਿਛਲੇ 5 ਸਾਲਾਂ 'ਚ ਉਹਨਾਂ ਨੇ ਉਸ ਪਾਸੇ ਬਹਿ ਕੇ ਜੋ ਵੀ ਮਹਿਸੂਸ ਕੀਤਾ ਵੀ ਇਦਾਂ ਹੋਣਾ ਚਾਹੀਦਾ ਯਾਰ ਇਹ ਕਰਦੇ ਕਿਉਂ ਨਹੀਂ ਉਹ ਹੁਣ ਕਰਨ ਦਾ ਟਾਈਮ ਆ ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਮੈਂ 3 ਤੁਹਾਨੂੰ ਛੋਟੀਆਂ ਗੱਲਾਂ ਸੁਣਾਉਣੀਆਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਪੱਤਰਕਾਰ ਪੁੱਛਦੇ ਵੀ 5 ਸਾਲ ਤਾਂ ਤੁਹਾਡੇ ਵਧੀਆ ਲੰਘ ਗਏ ਉਹ ਕਹਿੰਦੇ ਯਾਰ ਕਿਵੇਂ ਅਸੀਂ ਤਾਂ ਵਿਰੋਧੀ ਧਿਰ ਸੀ ਕਹਿੰਦੇ ਤੁਹਾਡਾ ਕੰਮ ਹੁੰਦਾ ਤੁਸੀਂ ਵਿਧਾਨ ਸਭਾ ਦੇ ਬਾਹਰ ਆ ਕੇ ਧਰਨਾ ਮਾਰ ਕੇ ਬਹਿ ਜਾਂਦੇ ਸੀਗੇ ਹੁਣ ਦੇਖਿਓ ਸਰਕਾਰ 'ਚ ਹੁਣ ਦੇਖਿਓ ਵੀ ਅਗਲੇ ਹੁਣ ਅਕਾਲੀ ਧਰਨਾ ਮਾਰਨਗੇ ਕਾਂਗਰਸੀ ਦਾ ਨਾਮ ਉਹ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਤਰੀਕਾ ਹੈਗਾ ਉਹ ਕਹਿੰਦੇ ਕੀ ਕਹਿੰਦੇ ਜੇ ਅਕਾਲੀਆਂ ਦੇ 3 ਬਹਿ ਜਾਣਗੇ ਅਸੀਂ ਆਪਣੇ 92 ਆਲੇ ਦੁਆਲੇ ਬਿਠਾ ਦਿਆ ਕਰਨੇ ਦਿਸਣਾ ਹੀ ਨਹੀਂ ਉਹ ਵਿੱਚ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਕਾਂਗਰਸ ਦੇ 18 ਬਹਿ ਜਾਣਗੇ ਉਹ ਕਹਿੰਦੇ ਕੋਈ ਗੱਲ ਨਹੀਂ ਪਹਿਲੀ ਗੱਲ ਹੈ ਕਿ ਉਹਨਾਂ 18 ਨੇ 6 ਕਰਕੇ ਬਹਿਣਾ ਉਹਨਾਂ 18 ਨੇ ਕਹਿੰਦੇ ਇੱਕ ਸੁਰ ਹੋਣਾ ਹੀ ਨਹੀਂ ਤੇ ਜੇ 18 ਇਕੱਠੇ ਵੀ ਬਹਿ ਜਾਏ ਸਾਡੇ 92 ਦੇ ਵਿੱਚ ਫੇਰ ਵੀ ਨਹੀਂ ਨਜ਼ਰ ਆਉਣੇ ਅਸੀਂ ਸਿੱਧਾ ਹੀ ਕੰਮ ਚਲਾ ਕੇ ਰੱਖਣਾ ਦੂਸਰੇ ਆਏ ਕੁੰਵਰ ਵਿਜੇ ਪ੍ਰਤਾਪ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਐਮਐਲਏ ਵੈਸੇ ਐਮਐਲਏ ਕਿਉਂਕਿ ਉਦੋਂ ਕਹਿੰਦੇ ਹੁੰਦੇ ਜਾਂਚ ਟੀਮ ਦੇ ਮੈਂਬਰ ਨਾ ਅਜੇ ਥੋੜੇ ਮਹੀਨੇ ਪਹਿਲਾਂ ਕਿ ਉਹਨਾਂ ਨੇ ਰਿਪੋਰਟ ਦਰਜ ਕਰਾਈ ਸੀ ਫਿਰ ਪੱਤਰਕਾਰਾਂ ਦਾ ਕੰਮ ਹੁੰਦਾ ਕਿ ਉਹਨਾਂ ਨੇ ਉਸੇ ਵਿਸ਼ੇ ਦੇ ਬਾਰੇ ਪੁੱਛਣਾ ਜੀ ਕੁੰਵਰ ਵਿਜੇ ਪ੍ਰਤਾਪ ਜੀ ਕੀ ਹਾਲ ਹੈ ਉਹ ਕਹਿੰਦੇ ਜੀ ਬਹੁਤ ਵਧੀਆ ਹੁਣ ਫਿਰ ਕਿੱਦਾਂ ਹੁਣ ਫਿਰ ਜਾਂਚ ਕਰਾਓਗੇ ਕਹਿੰਦੇ ਕਿਹੜੀ ਜਾਂਚ ਉਹ ਮੋਰਿਓ ਕਹਿੰਦੇ
ਕਹਿੰਦੇ ਉਹੀ ਜਾਂਚ, ਉਹ ਗੋਲੀ ਕਾਂਡ ਦੀ ਸਾਰੀ। ਉਹ ਕਹਿੰਦੇ ਜਾਂਚ ਤਾਂ ਹੋਈ ਪਈ ਆ, ਜਾਂਚ ਕਹਿੰਦੇ ਹੋਈ ਪਈ ਆ, ਕਾਰਵਾਈ ਕਰਨੀ ਆ। ਇਹ ਮਤ ਸੋਚੋ ਕਿ ਅਸੀਂ 6 ਮਹੀਨੇ ਜਾਂ ਸਾਲ ਲਾਉਣੇ ਆ ਕਿ ਹੁਣ ਜਾਂਚ ਕਰਾਂਗੇ। ਜਾਂਚ ਮੁਕੰਮਲ ਹੈ, ਮਾੜਾ ਜਿਹਾ ਕਹਿੰਦੇ ਸਰਕਾਰ ਨੂੰ ਰਫਤਾਰ ਫੜ ਲੈਣ ਦਿਓ। ਹੁਣ ਤਾਂ ਉਸੇ ਜਾਂਚ ਦੇ ਆਧਾਰ ਦੇ ਉੱਤੇ ਕਾਰਵਾਈ ਹੋਣੀ ਹੈ। ਹੁਣ ਅਦਾਲਤ ਕੀ ਕਹਿੰਦੀ ਹੈ ਉਸ ਮਸਲੇ ਤੇ ਉਹ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਦੇ ਨਾਲ ਸਹੁੰ ਚੁੱਕਣ ਤੋਂ ਚੰਦ ਮਿੰਟਾਂ ਬਾਅਦ ਹੀ ਕੁੰਵਰ ਵਿਜੇ ਪ੍ਰਤਾਪ ਹੁਰਾਂ ਨੇ ਕੋਟਕਪੂਰਾ ਕਾਂਡ ਦੇ ਮੁੱਦੇ ਤੇ ਕਹਿ ਦਿੱਤਾ ਕਿ ਜਾਂਚ ਮੁਕੰਮਲ, ਕਾਰਵਾਈ ਹੋਏਗੀ ਤੇ ਸਾਡੀ ਸਰਕਾਰ ਕਾਰਵਾਈ ਕਰੂ। ਉਹ ਕਹਿੰਦੇ ਜੀ ਕੈਪਟਨ ਸਾਹਿਬ, ਫਿਰ ਪੁੱਛਿਆ ਗਿਆ, ਉਹ ਕਹਿੰਦੇ ਦੇਖੋ ਕੈਪਟਨ ਸਾਹਿਬ ਨੂੰ ਮੈਂ ਬਹੁਤ ਬੇਨਤੀ ਕੀਤੀ ਕਿ ਆਪਾਂ ਕਾਰਵਾਈ ਕਰੀਏ, ਜਾਂਚ ਵਧੀਆ ਠੀਕ ਹੈ। ਉਹ ਕਹਿੰਦੇ ਜੀ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ, ਰਲ ਮਿਲ ਕੇ ਉਹਨਾਂ ਨੇ ਜਾਂਚ ਰਿਪੋਰਟ ਜਿਹੜੀ ਆ ਖਾਰਜ ਕਰਾਤੀ। ਉਹ ਕਹਿੰਦੇ ਰਿਪੋਰਟ ਹੀ ਖਾਰਜ ਕਰਾਤੀ, ਅੱਜ ਲੋਕਾਂ ਨੇ ਉਹ ਖਾਰਜ ਕਰ ਦਿੱਤੇ, ਕੁੰਵਰ ਵਿਜੇ ਪ੍ਰਤਾਪ ਹੁਰਾਂ ਨੇ ਕਿਹਾ। ਤੇ ਜਿਨ੍ਹਾਂ ਨੂੰ ਬਚਾਉਣ ਦੇ ਲਈ ਕਹਿੰਦੇ ਰਿਪੋਰਟ ਖਾਰਜ ਕਰਾਈ, ਉਹ ਕਹਿੰਦੇ ਕਦੇ ਵੀ ਹੁਣ ਪੰਜਾਬ ਦੀ ਵਿਧਾਨ ਸਭਾ 'ਚ ਨਹੀਂ ਪੈਰ ਰੱਖ ਸਕਦੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ। ਹਾਂ, ਇਹ ਵੈਸੇ ਇੱਕ ਗੱਲ ਹੈ, ਆਪਾਂ ਮੇਰਾ ਖਿਆਲ 2-3 ਦਿਨਾਂ ਤੋਂ ਇਹ ਗੱਲ ਕਰਦੇ ਸੀ ਵੀ ਇਹ ਗੱਲ ਹੋਣੀ ਹੈ ਜੀ। ਉਹੋ ਹੀ ਗੱਲ ਉਹਨਾਂ ਨੇ ਲਗਭਗ ਆਪਣੇ ਮੁਖਾਰਬਿਨ ਤੋਂ ਕਹਿਤੀ। ਪਰ ਹੁਣ ਸਵਾਲ ਇਹ ਹੈ ਵੀ ਜੇ ਮੰਨ ਲਓ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀਆਂ ਦੇ ਚਿਹਰੇ ਜਦੋਂ ਨਜ਼ਰ ਆਉਣਗੇ, ਉਹਨਾਂ ਦੇ ਵਿੱਚ ਕਿਤੇ ਇੱਕ ਅੱਧੀ ਝੰਡੀ ਵਾਲੀ ਕਾਰ ਦੀ ਚਾਬੀ ਕੁੰਵਰ ਵਿਜੇ ਪ੍ਰਤਾਪ ਹੁਰਾਂ ਨੂੰ ਫੜਾਤੀ ਜਾਂਦੀ ਹੈ, ਤੇ ਮੰਨ ਲਓ ਵੀ ਉਹਨਾਂ ਦੇ ਕੋਲ ਜਿਹੜੀ ਤਾਕਤ ਹੈ ਉਹ ਵੀ ਇਹੋ ਜਿਹੀ ਆ ਜਾਂਦੀ ਵੀ ਉਹ ਕਹਿੰਦੇ ਵੀ ਓਕੇ ਅੱਜ ਫਿਰ ਉਹਨਾਂ ਨੇ ਮੀਟਿੰਗ ਸੱਦੀ ਏ, ਵੱਡੇ ਜਿਹੜੇ ਅਫਸਰਾਨ ਨੇ ਪੁਲਿਸ ਮਹਿਕਮੇ ਦੇ ਉਹਨਾਂ ਨੂੰ ਸੱਦ ਲਿਆ ਤੇ ਉਹ ਕਹਿੰਦੇ ਆਓ ਫਿਰ ਇੱਕ ਵਾਰ ਗੱਲਾਂ ਕਰੀਏ। ਉਹਦੇ ਤੋਂ ਬਾਅਦ ਆਉਣ ਵਾਲਾ ਜਿਹੜਾ ਹਫਤਾ ਉਹ ਵਾਹਵਾ ਮੇਰੇ ਖਿਆਲ ਨਾਲ ਧਿਆਨ ਦੇਣ ਵਾਲਾ ਹੋਣਾ, ਕਿਉਂਕਿ ਜੇ ਮੈਂ ਗਲਤ ਨਹੀਂ ਤੇ 22 ਤਰੀਕ ਨੂੰ ਦੁਬਾਰਾ ਸੈਸ਼ਨ ਬਹਿਣਾ ਜੀ, ਤੇ 22 ਤਰੀਕ ਤੱਕ ਹੀ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਨੇ ਉਹਨਾਂ ਨੇ ਬਾਹਰ ਆਉਣਾ, ਜਾਂ ਕਹਿ ਲਓ ਕਿ ਅਦਾਲਤ ਦੇ ਵਿੱਚ ਇੱਕ ਵਾਰ ਦੁਬਾਰਾ ਉਹਨਾਂ ਦੀ ਸੁਣਵਾਈ ਹੈ। ਹੁਣ ਤੁਸੀਂ ਦੇਖੋ ਵੀ ਸੇਮ ਡੇ ਇੱਧਰੋਂ ਹੋ ਸਕਦਾ ਵੀ ਉਹਨਾਂ ਤੱਕ ਕੋਈ ਨਾ ਕੋਈ ਝੰਡੀ ਵਾਲੀ ਕਾਰ ਮਿਲ ਜੇ, ਉਧਰੋਂ ਵਿਧਾਨ ਸਭਾ ਦਾ ਸੈਸ਼ਨ ਜੁੜ ਜਵੇ ਜੀ, ਉਧਰੋਂ ਮਜੀਠੀਆ ਸਾਹਿਬ ਦੀ ਸੁਣਵਾਈ ਵਾਲੀ ਗੱਲ ਹੋ ਜਵੇ, ਇੱਧਰੋਂ ਜੇ ਮੈਂ ਗਲਤ ਨਹੀਂ ਤੇ ਨਵੇਂ ਏਜੀ ਸਾਹਿਬ ਵੀ ਆ ਗਏ ਹੁਣ, ਇਹਨਾਂ ਵਾਲੀ ਟੀਮ ਹੀ ਉਧਰੋਂ ਫਾਈਲਾਂ ਲੈ ਕੇ ਪਹੁੰਚ ਜਵੇ, ਫਿਰ ਉਹ ਦਿਨ ਕੰਮ ਵਾਹਵਾ ਗਰਮ ਰਹਿਣ ਦੇ ਅਸਾਰ ਜਾਪਦੇ। ਨਹੀਂ, ਬੜੀ ਅਜੀਬੋ-ਗਰੀਬ ਸਥਿਤੀ ਹੈ। ਜਿਨ੍ਹਾਂ ਦੇ ਬਾਰੇ ਚਰਚਾ ਚੱਲਦੀ ਸੀ ਕਿ ਭਾਈ ਉਹ ਰਲ ਮਿਲ ਕੇ ਕੰਮ ਕਰ ਲੈਂਦੇ, ਉਹ ਦੋਨੋਂ ਹੀ ਧਿਰਾਂ ਸੱਤਾ ਤੋਂ ਬਾਹਰ ਨੇ, ਤੇ ਜਿਹੜੇ ਦੋਸ਼ ਲਾਉਂਦੇ ਸੀ ਉਹ ਸੱਤਾ ਦੇ ਅੰਦਰ ਨੇ। ਜਦੋਂ ਨਾ ਵਿਧਾਨ ਸਭਾ ਦੇ ਵਿੱਚ ਸਹੁੰ ਚੁੱਕ ਸਮਾਗਮ ਹੋ ਰਿਹਾ ਸੀ ਸੰਧਾਲੀਆ ਸਾਹਿਬ, ਤੇ ਹੌਲੀ-ਹੌਲੀ ਐਮਐਲਏ ਸਾਹਿਬ ਬਾਹਰ ਆਉਣ ਲੱਗ ਪਏ, ਤੇ ਉੱਥੇ ਇੱਕ ਲੀਡਰ ਬਾਹਰ ਆਏ, ਕਾਦੀਆਂ ਦੇ ਐਮਐਲਏ ਪ੍ਰਤਾਪ ਸਿੰਘ ਬਾਜਵਾ ਸਾਹਿਬ ਪੱਤਰਕਾਰਾਂ ਨਾਲ ਗੱਲਬਾਤ ਕਰਨ ਲੱਗੇ ਕਿ ਉਹਨਾਂ ਨਾਲ ਪੱਤਰਕਾਰਾਂ ਨੂੰ ਫਿਰ ਦੱਸਣਾ ਹੀ ਸੀ, ਪੱਤਰਕਾਰ ਵਾਰੀ-ਵਾਰੀ ਸਵਾਲ ਪੁੱਛਦੇ ਸੀ। ਇਹਨੇ ਨੂੰ ਇੱਕ ਸਰਦਾਰ ਜੀ ਆਉਂਦੇ ਆ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਤਾਂ ਬਾਜਵਾ ਸਾਹਿਬ ਪਤਾ ਕਹਿੰਦੇ, ਅਜੇ ਗੱਲ ਉਹ ਕਰਦੇ ਸੀ ਪੱਤਰਕਾਰ ਨਾਲ, ਦੇਖੋ ਸਾਡੀ ਪਾਰਟੀ ਚੰਗੇ ਤਰੀਕੇ ਸਾਂਭ ਨਹੀਂ ਸਕੀ, ਸਾਡੇ ਆਪਣੇ ਪਾਰਟੀ ਦੇ ਨਵੇਂ ਮੁੰਡੇ ਨੌਜਵਾਨ ਜਿਹੜੇ ਆ ਜਿਨ੍ਹਾਂ ਦੇ ਵਿੱਚ ਪੋਟੈਂਸ਼ੀਅਲ ਬਹੁਤ ਸੀ, ਉਹ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤੇ ਆ। ਜਾਨੂੰ ਉਹ ਸਰਦਾਰ ਜੀ ਹੱਥ ਮਿਲਾਉਣਾ, ਕਹਿੰਦੇ ਆਹ ਦੇਖੋ ਤਾਂ ਇਹਦਾ ਜਸਵਿੰਦਰ ਸਿੰਘ ਜੀ, ਇਹ ਸਾਡੇ ਹੀ ਬੰਦੇ ਸੀਗੇ, ਅਸੀਂ ਨਹੀਂ ਸਾਂਭ ਸਕੇ, ਅਗਲਿਆਂ ਨੇ ਸਾਂਭੇ, ਤਰਾਸ਼ੇ ਤੇ ਅਗਲੇ ਐਮਐਲਏ ਬਣ ਗਏ ਉਹਨਾਂ ਨੂੰ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਕਾਰਨ ਹੋਇਆ ਜੀ ਤੁਸੀਂ ਜਿੱਤ ਗਏ, ਤੁਸੀਂ ਰਾਜ ਸਭਾ ਦੇ ਵਿੱਚ ਹੁੰਦੇ ਸੀ, ਹਲਕੇ ਦੇ ਵਿੱਚ ਵੀ ਘੱਟ ਹੁੰਦੇ ਸੀ, ਤੁਹਾਡੀ ਪਾਰਟੀ ਦੇ ਮੁੱਖ ਮੰਤਰੀ ਵੀ ਹਰਜਣ, ਸੂਬਾ ਪ੍ਰਧਾਨ ਵੀ ਹਰਜਣ, ਵੱਡੇ ਲੀਡਰ ਹਰਜਣ, ਕਹਾਣੀ ਕਿੱਥੇ ਖੜੀ? ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਅਸੀਂ ਨਹੀਂ ਸਾਂਭ ਸਕੇ, ਸਾਡੇ 'ਚ ਗਲਤੀਆਂ ਰਹੀਆਂ, ਸਾਡੇ 'ਚ ਕਮਜ਼ੋਰੀਆਂ ਰਹੀਆਂ, 20-22 ਮੁੰਡੇ ਸਾਡੇ ਅੱਜ ਵਿਧਾਇਕ ਨੇ ਪਰ ਸਾਡੀ ਪਾਰਟੀ ਵੱਲੋਂ ਨਹੀਂ ਗਏ, ਇਹਦਾ ਮਤਲਬ ਸਾਡੇ 'ਚ ਕਹਿੰਦੇ ਕਮੀ ਹੈ। ਤੇ ਉਹ ਕਹਿੰਦੇ ਮੈਂ ਨਹੀਂ ਕਹਿੰਦਾ ਚੰਨੀ ਸਾਹਿਬ ਦੀ ਗਲਤੀ ਹੈ ਜਾਂ ਸਿੱਧੂ ਸਾਹਿਬ ਦੀ ਗਲਤੀ ਹੈ, ਬਸ ਗਲਤੀ ਹੋਈ ਹੈ ਤੇ ਬੰਦੇ ਸਾਡੇ ਉਧਰ ਨੇ। ਇਹ ਵੈਸੇ ਇੱਕ ਗੱਲ ਆ, ਇਸ ਬਿਆਨ ਨੂੰ ਦੋ ਤਰ੍ਹਾਂ ਵੇਖਿਆ ਜਾ ਸਕਦਾ। ਦੂਜੇ ਤਰ੍ਹਾਂ ਨਾ ਦੇਖੋ ਯਾਰ, ਜਿੱਦਾਂ ਤੁਸੀਂ ਦੇਖਣ ਲੱਗੇ ਮੈਨੂੰ ਪਤਾ ਲੱਗ ਗਿਆ। ਪਤਾ ਕਿਉਂ? ਪਹਿਲਾਂ ਤੇ ਉਦਾਂ ਹੀ ਦੇਖ ਲਈਏ ਜਿੱਦਾਂ ਉਹ ਕਹਿੰਦੇ ਆ ਵੀ ਯਾਰ ਅਸੀਂ ਨਹੀਂ ਸਾਂਭ ਸਕੇ ਤੇ ਉਧਰ ਚੱਲ ਗਏ, ਇਹਦਾ ਮਤਲਬ ਵੀ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਸੀ, ਉਹ ਵਾਕਿਆ ਕੁਝ ਚੰਗਾ ਕਰਨਾ ਚਾਹੁੰਦੇ ਸੀ, ਇੱਧਰੋਂ ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਉਧਰੋਂ ਮੌਕਾ ਮਿਲ ਗਿਆ। ਦੂਜੀ ਗੱਲ, ਮੈਂ ਇਹ ਨਹੀਂ ਕਹਿੰਦਾ ਵੀ ਕੀ ਹੋਣਾ ਕੀ ਨਹੀਂ ਹੋਣਾ, ਇਹਦੇ ਨਾਲ ਹੀ ਰਲਦਾ ਮਿਲਦਾ ਜਿਹਾ ਬਿਆਨ 2017 ਦੇ ਨਤੀਜਿਆਂ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਦਿੱਤਾ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਮਹਾਰਾਜ ਉੱਧਰ ਤਾਂ ਉਹ ਜੀ ਕਹਿੰਦੇ ਵੀ ਅਕਾਲੀ ਦਲ ਤਾਂ ਸਾਡੇ ਤੋਂ ਪਛੜ ਗਿਆ ਜੀ, ਅਸੀਂ ਤਾਂ ਵਿਰੋਧੀ ਧਿਰ ਬਣ ਗਏ, ਕੀ ਗੱਲਾਂ ਕਰਦੇ, ਕਹਿੰਦੇ ਆਪਣੇ ਹੀ ਬੰਦੇ ਸੀ ਉਹਨਾਂ 'ਚ, ਉਹ ਕਿਹੜਾ ਦੂਰ ਨੇ, ਕੋਈ ਗੱਲ ਨਹੀਂ, ਥੋੜ੍ਹੇ ਦਿਨ ਤੁਸੀਂ ਰੁਕ ਜਾਓ, ਇੱਥੇ ਹੀ ਆ ਜਾਣੇ ਤੁਹਾਡੇ ਨਾਲ ਹੀ। ਐਂਡ ਜਿਵੇਂ ਉਹਨਾਂ ਨੇ ਕਿਹਾ ਉੱਦਾਂ ਹੋਇਆ ਵੀ, ਮਤਲਬ ਉਹ ਤੋਂ ਬਾਅਦ ਕੁਝ ਕੁ ਹਫ਼ਤਿਆਂ ਦੇ ਵਿੱਚ ਹੀ ਲੋਕਾਂ ਨੇ ਵੇਖ ਲਿਆ, ਅੱਛਾ ਫਲਾਨਾ ਵੀ ਗਿਆ, ਫਲਾਨਾ ਵੀ ਗਿਆ, ਫਲਾਨਾ ਵੀ ਗਿਆ। ਉਦੋਂ ਤਾਂ ਚਲੋ ਤਾਂ ਅਗਲੇ ਮੋੜ ਆਏ ਕਿਉਂਕਿ ਵਿਧਾਇਕ ਬਣ ਨਹੀਂ ਸਕੇ। ਹੁਣ ਇੱਧਰਲੇ ਪਾਸੇ ਵਿਧਾਇਕ ਬਣ ਗਏ ਨੇ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਵੀ ਮੁੰਡੇ ਸਾਡੇ ਹੀ ਨੇ। ਹੁਣ ਇਹ ਜ਼ਰੂਰ ਆਮ ਆਦਮੀ ਖਿਆਲ ਰੱਖੇ ਵੀ ਜੇ ਉਹਨਾਂ ਨੂੰ ਲੈ ਕੇ ਆਈ ਆ ਪਾਰਟੀ ਤੇ ਕਿਤੇ ਅਗਲੇ ਇਹ ਨਾ ਕਹਿਣ ਵੀ ਜਿੱਥੋਂ ਅਸੀਂ ਸਿਆਸਤ ਸਿੱਖੀ ਸੀ ਉਹਨਾਂ ਨਾਲ ਵੀ ਸੰਬੰਧ ਨੇ, ਅਗਲੇ ਕਹਿਣ ਵੀ ਯਾਰ ਸਿੱਖੀ ਜ਼ਰੂਰ ਸੀ, ਸਿਆਸਤ ਉੱਧਰੋਂ ਮੌਕਾ ਮਿਲਿਆ ਨਹੀਂ, ਹੁਣ ਸਾਡੀ ਪਾਰਟੀ ਇਹ ਆ ਤੇ ਅਸੀਂ ਇਹਨਾਂ ਦੇ ਨਾਲ ਆ। ਇਹ ਮੈਂ ਨਹੀਂ ਕਹਿੰਦਾ ਵੀ ਉਹ ਵਿਤਕਰਾ ਕਰਨ, ਪਰ ਹਾਂ ਜ਼ਰੂਰ ਨਜ਼ਰ ਥੋੜ੍ਹੀ ਜਿਹੀ ਰੱਖਣ ਦੀ ਲੋੜ ਹੁੰਦੀ ਹੈ ਕਿਸੇ ਵੇਲੇ ਵੀ ਮਹਾਰਾਜ ਪਤਾ ਹੀ ਬਾਅਦ 'ਚ ਲੱਗਦਾ। ਉਹ ਕਹਿੰਦੇ ਵੀ ਆਹ ਸੀਗੇ ਤੇ ਆਪਣੇ ਹੀ ਨਹੀਂ, ਫਰਕ ਹੈ। ਸੰਧਾਲੀਆ ਸਾਹਿਬ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਬਿਆਨ ਦਿੰਦੇ ਸੀ ਉਹ ਕਹਿੰਦੇ ਅਸੀਂ ਭੇਜੇ ਆ, ਬਾਜਵਾ ਸਾਹਿਬ ਕਹਿੰਦੇ ਜੀ ਸਾਡੇ ਤੋਂ ਸਾਂਭ ਨਹੀਂ ਹੋਏ। ਇੰਨਾ ਕੁ ਫਰਕ ਹੈ।
ਹੋਰ ਬਾਕੀ ਜਿਹੜੇ ਅਕਾਲੀ ਦਲ ਦੇ ਵਿੱਚੋਂ ਗਏ ਸੀ ਉਹ ਬਹੁਤੇ ਹਾਰ ਗਏ ਸੀ, ਜਿਹੜੇ ਇਹਨਾਂ ਦੇ ਵਿੱਚੋਂ ਗਏ ਆ ਉਹ ਬਹੁਤੇ ਜਿੱਤ ਗਏ ਆ। ਤੇ ਵੈਸੇ ਵੀ ਤੁਸੀਂ ਇਹ ਦੇਖੋ ਕਿ ਮੰਨ ਲਓ ਕਿ ਮੇਲੇ ਨੂੰ 2 ਟਰਾਲੀਆਂ ਚੱਲੀਆਂ, ਇੱਕ ਟਰਾਲੀ ਦੇ ਵਿੱਚੋਂ ਮੈਂ ਉਤਰ ਕੇ ਦੂਜੀ 'ਚ ਬਹਿ ਗਿਆ, ਉੱਥੇ ਭਰੀ ਹੈ, ਉਹ ਵਧੀਆ ਹਵਾ ਪੂਰੀ ਹੈ, ਟਰੈਕਟਰ ਨਵਾਂ ਆ, ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਉਹ ਟਰਾਲੀ ਟਰੈਕਟਰ ਦੇ ਮਗਰ ਪਾਈ ਹੈ, ਸਭ ਕੁਝ ਠੀਕ ਹੈ, ਕੋਈ ਦਿੱਕਤ ਨਹੀਂ। ਤੇ ਮੈਂ ਦੁਬਾਰਾ ਨਿਕਲ ਉਤਰ ਕੇ ਉਸ ਟਰਾਲੀ ਥੋੜੀ ਜਾਊਂਗਾ ਜਿਹੜੀ ਟਰਾਲੀ ਦਾ ਪਤਾ ਹੀ ਨਹੀਂ ਵੀ ਉਹਨੇ ਪਹੁੰਚਣਾ ਕਿ ਨਹੀਂ ਪਹੁੰਚਣਾ। ਇਹੀ ਮੈਂ ਗੱਲ ਕਰਨ ਲੱਗਿਆ। ਇਹ ਹੁਣ ਲੱਗਦਾ ਨਾ ਜਦੋਂ ਟਰਾਲੀਆਂ ਕਰਾਂ ਤੁਰ ਪੈਣ ਤੇ ਜਿਹੜਾ ਬੰਦਾ ਇਸ ਟਰਾਲੀ ਬੈਠਾ ਹੁੰਦਾ ਯਾਰ ਭੀੜ ਬੜੀ ਆ, ਮੈਂ ਚਾਹੁੰਦਾ ਹਾਂ ਕਿਤੇ ਹਵਾ ਜੀ ਆ ਰਹੇ ਹੋਵਾਂ ਤੇ ਮੈਨੂੰ ਇਹਨਾਂ ਨੇ ਡਾਲੇ ਤੇ ਪਾਇਆ ਯਾਰ ਬੜਾ ਔਖਾ। ਉਧਰੋਂ ਅਚਾਨਕ ਉਧਰੋਂ ਨਿਗਾਹ ਮਾਰਦਾ ਰਹਿ ਜਾਂਦਾ ਇੱਧਰ ਆਉਣਾ ਜਾਂ ਮੜਗਾੜ ਤੇ ਜਾਵਾਂ ਥਾਂ ਖਾਲੀ। ਵੈਸੇ ਸੰਧਾਲੀਆ ਸਾਹਿਬ ਅੱਜ ਤੁਸੀਂ ਫੜੇ ਗਏ ਆ। ਕਿਉਂ ਫੜੇ? ਇਸ ਕਰਕੇ ਗਏ ਤੁਸੀਂ ਮੇਲੇ ਜਾਂਦੇ ਰਹੇ ਕਾਰਾਂ ਕੂਰਾਂ ਦੇ ਉੱਤੇ, ਵਧੀਆ ਦੇ ਉੱਤੇ, ਕਿਉਂਕਿ ਜਿਹਨੂੰ ਡਾਲੇ ਤੇ ਬਹਿਣ ਦਾ ਮੌਕਾ ਮਿਲਦਾ ਉਹ ਪੂਰਾ ਸ਼ਾਹ ਹੀ ਹੁੰਦਾ। ਨਹੀਂ ਮੈਂ ਉੱਥੋਂ ਕਿੱਥੇ ਖੜ ਰਿਹਾ ਉਹ ਨਹੀਂ ਦੇਖਦੇ ਹੁੰਦੇ। ਤੁਸੀਂ ਤਾਂ ਮੰਤਰੀ ਮੰਡਲ 'ਚ ਲੈ ਕੇ ਸਿੱਧਾ ਉਹੀ ਤਾਂ ਮੈਂ ਕਹਿੰਦਾ ਡਾਲੇ ਤੇ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਲੱਗਿਆ ਹੋਵੇ ਵੀ ਯਾਰ ਅਸੀਂ ਤੇ ਜਮਾਂ ਹਵਾ ਹਾਰੇ ਭਾਇਆ ਬੰਦਾ, ਅਗਲਾ ਕੇ ਵੀ ਨਹੀਂ ਟਰਾਲੀ ਲੰਮੀ ਬੁੜਕਦੀ ਹੈ ਯਾਰ, ਸੰਗਲ ਢਿੱਲੇ ਪਤਾ ਨਹੀਂ ਡੇਗਣਾ ਪਈਏ ਕਿਤੇ ਆਪਾਂ। ਇਸ ਕਰਕੇ ਕਹਿੰਦਾ ਵੀ ਅਗਲਾ ਟਰੈਕਟਰ ਤੇ ਮੈਨੂੰ ਮੜਗਾੜ ਤੇ ਕੀ ਪਤਾ ਸਟੀਅਰਿੰਗ ਨਹੀਂ ਫੜਾਉਣ ਨੂੰ ਫਿਰਦਾ। ਮੈਂ ਤਾਂ ਜਸਟ ਗੱਲ ਕੀਤੀ ਠੀਕ ਹੈ ਵੀ ਜੇ ਲਾਲਚ ਹੀ ਆ, ਬਾਕੀ ਆਪਾਂ ਕਿਸੇ ਤੇ ਕੋਈ ਸ਼ੱਕ ਨਹੀਂ ਕਰਦੇ। ਆਪਾਂ ਤੇ ਇਹ ਕਹਿੰਦੇ ਵੀ ਨਵੇਂ ਬੰਦੇ ਆ ਜੀ, ਚੁਣੇ ਆ, એનર્ਜੀ ਆ, ਸਾਰੇ ਕਹਿੰਦੇ ਵੀ ਉਹ ਬਿਆਨ ਮੈਨੂੰ ਵਧੀਆ ਲੱਗਿਆ ਕੁਝ ਐਮਐਲਏ ਸਾਹਿਬਾਨ ਦਾ। ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਸਾਨੂੰ ਇਹ ਸਵਾਲ ਬਿਲਕੁਲ ਨਾ ਪੁੱਛੋ ਵੀ ਤੁਸੀਂ ਹੁਣ ਚੁਣੇ ਗਏ ਹੋ ਤੇ ਤੁਸੀਂ ਫਿਰ ਕੀ ਕਰਨਾ ਜੀ, ਕਿੱਦਾਂ ਫਿਰ ਤੁਹਾਡੀ ਮਤਲਬ ਲੀਡਰੀ। ਉਹ ਕਹਿੰਦੇ ਨਾ ਅਸੀਂ ਲੀਡਰ ਆ ਤੇ ਨਾ ਅਸੀਂ ਖੁਦ ਕੁਝ ਕਰਨਾ। ਲੋਕ ਲੀਡਰ ਨੇ, ਲੋਕਾਂ ਚੁਣਿਆ ਤੇ ਪਾਰਟੀ ਨੇ ਸਾਡੀ ਡਿਊਟੀ ਲਾਉਣੀ ਤੇ ਅਸੀਂ ਡਿਊਟੀ ਨਿਭਾਉਣੀ ਜੀ। ਇਹ ਥੋੜਾ ਜਿਹਾ ਫਰਕ ਲੱਗਾ। ਨਹੀਂ ਫਰਕ ਹੈ, ਦੇਖੋ ਮੈਂ ਫੇਰ ਕਹਿਣਾ ਪਤਾ ਨਹੀਂ ਇਹ ਉਹਨਾਂ ਵਰਗੇ ਹੀ ਆ ਕਿ ਵੱਖਰੇ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਹੁਣ 5 ਸਾਲਾਂ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਹੀ ਪਰਖਣੀ ਆਪਾਂ। ਪਰ ਇੱਕ ਗੱਲ ਵੱਖੀ ਹੈ ਕਿ ਬਾਕੀ ਸਾਰੇ ਪਾਸੇ ਲੌਬਿੰਗ ਹੁੰਦੀ ਸੀ। ਕੋਈ ਦਿੱਲੀ ਨੂੰ ਭੱਜ ਗਿਆ, ਹਾਈ ਕਮਾਂਡ ਤੇ ਇਹਨਾਂ ਦੀ ਵੀ ਦਿੱਲੀ ਹੈ, ਕੋਈ ਭਗਵੰਤ ਮਾਨ ਦੇ ਘਰ ਮੂਹਰੇ ਚੱਕਰ ਲਾਉਂਦਾ ਫਿਰੇ, ਕੋਈ ਇੱਧਰਲੇ ਪਾਸਿਓਂ ਕਿ ਭਾਈ ਇਹਦੇ ਕੋਟੇ 'ਚੋਂ ਮੰਤਰੀ ਬਣਨੇ। ਅਜੇ ਤੱਕ ਉੱਦਾਂ ਦੀ ਗੱਲ ਨਜ਼ਰ ਨਹੀਂ ਆਉਂਦੀ। ਹਾਂ ਅੰਦਰ ਖਾਤੇ ਕੀ ਹੁੰਦਾ ਉਹ ਆਮ ਆਦਮੀ ਪਾਰਟੀ ਵਾਲੇ ਜਾਣਦੇ ਆ। ਨਹੀਂ ਚਲੋ ਆਪਾਂ ਤੁਸੀਂ ਜਿੱਦਾਂ ਹੁਣ ਬਿਲਕੁਲ ਹੀ ਉਹਨਾਂ ਨੂੰ ਆਖੀ ਜਾਂਦੇ ਵੀ ਸਹੀ ਨੇ, ਮੈਂ ਇਹਨਾਂ ਨੂੰ ਅਜੇ ਇੰਨਾ ਸਹੀ ਮੰਨਦਾ। ਕਿਹਨਾਂ ਨੂੰ? ਆਮ ਆਦਮੀ ਪਾਰਟੀ। ਮੈਂ ਕਦੋਂ ਕਿਹਾ ਸਹੀ? ਨਹੀਂ ਮੈਂ ਤਾਂ ਸਿਰਫ ਨਹੀਂ ਮੈਂ ਕਿਹਾ ਕਦੋਂ ਕਿਹਾ, ਮੈਨੂੰ ਸਾਬਤ ਕਰਕੇ ਦੱਸੋ। ਨਹੀਂ ਸਹੀ ਦਾ ਮਤਲਬ ਵੀ ਉਹਨਾਂ ਦੇ ਧੜੇਬੰਦੀ ਵਾਲੀ ਗੱਲਬਾਤ। ਨਹੀਂ ਅੰਦਰ ਖਾਤੇ ਮੈਂ ਕਿਹਾ ਪਤਾ ਨਹੀਂ ਕੀ ਚੱਲਦਾ, ਪਰ ਅੱਗੇ ਤਾਂ ਹੁੰਦਾ ਸੀ ਨਾ ਵੀ ਉਹ ਦਿੱਲੀ ਗਏ ਆ ਜੀ। ਉਹ ਕੀ ਹੋਇਆ? ਨਹੀਂ ਜੀ ਉਹ ਹੁਣ ਆਮ ਤੌਰ ਤੇ ਇਹੀ ਹੁੰਦਾ ਜੀ। ਚੰਨੀ ਸਾਹਿਬ ਜਦੋਂ ਬਣੇ ਕੋਈ ਬੰਦਾ ਕਹਿੰਦਾ ਸੀ ਮੈਂ ਅੰਬਿਕਾ ਸੋਨੀ ਦੇ ਕੋਟੇ 'ਚੋਂ ਆ, ਕੋਈ ਬੰਦੇ ਹਨਾ ਕੋਈ ਬੰਦੇ ਦੇ ਕੋਟੇ 'ਚੋਂ। ਇਹ ਜਿੱਦਾਂ ਹੁੰਦਾ ਨਾ ਵੀ ਉਹ ਇੱਕ ਕਾਂਗਰਸ ਪਾਰਟੀ ਕਿਉਂਕਿ ਪੁਰਾਣੀ ਉਹਨਾਂ ਦੇ ਤੇ ਹੁਣ ਰੁੱਖ ਬਣੇ ਨਜ਼ਰ ਆਉਂਦੇ ਨਾ ਵੀ ਇਹ ਫਲਾਣੇ ਬੋਰਡ ਦੀ ਛਾਵੇਂ ਹੋਇਆ ਤੇ ਆ ਫਲਾਣੇ ਬੋਰਡ ਦੀ ਛਾਂ ਵਾਲਾ। ਇੱਧਰ ਅਜੇ ਕੰਮ ਸ਼ੁਰੂ, ਇੱਧਰੋਂ ਲਿਫਾਫੇ ਨਹੀਂ ਨਿੱਕੇ ਨਿੱਕੇ ਪਨੀਰੀ ਬੀਜੀ ਹੁੰਦੀ, ਉਹ ਲਿਫਾਫੇ 'ਚ ਪਨੀਰੀ ਪਿਛਲੀ ਵਾਰ ਦੀ ਵੀ ਬੀਜੀ ਸੀਗੀ, ਵਿੱਚੋਂ ਵੀ ਉਦੋਂ ਚਰਚਾ ਜੀ ਚੱਲਣ ਲੱਗ ਪਈ ਸੀ ਜਦੋਂ ਵੀ ਅੱਛਾ ਯਾਰ ਇਹ ਹੁਣ ਚੀਮਾ ਸਾਹਿਬ ਬਣਨਗੇ ਜਾਂ ਫਿਰ ਨਹੀਂ ਬੀਬੀ ਬਲਜਿੰਦਰ ਕੌਰ ਉਹਨਾਂ ਦਾ ਨਾਂ ਚੱਲਦਾ। ਉਹ ਪਤਾ ਨਹੀਂ ਜੀ ਕੀ ਗੱਲ ਹੈ, ਮਾਨ ਸਾਹਿਬ ਵੀ ਥੋੜ੍ਹੇ ਠੀਕ ਨਹੀਂ ਜਾਪਦੇ, ਪਤਾ ਨਹੀਂ ਅਮਨ ਅਰੋੜਾ ਸਾਹਿਬ ਵੀ ਕੁਛ ਠੀਕ ਨਹੀਂ ਲੱਗ ਰਿਹਾ ਪਾਰਟੀ ਦੇ ਨਾਲ। ਮਤਲਬ ਕਈ ਨਾਂ ਮੈਂ ਇਹ 2-4 ਤਾਂ ਵੈਸੇ ਹੀ ਨਾਂ ਲੈ ਤੇ, ਮਤਲਬ ਹਰੇਕ ਬੰਦੇ ਦਾ ਨਾਂ ਵਿੱਚ ਚੱਲਦਾ ਸੀ ਯਾਰ ਵੀ ਫਲਾਨਾ ਫਲਾਨੀ ਗੱਲੋਂ ਨਾਰਾਜ਼ ਆ, ਢੀਂਗੜਾ ਢੀਂਗੜੇ ਗੱਲੋਂ ਨਾਰਾਜ਼ ਆ। ਹੁਣ ਕਾਰਨ ਇਹ ਆ ਵੀ ਜੇ ਉਹ ਉਦੋਂ ਵਾਲੀ ਪਨੀਰੀ ਸੀਗੀ, ਜੇ ਉਹ ਮਾੜੀ ਸੀ ਤੇ ਉਹਨੂੰ ਉੱਥੇ ਹੀ ਲਿਫਾਫਾ ਗੁੱਛੀ ਕਰਕੇ ਤੇ ਸਾਈਡ ਤੇ ਕਰ ਦੇਣ। ਇਹ ਨਾ ਹੋਵੇ ਵੀ ਉਹਨਾਂ ਲਿਫਾਫਿਆਂ 'ਚੋਂ ਕੋਈ ਨਾ ਕੋਈ ਪਨੀਰੀ ਪੁੰਗਰ ਕੇ ਤੇ ਜਿੱਦਾਂ ਅੱਜ ਕਾਂਗਰਸ ਦੇ ਜਾਂ ਉਹ ਕਹਿ ਲਓ ਕਿ ਵੀ ਵਿਰੋਧੀਆਂ ਦੇ ਬਣੇ ਆ ਬੋਰਡ, ਉਹੋ ਜਿਹਾ ਕੋਈ ਬੋਰਡ ਬਣ ਜਾਏ ਤੇ ਫਿਰ ਲੱਗਣੇ ਸੀਗੇ। ਤੇ 92 ਜਦੋਂ 22 'ਚ ਬਣੀ ਸਰਕਾਰ, ਮੰਨ ਲਓ ਆਪਾਂ 25-26 'ਚ ਗੱਲ ਕਰਨ ਜਾ ਕੇ, ਫਿਰ 10 ਉਹਦੇ ਨਾਲ ਹੋ ਗਏ, 12 ਉਹਦੇ ਨਾਲ ਹੋ ਗਏ, 25 ਉਹਦੇ ਕੋਲ ਸੀ ਤੇ ਮੁੱਖ ਪਾਰਟੀ ਕਹਿੰਦੀ ਸਾਡੇ ਕੋਲੇ 45 ਨੇ। ਉਹ ਨਾ ਦਿਨ ਵੇਖਣੇ ਪੈਣਾ, ਆਪਾਂ ਗੱਲ ਕਰਦੇ ਜੀ। ਨਹੀਂ ਉਧਰਲੇ ਪਾਸੇ ਨੂੰ ਨਾ ਜਾਵੇ। ਹੁਣ ਆਪਾਂ ਭਗਵੰਤ ਮਾਨ ਹੋਰਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਪਹਿਲੇ ਦਿਨ ਟਵੀਟ ਕਰ ਦਿੱਤਾ ਕਿ ਮੈਂ ਅੱਜ ਕੁਝ ਖਾਸ ਐਲਾਨ ਕਰਨਾ ਹੈ। ਫਿਰ ਐਲਾਨ ਕਰ ਦਿੱਤਾ ਕਹਿੰਦੇ ਜੀ 23 ਮਾਰਚ ਨੂੰ, ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਹੋਰਾਂ ਦਾ ਸ਼ਹੀਦੀ ਦਿਹਾੜਾ ਹੈ, ਉਧਰ ਨੂੰ ਕਹਿੰਦੇ WhatsApp ਨੰਬਰ ਜਾਰੀ ਕਰਨਾ ਤੇ ਜਿਹੜਾ ਪਰਸਨਲ ਹੋਊਗਾ, ਤੁਹਾਡੇ ਕੋਲੋਂ ਕੋਈ ਰਿਸ਼ਵਤ ਮੰਗਦਾ ਮਨਾ ਨਹੀਂ ਕਰਨਾ, ਰਿਸ਼ਵਤ ਦੇਣੀ ਹੈ। ਆਡੀਓ ਤੇ ਵੀਡੀਓ ਰਿਕਾਰਡਿੰਗ ਕੁਛ ਕਰ ਲਿਓ ਦੋਨਾਂ ਦੇ ਵਿੱਚੋਂ, ਬਸ ਮੈਨੂੰ ਭੇਜ ਦੇਣੀ ਆ, ਉਹਦੇ ਤੋਂ ਬਾਅਦ ਤੁਹਾਡਾ ਕੰਮ ਖਤਮ ਤੇ ਮੇਰਾ ਸ਼ੁਰੂ। ਤੇ ਨਾਲ ਹੀ ਉਹਨਾਂ ਨੇ ਕਹਿਤਾ ਕਿ 99% ਬੰਦੇ ਚੰਗੇ ਆ, 1% ਹੀ ਦਾਗੀ ਨੇ ਜਿਨ੍ਹਾਂ ਦੇ ਕਰਕੇ ਸਾਰਾ ਸਿਸਟਮ ਖਰਾਬ ਹੋਇਆ ਪਿਆ ਤੇ ਹੁਣ ਆਪਾਂ ਆਮ ਲੋਕਾਂ ਨੂੰ ਸਮੱਸਿਆ ਦੇ ਵਿੱਚੋਂ ਬਾਹਰ ਕੱਢਣਾ। ਬੜੀ ਚੰਗੀ ਗੱਲ ਹੈ ਸੰਧਾਲੀਆ ਸਾਹਿਬ ਜੇ ਇਧਰਲੇ ਪਾਸੇ ਨੂੰ ਤੁਰਿਆ, ਕਿਉਂਕਿ ਜੇ ਪਹਿਲੇ ਦਿਨ ਇਹ ਕਹਿੰਦੇ ਜੇ ਅਸੀਂ ਸਿਲੰਡਰ ਦੇਣਾ ਹੈ, 1000 ਰੁਪਈਆ ਦੇਣਾ ਹੈ, ਜੇ ਅਸੀਂ ਆਹ ਮਾਫ ਕਰ ਦਿੱਤਾ, ਉਹ ਮਾਫੀ ਘਟਦੀ ਹੋਣੀ ਸੀ, ਰਿਸ਼ਵਤ ਲੋਕਾਂ ਨੂੰ ਵੱਧ ਹੀ ਦੇਣੀ ਪੈਂਦੀ ਹੈ। ਇਹ ਪੰਜਾਬ ਦਾ ਇੱਕ ਦਰਦ ਹੈ, ਇੱਕ ਦੁੱਖ ਹੈ, ਇੱਕ ਜ਼ਖਮ ਹੈ। ਜੇ ਤਾਂ ਉਹਨੂੰ ਭਰਨ ਦੀ ਪੂਰਨ ਦੀ ਕੋਸ਼ਿਸ਼ ਕਰਨ ਤਾਂ ਵਧੀਆ, ਜੇ ਪ੍ਰੈਕਟੀਕਲੀ ਲਾਗੂ ਹੋ ਜਾਵੇ ਤਾਂ ਬਹੁਤ ਚੰਗਾ, ਬਾਕੀ ਆਉਣ ਵਾਲਾ ਜੇ ਸਮਾਂ ਦੱਸੇਗਾ। ਤੇ ਦੇਸੀ ਭਾਸ਼ਾ 'ਚ ਵੇਖੀਏ ਤੇ ਠੀਕ ਲੱਗਦੀ ਹੈ ਗੱਲ। ਇਹ ਉਦਾਂ ਹੀ ਆ ਵੀ ਜਿਹੜੇ ਪੀਪੇ ਦੀ ਗੱਲ ਬੜੀ ਦੇਰ ਤੋਂ ਹੁੰਦੀ ਸੀ ਵੀ ਖਾਲੀ ਹੈ ਜੀ, ਤੇ ਹਰੇਕ ਬੰਦਾ ਕਹਿੰਦੇ ਉਹ 'ਚ ਮੋਰੀਆਂ ਨੇ ਵੀਰ ਜੀ, ਉਹਨਾਂ ਦਾ ਕੁਛ ਸੋਚੋ। ਇਹ ਜਿਹੜਾ ਬਿਆਨ ਹੈ ਉਹਨਾਂ 'ਚੋਂ ਇੱਕ ਅੱਧੀ ਮੋਰੀ ਜਿਹੜੀ ਕਿ ਥੋੜੀ ਵੱਡੀ ਸੀਗੀ,
ਉਸ ਮੋਰੀ ਨੂੰ ਬੰਦ ਕਰਨ ਦੀ ਗੱਲ ਲੱਗਦੀ ਆ। ਤੇ ਹੁਣ ਹੋ ਸਕਦਾ ਵੀ ਇਹੋ ਜਿਹੀਆਂ ਮੋਰੀਆਂ ਮਾਰੀਆਂ ਬੰਦ ਕਰਕੇ ਫਿਰ ਕਿਤੇ ਪੀਪੇ ਦੇਖਣ ਕਿੱਦਾਂ ਜੀ, ਉਹਦੀ ਹੁਣ ਥੋੜ੍ਹੀ ਜਿਹੀ ਭਾਨ ਖੜਕਦੀ ਹੈ। ਓਕੇ, ਹੁਣ ਥੋੜ੍ਹਾ ਲੋਕਾਂ ਨੂੰ ਦੇਣਾ ਸ਼ੁਰੂ ਕਰੋ। ਤੇ ਜੇ ਪਹਿਲੀ ਸੈਟੀ ਅਗਲੇ ਕਹਿੰਦੇ ਵੀ ਅਸੀਂ ਨਾ ਪੀਪਾ ਖੜਕਾ ਕੇ ਇੱਕ ਨਾ ਮੂਧਾ ਮਾਰ ਕੇ ਝਾੜ ਕੇ ਅਖਬਾਰ 'ਤੇ ਪਾ ਕੇ ਵਿੱਚੋਂ ਘਟਾ ਘਟਾਇਆ ਛਾਣ ਕੇ, ਤੇ ਜਿਹੜੀਆਂ 4 ਪੌਲੀਆਂ ਧੇਲੀਆਂ ਮਿਲੀਆਂ ਉਹ ਆਪਾਂ ਲੋਕਾਂ ਨੂੰ ਵੰਡਣੀਆਂ ਨੇ, ਫਿਰ ਹੋ ਸਕਦਾ ਗੱਲ ਹੋਰ ਹੁੰਦੀ। ਪਰ ਇੱਕ ਗੱਲ ਆ, ਭਗਵੰਤ ਮਾਨ ਸਾਹਿਬ ਦੇ ਇਸ ਬਿਆਨ ਦੇ ਨਾਲ ਕੇਜਰੀਵਾਲ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਉਹ ਕਹਿੰਦੇ ਮੈਂ ਬੜਾ ਖੁਸ਼ ਹਾਂ ਵੀ ਕੱਟੜ ਇਮਾਨਦਾਰ ਮੁੱਖ ਮੰਤਰੀ ਮਿਲਿਆ ਪੰਜਾਬ ਨੂੰ। ਤੇ ਜਿਹੜਾ ਕੰਮ ਅਸੀਂ ਉਦੋਂ ਕਹਿੰਦੇ ਉਦੋਂ ਉਹਨਾਂ ਕੋਲੇ ਸੀਗੀ ਐਂਟੀ ਕਰਪਸ਼ਨ ਬਿਊਰੋ, ਉਹ ਕਹਿੰਦੇ 49 ਦਿਨ ਦੀ ਸਰਕਾਰ ਸੀ, ਅਸੀਂ ਜਿਸ ਹਿਸਾਬ ਨਾਲ ਹੁਕਮ ਦਿੱਤਾ ਤੇ ਨਾਲ ਹੀ ਪੂਰੀ ਦਿੱਲੀ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ। ਪਰ ਸਾਨੂੰ ਸਰਕਾਰ ਨੇ ਨਹੀਂ ਕਰਨ ਦਿੱਤਾ। ਕੇਂਦਰ ਸਰਕਾਰ ਦੀ ਉਹ ਗੱਲ ਕਰਦੇ ਵੀ ਸਾਡੇ ਕੋਲੋਂ ਮਹਿਕਮਾ ਲੈ ਲਿਆ ਜੀ, ਪਰ ਉਹਦੇ ਬਾਵਜੂਦ ਵੀ ਅਸੀਂ ਕਰਪਸ਼ਨ ਰੋਕਤੀ। ਪਰ ਹੁਣ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਕੋਲੇ ਫੁੱਲ ਫਲੈਸ਼ ਸਰਕਾਰ ਆ, ਤੇ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਵੀ ਮਹਾਰਾਜ ਕਰਪਸ਼ਨ ਹੁੰਦੀ ਕੀ ਆ, ਤੁਸੀਂ ਵੇਖੋਗੇ, ਲੱਭੋਗੇ ਕਰ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਾਹਿਬ, ਕੇਜਰੀਵਾਲ ਸਾਹਿਬ ਨੇ ਦੋਹਰ ਪਾਈ ਹੈ, ਕਿਉਂਕਿ ਉਹਨਾਂ ਦੋਹਰ ਪਾਉਣਾ ਜਦੋਂ ਬਾਈ ਦਾ ਦੋਹਰ ਪਾ ਦਿਓ ਯਾਰ, ਇਹ ਕਰਿਆ ਮਲਾਈ ਵਰਗਾ ਖੇਤ ਕਰ ਦਿਓ। ਉਹਨਾਂ ਨੇ ਮਲਾਈ ਵਰਗਾ ਖੇਤ ਕਰ ਦਿੱਤਾ। ਕੇਜਰੀਵਾਲ ਸਾਹਿਬ ਦਾ ਧੰਨਵਾਦ। ਪਰ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਣਾ, ਵੱਡੇ ਬਾਦਲ ਸਾਹਿਬ ਨੇ ਵੀ ਇੱਕ ਵਾਰੀ 25,000 ਦੀ ਇਨਾਮੀ ਰਾਸ਼ੀ ਸ਼ੁਰੂ ਕੀਤੀ ਸੀ ਮੁੱਖ ਮੰਤਰੀ ਬਣ ਕੇ, ਕਿ ਰਿਸ਼ਵਤਖੋਰ ਨੂੰ ਫੜਾਓ, ਤੁਹਾਨੂੰ 25,000 ਦੇਵਾਂਗੇ, ਨਾ ਪਤਾ ਗੁਪਤ। ਸ਼ੁਰੂ ਹੋਇਆ ਸੀ, ਮੇਰੇ ਖਿਆਲ ਇੱਕ ਅੱਧੇ ਬੰਦੇ ਨੂੰ ਮਿਲਿਆ ਵੀ ਹੋਣਾ। 2-3 ਮਹੀਨੇ ਚਰਚਾ ਬੜੀ ਰਹੀ ਸੀ, ਬਾਅਦ ਵਿੱਚ ਉਹ ਠੰਡੀ ਪੈ ਗਈ ਸੀ ਯੋਜਨਾ, ਕਦੇ ਕਿਸੇ ਨੇ ਜ਼ਿਕਰ ਨਹੀਂ ਕੀਤਾ। ਕੈਪਟਨ ਸਾਹਿਬ ਵੀ ਆਣ ਕੇ ਕਹਿੰਦੇ ਸੀ ਰਿਸ਼ਵਤ ਵਾਲਾ ਕੰਮ ਨਹੀਂ, ਪਰ ਚੱਲੀ ਜਾਂਦਾ ਸੀ ਕੰਮ। ਹੁਣ ਭਗਵੰਤ ਮਾਨ ਹੋਰਾਂ ਨੇ ਕਹਿ ਦਿੱਤਾ, ਮੈਂ ਕਹਿੰਦਾ ਕਿ ਇਹਦੇ ਤੋਂ ਵਧੀਆ ਕੰਮ ਕੋਈ ਨਹੀਂ ਹੋ ਸਕਦਾ। ਇਹ 'ਚ ਰੁਪਈਆ ਨਹੀਂ ਲੱਗਦਾ, ਇਹ 'ਚ ਧੇਲਾ ਨਹੀਂ ਲੱਗਦਾ, ਨਾ ਰਾਜਪਾਲ ਨਾ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਲੋੜ ਆ, ਨਾ ਸੰਵਿਧਾਨ 'ਚ ਤਬਦੀਲੀ ਕਰਾਉਣੀ ਪੈਣੀ ਆ, ਕੋਈ ਲੋੜ ਨਹੀਂ। ਪਰ 5-7 ਪੱਧਰ ਨੇ ਸੰਧਾਲੀਆ ਸਾਹਿਬ ਜਿੱਥੇ ਥੋੜ੍ਹਾ ਜਿਹਾ ਧਿਆਨ ਰੱਖਣਾ ਪੈਣਾ। ਪਹਿਲੀ ਗੱਲ, ਇੱਕ ਸਿਸਟਮ ਉੱਪਰੋਂ ਬੰਦ ਹੋਣਾ ਤੇ ਇੱਕ ਥੱਲਿਓਂ ਬੰਦ ਹੋਣਾ, ਵਿਚਾਲੇ ਤਾਂ 3-4 ਚੀਜ਼ਾਂ ਨੇ, ਕਿਉਂਕਿ ਥੱਲੇ ਲੋਕ ਨੇ, ਉੱਪਰ ਸਰਕਾਰ ਹੈ, ਵਿਚਾਲੇ ਅਫਸਰਸ਼ਾਹੀ ਹੈ ਜਿਹਨੇ ਲਾਗੂ ਕਰਨੇ ਆ ਹੁਕਮ। ਹੁਣ ਉੱਪਰਲੇ ਪਾਸਿਓਂ ਦੋਸ਼ ਇਹ ਲੱਗਦਾ ਹੁੰਦਾ ਸੀ ਕਿ ਅਫਸਰ ਉੱਪਰਲੇ ਪਾਸੇ ਪੈਸੇ ਭੇਜਦੇ ਆ, ਮਹੀਨਾ ਕਹਿ ਲਓ, ਹਫਤਾ ਕਹਿ ਲਓ, ਵਗਾਰ ਕਹਿ ਲਓ, ਕੁਛ ਵੀ ਕਹਿ ਲਓ, ਕਿ ਉਹਨਾਂ ਨੂੰ ਉੱਪਰ ਦੇਣੇ ਪੈਂਦੇ ਸੀ। ਜੇ ਤਾਂ ਉੱਪਰਲੇ ਪਾਸੇ ਉਹ ਅਗਲੇ ਮਹੀਨਾ ਮੰਗਣਾ ਬੰਦ ਕਰ ਦੇਣਗੇ ਕਿ ਭਾਈ ਸਿਸਟਮ ਹੀ ਖਤਮ ਹੋ ਗਿਆ, ਕਿ ਤੁਸੀਂ ਡੀਐਸਪੀ ਲੱਗੇ ਹੋ, ਤੁਸੀਂ ਐਸਪੀ ਲੱਗੇ ਹੋ, ਤੁਸੀਂ ਥਾਣੇਦਾਰ ਲੱਗੇ ਹੋ, ਤਹਿਸੀਲਦਾਰ ਲੱਗੇ ਹੋ, ਨਾਇਬ ਤਹਿਸੀਲਦਾਰ ਲੱਗੇ ਹੋ, ਈਓ ਲੱਗੇ ਹੋ, ਕੋਈ ਫਰਕ ਨਹੀਂ ਪੈਂਦਾ, ਸਿੰਚਾਈ ਮਹਿਕਮੇ 'ਚੋਂ, ਨਹਿਰੀ ਮਹਿਕਮੇ 'ਚੋਂ, ਮਾਲ ਮਹਿਕਮੇ 'ਚੋਂ, ਮੰਡੀ ਬੋਰਡ ਦੇ ਵਿੱਚੋਂ, ਤੁਸੀਂ ਉੱਪਰ ਕਿਸੇ ਨੂੰ ਪੈਸੇ ਨਹੀਂ ਦੇਣੇ ਇਕੱਠੇ ਕਰਕੇ। ਜੇ ਉੱਪਰੋਂ ਪੈਸੇ ਲੈਣੇ ਬੰਦ ਹੋ ਗਏ, ਅਫਸਰ ਦੇ ਉੱਤੇ ਪ੍ਰੈਸ਼ਰ ਘਟ ਜਾਊਗਾ। ਪਹਿਲੀ ਗੱਲ, ਇੱਕ ਇਹ ਫੈਕਟਰ ਹੈ। ਦੂਸਰਾ, ਜਿਨ੍ਹਾਂ ਦੇ ਉੱਤੇ ਠੋਕ ਕੇ ਕਾਰਵਾਈ ਕਰਨ ਦੀ ਲੋੜ ਹੈ, ਜਿਨ੍ਹਾਂ ਨੂੰ ਖੂਨ ਲੱਗ ਗਿਆ ਮੂੰਹ ਨੂੰ ਕਿ ਭਾਈ ਜਿਹੜਾ ਵੀ ਆ ਜਾਵੇ ਅਸੀਂ ਰੰਦ ਦੇਣਾ ਬਸ ਫੜ ਕੇ, ਕਿ ਫਾਈਲ ਬਿਨਾਂ ਨੋਟਾਂ ਦੇ ਟਾਇਰ ਲੱਗਿਆਂ ਅੱਗੇ ਜਾਣੇ ਹੀ ਨਹੀਂ, ਉਹਨਾਂ ਦੇ ਉੱਤੇ ਠੋਕ ਕੇ ਕਾਰਵਾਈ ਹੋਣ ਦੀ ਲੋੜ ਹੈ। ਜਾਣੀ ਇੱਕ ਉੱਪਰਲੇ ਪਾਸੇ ਹੋ ਗਿਆ ਕਿ ਮਹੀਨਾ ਨਾ ਆਵੇ, ਦੂਸਰਾ ਹੋ ਗਿਆ ਕਿ ਬਦਲੀਆਂ, ਨਿਯੁਕਤੀਆਂ, ਮਲਾਈਦਾਰ ਜਿਹੜੀਆਂ ਅਸਾਮੀਆਂ ਨੇ, ਡਿਪਾਰਟਮੈਂਟ ਨੇ ਜਾਂ ਸੀਟਾਂ ਨੇ, ਉਹਨਾਂ ਦੇ ਉੱਤੇ ਪੈਸੇ ਦੇ ਕੇ ਨਾ ਅਗਲੇ ਨੂੰ ਜਾਣਾ ਪਵੇ। ਉਹ ਮੈਰਿਟ ਦੇ ਆਧਾਰ ਦੇ ਉੱਤੇ ਲੋਕਾਂ ਨੇ ਕਰ ਸਕਣ ਵਾਲੇ ਕੰਮ ਦੇ ਆਧਾਰ ਤੇ ਕੰਮ ਕਰਨ, ਅਫਸਰ ਦਾ ਪੈਸਾ ਲੱਗੇ ਨਾ, ਫਿਰ ਠੋਕ ਕੇ ਉਹਦੇ ਉੱਤੇ ਨਜ਼ਰ ਰੱਖੀ ਜਾ ਸਕਦੀ। ਤੀਸਰੀ ਗੱਲ, ਬਹੁਤ ਵਾਰ ਲੋਕ ਵੀ ਕਹਿੰਦੇ ਯਾਰ ਪੈਸੇ ਲਾਓ ਤੇ ਕੰਮ ਕਰੋ। ਲੋਕ ਕਿਉਂ ਕਹਿੰਦੇ ਆ? ਮੰਨ ਲਓ ਕਿਤੇ 10 ਬੰਦਿਆਂ ਦਾ ਕੰਮ ਹੈ, ਬੰਦੇ ਉੱਥੇ 2 ਨੇ, ਦਿਹਾੜੀਆਂ 3 ਭੱਜਦੀਆਂ, ਬੰਦਾ ਕਹਿੰਦਾ ਯਾਰ 200 ਰੁਪਈਆ ਮੱਥੇ ਮਾਰੋ, 600 ਦਾ ਖਰਚ ਹੋ ਜਾਣਾ, ਨਹੀਂ ਤਾਂ 200 ਰੁਪਈਆ ਦਿਓ। ਉਹਨਾਂ ਨੂੰ ਪਤਾ ਲੈਂਦਾ ਲੋਕ ਕਾਲੇ ਨੇ, ਪੈਸੇ ਦੇ ਕੇ ਕੰਮ ਕਰਾਉਣਾ ਚਾਹੁੰਦੇ ਆ। ਲੋਕਾਂ ਦੀ ਇੱਕ ਮਜਬੂਰੀ ਵੀ ਹੈ ਤੇ ਕਈ ਤੁਹਾਡੇ ਵਰਗੇ ਬੰਦਿਆਂ ਦਾ ਸਟੇਟਸ ਵੀ ਹੈ, ਜਿਹੜੇ ਵੱਡੇ ਬੰਦੇ ਆ ਵੀ ਭਾਈ ਹੁਣ ਦਾਸ ਖੜੂ, ਐਡਾ ਵੱਡਾ ਪੱਤਰਕਾਰ ਗੁਰਪ੍ਰੀਤ ਸੰਧਾਲੀਆ, ਐਵੇਂ ਲੋਕ ਵੀ ਆ ਕੇ ਮੇਰੇ ਤੇ ਕੱਲ ਹੀ ਲਾਈ ਜਾਂਦੇ, ਮੈਂ ਤੇ ਕਿਤੇ ਲੈਣ 'ਚ ਲੱਗੇ ਨੇ, ਮਤਲਬ ਕੋਈ ਨਹੀਂ ਲੱਭਾ ਨਾ ਯਾਰ, ਇਹਦੇ ਤੇ ਰੱਖੋ ਇੱਕ ਮੋਟੇ ਤੇ। ਮਾੜਾ ਤੀਜਾ ਬੰਦਾ ਇੱਥੇ ਹੈ ਕਿਹੜਾ, ਹੁਣ ਸਮਝਾਉਣਾ ਤਾਂ ਪੈਣਾ ਹੀ ਆ। ਕੋਈ ਨਹੀਂ, ਤੁਸੀਂ ਕਰੋ, ਫਿਰ ਮੈਂ ਵੀ ਮਾਰਨਾ ਇੱਕ ਲਾਈਨ 'ਚ। ਠੀਕ ਹੈ। ਹੁਣ ਉਹ ਬੰਦਾ ਲਾਈਨ 'ਚ ਖੜਾ ਹੁੰਦਾ, ਕਈ ਬੰਦੇ ਆਉਂਦੇ ਆ, ਯਾਰ ਤੁਸੀਂ ਤਾਂ ਪ੍ਰੈਸ ਵਾਲੇ ਆ, ਤੁਹਾਨੂੰ ਵੀ ਖੜਾ ਹੋਣਾ ਪੈਂਦਾ। ਉਹ ਯਾਰ ਪ੍ਰੈਸ ਵਾਲੇ ਤਾਂ ਪ੍ਰੈਸ ਵਾਲੇ ਬੰਦੇ ਨਹੀਂ। ਦੂਸਰੀ ਗੱਲ, ਕਈ ਵਾਰੀ ਇਹ ਵੀ ਹੁੰਦਾ ਬੰਦੇ ਨੂੰ, ਯਾਰ ਮੈਂ ਥੋੜੀ ਲਾਈਨ 'ਚ ਖੜਾ ਹੋਣਾ, ਘਰ ਆ ਕੇ ਨਾਲੇ ਚਾਹ ਪੀ ਜਾਣੀ, ਨਾਲੇ ਬਿਸਕੁਟ ਡੋਬ ਖਾਈ ਜਾਣਾ। ਉੱਥੇ ਖੜੇ ਹੀ ਉਹ ਆਪਣਾ ਰਤਨ ਸੂ ਵੀ ਲੱਗਾ ਸੀ ਲਾਈਨ 'ਚ, ਰਾਮ ਰੱਖਾ, ਇਲਮਦੀਨ, ਸਾਰੇ ਖੜੇ ਹੀ, ਮੈਂ ਉੱਥੇ ਹੌਲੀ ਦੇਣੀ, ਉੱਥੇ ਫਿਰਦਾ ਸੀ ਇੱਕ ਬੰਦਾ ਬਾਹਰ, ਮੈਂ ਦੇਖਿਆ, ਮੈਂ ਕਿਹਾ ਦਲਾਲ ਲੱਗਦਾ ਹੀ, ਮੈਂ ਉਹਨੂੰ ਮਾੜੀ ਬਾਜ ਮਾਰੀ, ਐ ਕਰਕੇ 100 ਦਾ ਨੋਟ ਹੱਥ 'ਚ ਫੜਾਇਆ। ਉਹ ਕਹਿੰਦਾ ਸਰਦਾਰ ਜੀ ਘਰ ਨੂੰ ਜਾ, ਰਸੀਦ ਪਹੁੰਚ ਜੂਗੀ। ਅਸੀਂ ਬੜੇ ਆਫਰੇ ਫਿਰਦੇ ਹੁੰਦੇ ਹਾਂ, ਜਾਣੀ ਦਫ਼ਤਰਾਂ 'ਚ ਹੌਲੀ ਹੌਲੀ 6 ਮਹੀਨਿਆਂ 'ਚ, ਸਾਲ 'ਚ ਅਸਾਮੀਆਂ ਪੂਰੀਆਂ ਕਰ ਦਿਓ। ਜਿਹੜੇ ਦਲਾਲ ਬਾਹਰ ਫਿਰਦੇ ਉਹਨਾਂ ਤੇ ਨੱਥ ਪਾਉਣੀ ਪੈਣੀ ਹੈ। ਮਹੀਨਾ ਲੈਣਾ ਬੰਦ ਹੋ ਜਵੇ, ਨਿਯੁਕਤੀਆਂ ਮੁਫਤ 'ਚ ਹੋਣ ਲੱਗ ਜਾਣ। ਥੋੜੇ ਬੰਦੇ ਹੁੰਦੇ ਆ ਜਿਹੜੇ ਕਹਿੰਦੇ ਕਿ ਭਾਈ ਅਸੀਂ ਵੱਡ ਸਿੱਟਣੇ ਆ ਬੰਦੇ, ਪੈਸੇ ਸਾਨੂੰ ਚਾਹੀਦੇ ਹੀ ਆ, ਉਹਨਾਂ ਦੇ ਉੱਤੇ ਠੋਕ ਕੇ ਕਾਰਵਾਈ ਹੋ ਜਵੇ। ਸੰਧਾਲੀਆ ਸਾਹਿਬ ਬਹੁਤਾ ਕੰਮ ਐ ਹੋ ਸਕਦਾ।
ਤੁਸੀਂ ਦੋ ਸ਼ਬਦ ਵਰਤੇ ਸੀ ਜੀ। ਇੱਕ ਤੁਸੀਂ ਸ਼ਬਦ ਵਰਤਿਆ ਮਲਾਈਦਾਰ ਜੀ। ਉਹ ਮੈਨੂੰ ਲੱਗਦਾ ਵੀ ਮਲਾਈਦਾਰ ਤਾਂ ਬਣੀ ਗੱਲ ਕਿਉਂਕਿ ਉਹ ਕੋਈ ਨਾ ਕੋਈ ਇਹੋ ਜਿਹੀਆਂ ਪੋਸਟਾਂ ਹੈਗੀਆਂ ਨੇ ਜਿੱਥੇ ਉਹ ਵਿਚਾਰੇ ਆਪਣੇ ਵਰਗੇ ਲੋਕ ਜਾ ਕੇ ਵੱਜਦੇ ਕੰਧਾਂ 'ਚ। ਅਗਲਾ ਕਹਿੰਦਾ ਵੀ ਹਾਂ ਬਈ ਆ ਗਿਆ ਤੇ ਲਿਆ ਦੱਸ ਕੀ ਦੇ ਕੇ ਚੱਲਿਆ। ਹੁਣ ਉਹ ਜਿਹੜੀਆਂ ਕੁਰਸੀਆਂ ਨੇ ਜੇ ਉਹਨਾਂ ਦੇ ਉੱਪਰ ਰਿਸ਼ਵਤ ਹੋਊਗੀ ਨਹੀਂ, ਅਗਲੇ ਨੂੰ ਪਤਾ ਵੀ ਯਾਰ ਵੀਰ ਮੇਰਾ ਵੀ ਇੱਥੇ ਹੁਣ ਮਲਾਈ ਆਉਂਦੀ ਨਹੀਂ, ਵੀ ਉਹ ਕਾਰਡ ਨਹੀਂ ਭੰਨ ਦਿੱਤੀ ਜਿਹਦੇ 'ਚ ਮਲਾਈ ਆਉਂਦੀ ਸੀ, ਤੇ ਆਪੇ ਉਹ ਕੁਰਸੀ ਰਹਿਣੀ ਨਹੀਂ। ਇਹਦਾ ਮਤਲਬ ਸਾਰੀਆਂ ਕੁਰਸੀਆਂ ਬਰਾਬਰ ਹੋ ਗਈਆਂ ਵੀ ਵੀਰ ਆਪਣੇ ਕੋਲੇ ਸਿਰਫ ਤੇ ਸਿਰਫ ਪੋਸਟ ਆ, ਪੋਸਟ ਦੇ ਲਈ ਇੱਕ ਮਿੱਥੀ ਹੋਈ ਤਨਖਾਹ ਆ, ਤਨਖਾਹ ਦੇ ਤੋਂ ਇਲਾਵਾ ਜਿਹੜੀਆਂ ਕੋਈ ਸਹੂਲਤਾਂ ਆਪਣੇ ਰੈਂਕ ਦੇ ਹਿਸਾਬ ਨਾਲ ਮਿਲਣੀਆਂ ਉਹ ਨੇ, ਤੇ ਇੱਕ ਗਿਣੇ ਮਿੱਥੇ ਕੰਮ ਦੇ ਤਹਿਤ ਆਪਾਂ ਜਿਹੜੀਆਂ ਸੇਵਾਵਾਂ ਉਹ ਦੇਣੀਆਂ। ਫਿਰ ਤੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਵੀ ਭਾਵੇਂ ਕੋਈ ਇਸ ਕੁਰਸੀ 'ਤੇ ਬਹਿ ਕੇ ਕਰੀ ਜਾਂਦਾ, ਭਾਵੇਂ ਕੋਈ ਉਸ ਕੁਰਸੀ 'ਤੇ ਬਹਿ ਕੇ ਕਰੀ ਜਾਂਦਾ। ਉਹ ਜਿਹੜੀ ਮਲਾਈ ਆ ਉਹਨੂੰ ਹਟਾ ਦੇਣ ਕਿਤੇ, ਇਸ ਤਰੀਕੇ ਨਾਲ ਲੱਗਦਾ ਤਾਂ ਹੈ ਵੀ ਹਟ ਜੂਗੀ, ਇੱਕ ਤੇ ਉਹ ਫਾਇਦਾ ਹੋ ਜੂ। ਦੂਜੀ ਗੱਲ ਮੈਨੂੰ ਲੱਗਦੀ ਹੈ ਵੀ ਜਿਹੜਾ ਆਹ ਤੁਸੀਂ ਗੱਲ ਕੀਤੀ ਨਾ ਵੀ ਹੁਣ ਤੁਸੀਂ ਕਹੋ ਵੀ ਯਾਰ ਪਹਿਲਾਂ ਤੇ 117 ਬੰਦੇ ਇਮਾਨਦਾਰ, ਫਿਰ ਹੁਣ ਉਦੋਂ ਬਾਅਦ ਮੁਲਾਜ਼ਮ ਅਫਸਰ ਇਮਾਨਦਾਰ। ਭਗਵੰਤ ਮਾਨ ਸਾਹਿਬ ਨੇ ਤਾਂ ਚਲੋ ਉਹਨਾਂ ਆਪਣੇ ਵੱਲੋਂ ਥਾਪੜਾ ਜਿਹਾ ਦੇ ਕੇ 99% ਹੀ ਇਮਾਨਦਾਰ ਕਰਤੇ। ਮੈਂ ਨਾ ਚਲੋ ਉਹ ਵੀ ਇਮਾਨਦਾਰ, ਮੈਂ ਨਾ ਜੀ 100% ਇਮਾਨਦਾਰ। ਹੁਣ ਜਿਹੜੇ 3 ਕਰੋੜ ਨੇ ਜੀ ਆਪਣੇ ਵਾਲੇ, ਚਲੋ ਮੈਂ ਵੀ ਆਇਆ ਨਾ ਉਹਦੇ 'ਚ, ਮੇਰੇ ਤੋਂ ਹੀ ਸ਼ੁਰੂ ਕਰ ਲਓ। ਅਸੀਂ ਹੁਣ ਥੋੜ੍ਹਾ ਇਮਾਨਦਾਰ ਹੋ ਜਾਵਾਂਗੇ ਸਾਰੇ ਜਾਣੇ। ਕਾਰਨ ਇਹ ਆ ਵੀ ਉਹਨਾਂ ਲਈ ਵੀ ਇੱਕ ਤਰੀਕਾ ਹੋਣਾ ਚਾਹੀਦਾ। ਆਪਾਂ ਆਮ ਤੌਰ 'ਤੇ ਦੇਖਦੇ ਹੁੰਦੇ ਹਾਂ ਵੀ ਕਈ ਫੈਸਿਲਿਟੀ 'ਚ ਆਪਾਂ ਇੱਧਰ ਵੀ ਦੇਖ ਲਈਏ, ਉਹਦੇ 'ਚ ਅਗਲਾ ਕਹਿੰਦਾ ਵੀ ਵੀਰ ਮੇਰਾ ਜੇ ਤੇ ਤੁਸੀਂ ਲੈਣੀ ਆ ਫੈਸਿਲਿਟੀ ਫਲਾਨੀ, ਉਹਦਾ ਰੇਟ ਆ 200 ਰੁਪਈਆ ਜੀ। ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਫੈਸਿਲਿਟੀ ਇਹਦੀ ਫੇਰ ਲੱਗੂ 500। ਜੇ ਜਮਾਂ ਹੀ ਤੁਸੀਂ ਮਤਲਬ ਕੁਛ ਨਹੀਂ ਕਰਨਾ ਫੇਰ 1000। ਉਹ ਜਿਹੜਾ ਸਰਕਾਰੀ ਉਦੋਂ ਰੇਟ ਰੱਖ ਦਿੱਤਾ ਜਾਂਦਾ ਉਹਦਾ ਹੈ 10 ਰੁਪਈਏ, 20 ਰੁਪਈਏ, 50 ਰੁਪਈਏ, 100 ਰੁਪਈਏ। ਉਦੋਂ ਬਾਅਦ ਅਗਲਾ ਕਹਿੰਦਾ ਲੈ ਯਾਰ 100 ਉਹਦਾ ਲੱਗਣਾ, 500 ਉੱਤੇ ਦੇ, ਉਹਦੇ 600 'ਚ ਕੰਮ। ਉਹ ਜਿਹੜਾ 500 ਉੱਥੇ ਜੋ ਕਿਸੇ ਦੀ ਜੇਬ 'ਚ ਜਾਂਦਾ, ਉੱਤੋਂ ਸਰਕਾਰ ਹੀ ਬਣਾ ਦਿਓ ਵੀ ਕੋਈ ਗੱਲ ਨਹੀਂ ਸਾਡੇ ਕੋਲ ਵੀ ਫੈਸਿਲਿਟੀ ਹੈਗੀ ਆ, ਵੀ ਸਰਕਾਰ ਤੁਹਾਨੂੰ ਅਹਿਮੀਅਤ ਦੇਊਗੀ। ਜੇ ਤੁਹਾਨੂੰ ਅਹਿਮੀਅਤ ਹੀ ਚਾਹੀਦੀ ਹੈ ਵੀ ਤੁਸੀਂ ਕਹਿੰਦੇ ਵੀ ਮੈਂ ਪੈਸਾ ਖਰਚ ਸਕਦਾ, ਆਪਾਂ ਤੁਹਾਨੂੰ ਸਹੂਲਤ ਦੇ ਦਿੰਦੇ ਆ ਵੀ ਜੇ ਤਾਂ ਤੁਸੀਂ ਲਾਈਨ 'ਚ ਲਾ ਕੇ ਕੰਮ ਕਰਾਉਣਾ 100 ਦਾ, ਜੇ ਤੁਸੀਂ ਚਾਹੁੰਦੇ ਬੰਦਾ ਤੁਹਾਡੇ ਘਰ ਆ ਜੇ 500, ਜੇ ਤੁਸੀਂ ਚਾਹੁੰਦੇ ਆ ਵੀ ਯਾਰ ਈਮੇਲ ਵੀ ਅਸੀਂ ਆਪੇ ਹੀ ਕਰ ਦਈਏ, ਬਸ ਤੁਸੀਂ ਇੱਕ ਫੋਨ ਕਰਨਾ ਫਿਰ ਤੁਸੀਂ 1000 ਦੇ ਦਿਓ, ਸੇਵਾ ਤੁਹਾਡੇ ਘਰ ਤੱਕ। ਉਹਦੇ ਨਾਲ ਇੱਕ ਤੇ ਹੋ ਗਿਆ ਖਜ਼ਾਨਾ ਜਿਹੜਾ ਉਹ ਖਾਲੀ ਪੀਪਾ ਮੋਰੀਆਂ ਵਾਲਾ, ਇੱਕ ਤੇ ਉਹ ਭਰੂ। ਇੱਕ ਜਿਹੜੀ ਬੰਦੇ ਦੀ ਉਹ ਖਾਰਸ਼ ਆ ਵੀ ਯਾਰ ਮਤਲਬ ਮੈਂ ਥੋੜਾ ਲਾਈਨ 'ਚ ਲੱਗਣਾ, ਉਹ ਵੀ ਬੰਦੇ ਮਿਲ ਪੈਣਗੇ। ਸਹੂਲਤ ਹੀ ਆ, ਇਹ ਬਿਲਕੁਲ ਹੋ ਸਕਦਾ। ਇਧਰਲੇ ਪਾਸੇ ਨੂੰ ਸੋਚਣਾ ਚਾਹੀਦਾ। ਇੱਕ ਮੇਰਾ ਸੰਧਾਲੀਆ ਸਾਹਿਬ ਮਨ ਦੇ ਵਿੱਚ ਗੱਲ ਹੈ, ਗੁੱਸਾ ਨਾ ਕਰਨਾ ਆਪਣੇ ਪਰਿਵਾਰ ਦੇ ਮੈਂਬਰ। ਗੁੱਸਾ ਕਾਹਨੂੰ ਕਰਨਾ? ਕਿਉਂਕਿ ਅਗਲਾ ਜੇ ਐਫਰਟ ਕਰਦਾ, ਸਾਨੂੰ ਨਹੀਂ ਪਤਾ ਪਾਸ ਹੋਣੀ ਕਿ ਫੇਲ ਹੋਣੀ, ਅਸੀਂ ਸ਼ੁਭ ਇਸ਼ਾਵਾਂ ਦੇ ਸਕਦੇ ਹਾਂ ਤੇ ਬਾਕੀ ਸਾਰੀਆਂ ਧਿਰਾਂ ਸਾਥ ਦੇਣ। ਮੈਂ ਸੋਚਦਾ ਸੀ ਕਿ ਜਿਹੜਾ ਆਮ ਬੰਦਾ ਨਾ, ਹੈਂਡ ਟੂ ਮਾਊਥ, ਜਿਹੜਾ ਕਿ ਜੋ ਕਮਾਉਂਦਾ ਉਹ ਖਾਂਦਾ, ਉਹ ਆਪਣੀ ਸਾਰੀ ਉਮਰ ਦੇ ਵਿੱਚ ਵੱਧ ਤੋਂ ਵੱਧ 1 ਰਜਿਸਟਰੀ ਜਾਂ ਬੜੀ ਹੱਦ 2 ਰਜਿਸਟਰੀਆਂ ਕਰਾਉਂਦਾ। ਮੰਨ ਲਓ ਉਹਨੇ ਕਿਤੇ ਘਰ ਬਣਾਉਣਾ, ਉਹਨੇ ਪਲਾਟ ਲੈ ਲਿਆ ਕਿਤੇ ਪਿੰਡ ਦੇ ਵਿੱਚ ਹੀ, ਉਹਦੀ ਰਜਿਸਟਰੀ ਕਰਾ ਲਈ, ਜਾਂ ਕਿਤੇ 5-7 ਮਰਲੇ ਥਾਂ ਲੈ ਲਿਆ। ਇਹਦੇ ਤੋਂ ਵੱਧ ਆਮ ਬੰਦੇ ਦੀ ਹੈਸੀਅਤ ਨਹੀਂ ਹੁੰਦੀ, 2 ਵਾਰੀ ਰਜਿਸਟਰੀ ਕਰਾਉਂਦਾ। ਪਰ ਜਿਹੜੇ ਵੱਡੇ ਬੰਦੇ ਹੁੰਦੇ ਆ 90% ਰਜਿਸਟਰੀਆਂ ਉਹਨਾਂ ਦੀਆਂ। ਆਹ ਪਲਾਟ ਲੈ ਲਿਆ ਵੀ ਇਹਨੂੰ ਵੇਚਤਾ, ਵੀ ਇੱਥੇ ਵੀ ਬਣਾ ਲਿਆ, ਹੁਣ ਦੁਕਾਨ ਲੈ ਲਈ, ਵੀ ਉਹਨਾਂ ਦਾ ਕੰਮ ਚੱਲਦਾ। ਮੈਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਈ ਕਿ ਜੇ ਪੈਸੇ ਕਮਾਉਣੇ ਆ, ਖਜ਼ਾਨੇ 'ਚ ਪਾਉਣੇ ਆ, ਬਾਜ਼ਾਰ ਕੀਮਤ ਤੇ ਜਿਹੜੀ ਉਹ ਰਜਿਸਟਰੀ ਕਰਾਉਣ ਵਾਲੀ ਕੀਮਤ ਹੁੰਦੀ ਹੈ ਉਹਨੂੰ ਇੱਕ ਕਰ ਦਿਓ, ਚਾਹੇ ਉਹਨਾਂ ਨੂੰ ਵਿੱਚ ਜਾ ਕਰ ਦਿਓ ਕਿਤੇ। ਕਿਉਂਕਿ ਹੁੰਦਾ ਕੀ ਹੈ, ਉੱਦਾਂ ਤਾਂ ਕਿੰਨੇ ਦਾ ਲਿਆ ਜੀ, 9 ਲੱਖ ਰੁਪਈਏ ਦਾ। ਅੱਛਾ ਕੋਈ ਗੱਲ ਨਹੀਂ, ਰਜਿਸਟਰੀ ਜਿਹੜੀ ਆ 5 ਕਿਤੇ ਹੋ ਜਾਣੀ ਹੈ, ਬਾਕੀ ਤੁਸੀਂ ਇਹਨਾਂ ਨੂੰ ਇੱਧਰੋਂ ਇੱਧਰੋਂ ਕਰਕੇ ਪੈਸੇ ਦੇ ਦਿਓ। ਉਹਦੇ ਉੱਤੇ 5 ਹੀ ਲਿਖਣਾ, ਉਹ ਮਾਈ ਉੱਥੇ ਜਾ ਕੇ 5 ਕਹਿਣਾ ਹੀ, 5 ਕਹਿਣਾ ਹੀ। ਉਹ ਇੱਕ ਬਹੁਤ ਵੱਡਾ ਮਸਲਾ ਹੈ। ਉਹਦੇ ਵਿੱਚੋਂ ਪੈਸੇ ਕਮਾਏ ਜਾ ਸਕਦੇ ਆ ਤੇ ਉਹ ਸਰਕਾਰੀ ਖਜ਼ਾਨੇ 'ਚ ਪੈਸੇ ਆਉਣਗੇ ਫਿਰ। ਤੇ ਜੇ ਸਰਕਾਰੀ ਖਜ਼ਾਨੇ 'ਚ ਪੈਸੇ, ਜਿਹੜਾ ਬੰਦਾ ਹੁਣ ਪਲਾਟ ਮੰਨ ਲਓ 25 ਲੱਖ ਦਾ ਲਿਆ, ਜੇ ਉਹਨੂੰ 40,000 50,000 ਰੁਪਈਆ ਉੱਪਰ ਦੇਣਾ ਪੈ ਗਿਆ ਤੇ ਪੰਜਾਬ ਲਈ ਦੇਣਾ ਉਹਨੇ, ਕਿਉਂਕਿ ਹੁਣ ਇਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਲਈ ਪੈਸੇ ਖਰਚਣੇ ਆ। ਤੇ ਜੇ ਆਪਾਂ ਕਹਿਣਾ ਕਿ ਅਫਸਰ ਤਾਂ ਚੋਰੀ ਕਰਦਾ ਹੈ, ਲੀਡਰ ਚੋਰੀ ਕਰਦਾ ਹੈ, ਆਪ ਅਸੀਂ ਕਹਿਣਾ ਕਿ ਘੱਟੋ ਘੱਟ ਕੀਮਤ ਦੇ ਉੱਤੇ ਰਜਿਸਟਰੀ ਕਰਾ ਲਈ, ਅਸਾਂ ਬਾਜ਼ਾਰ ਕੀਮਤ ਦੱਸਣੀ ਨਹੀਂ, ਇਦਾਂ ਫਿਰ ਪੰਜਾਬ ਦਾ ਥੋੜ੍ਹਾ ਜਿਹਾ ਔਖਾ ਹੋ ਜਾਊਗਾ। ਨਹੀਂ ਇਹ ਦੇਖੋ, ਇਹ ਉਹ ਚੀਜ਼ਾਂ ਨੇ ਜਿੱਥੋਂ ਖਜ਼ਾਨਾ ਭਰ ਸਕਦਾ। ਹਾਂ ਬਹੁਤੀ ਗੱਲ ਜੇ ਉਹਨਾਂ ਨੂੰ ਲੱਗਦਾ ਵੀ ਹਾਂ ਯਾਰ ਉੱਥੇ 6-7-8% ਦੇ ਟੈਕਸ ਦੇ ਹਿਸਾਬ ਨਾਲ ਯਾਰ ਜੇ ਹੁਣ ਪੂਰੇ ਰੇਟ ਤੇ ਰਜਿਸਟਰੀ ਕਰਾ ਲਈ, ਤੇਰਾ ਪਲ ਇੰਨੇ ਪੈਸੇ ਦੇਣੇ ਪੈ ਜਾਣੇ। ਆਹ ਹੁਣ ਬਾਹਰਲੇ ਮੁਲਕਾਂ 'ਚ ਵੀ ਆਪਾਂ ਦੇਖਦੇ ਹਾਂ, ਆਪਣੇ ਵਾਲੇ ਉੱਥੋਂ ਜਹਾਜ਼ ਚੜ੍ਹ ਕੇ ਆਉਂਦੇ ਨੇ 15 ਘੰਟਿਆਂ 'ਚ ਇੱਥੇ ਲਾ ਦਿੰਦਾ ਜਹਾਜ਼। ਉਹ ਕਹਿੰਦਾ ਵੀ ਚਲੋ ਵੀ ਕੈਨੇਡਾ ਵਾਲੇ। ਇੱਥੇ ਆ ਕੇ ਜਦੋਂ ਬੰਦਾ ਪੰਜਾਬੀ ਕਹਿੰਦਾ ਵੀ ਹਾਂ ਵੀ ਹੁਣ ਆਪਾਂ ਵੀ ਮਤਲਬ ਕੁਛ ਕਰ ਲਈਏ ਵਾਧਾ ਘਾਟਾ, ਅਗਲਿਆਂ ਤੇ ਰੇਟ ਰੱਖਿਆ। ਉਹ ਕਹਿੰਦਾ ਵੀ ਨਾ ਵੀਰ ਤੂੰ ਰੁਪਈਆ ਕਿਸੇ ਨੂੰ ਦੇਣਾ ਤੇ ਨਾ ਅਸੀਂ ਤੇਰੇ ਕੋਲੋਂ ਲੈਣਾ। ਵਕੀਲ ਸਾਹਿਬ ਕੋਲ ਜਾ ਕੇ ਘੁੱਗੀ ਮਾਰ ਲੈਣੀ ਹੈ। ਉਹ ਬੈਂਕ ਟੂ ਬੈਂਕ ਅਗਲੇ ਨੇ ਪੈਨੀ ਸੈਂਟ ਗਿਣ ਕੇ ਦੇ ਦੇਣਾ। ਸਰਕਾਰ ਨੂੰ ਪਤਾ ਲੈਣਾ ਵੀ ਵੀਰ ਮੇਰਾ ਅੱਛਾ ਇੰਨੇ ਦੀ ਚੀਜ਼ ਸੀ, ਇੰਨੇ ਦੀ ਇਹਨੇ ਲੈ ਲਈ, ਚਲੋ ਉਹਦੇ ਵਿੱਚ ਕੋਈ ਹੋਰ ਹੋਊਗੀ ਗੱਲਬਾਤ, ਆਪਾਂ ਉਹਦੇ 'ਚ ਪੈਂਦੇ ਨਹੀਂ। ਪਰ ਇਹਦਾ ਮੈਂ ਨਾ 50% ਹੀ ਦੇਖਦੇ ਆਪਣੇ ਮੁਲਕ ਵਾਲੇ ਕਰ ਲੈਣ ਵੀ ਯਾਰ ਜੇ 20 ਦੀ ਚੀਜ਼ ਹੈ ਤੇ ਆਪਾਂ ਜਿਹੜਾ ਉੱਥੇ 4.5 ਦੀ ਲਈ ਆ ਜੀ, ਹੈ ਨਾ। ਉਹ ਜਿਹੜੀ 20 ਤੇ 4.5 ਦਾ ਫਰਕ ਆ,
ਬਾਅਦ 'ਚ ਆਪਾਂ ਇਹ ਆਖੀਏ ਵੀ ਯਾਰ ਸਹੂਲਤ ਹੀ ਕੋਈ ਨਹੀਂ ਦਿੰਦੀ ਸਰਕਾਰ, ਅਸੀਂ ਉੱਥੇ ਗਏ ਪੱਖਾ ਹੀ ਹੈ ਨਹੀਂ, ਉਸ ਕੰਮ 'ਚੋਂ ਮੇਰਾ ਖਿਆਲ ਹੌਲੀ ਹੌਲੀ ਆਪਾਂ ਨੂੰ ਬਾਹਰ ਨਿਕਲਣਾ ਪਊ। ਆਪਾਂ ਫਿਰ ਇੱਕ ਨਾ ਉਦਾਹਰਨ ਦੇ ਦਈਏ, ਜੇ ਜਹਾਜ਼ਾਂ 'ਚ ਸਰਕਾਰ ਦੀਆਂ ਹੁਣ ਤਾਂ ਸ਼ਾਇਦ ਉਹਨਾਂ ਨੇ ਛੱਡ ਹੀ ਦਿੱਤੀ ਯਾਰ, ਟ੍ਰੇਨ ਦੀ ਉਦਾਹਰਨ ਦੇ ਦੇਣੇ, ਉਹ ਯਾਰ ਪ੍ਰਾਈਵੇਟ ਕਰੀ ਜਾਂਦੇ, ਸਾਰਾ ਕੁਝ ਕਰੀ ਜਾਂਦੇ, ਕਿਸੇ ਦੀ ਲਾ ਲਓ ਸਹੂਲਤ ਵੀ ਮਤਲਬ ਵੀ ਬਿਜ਼ਨਸ ਕਲਾਸ ਹੈ ਨਾ, ਫਸਟ ਕਲਾਸ, ਇਕੋਨਮੀ ਕਲਾਸ, ਉਹਨਾਂ ਦਾ ਜੇ ਫਰਕ ਹੋ ਸਕਦਾ ਤੇ ਸਹੂਲਤਾਂ ਦਾ ਵੀ ਕਰ ਲਓ। ਜਿਹੜੇ ਬੰਦੇ ਕੋਲੇ ਜਿੰਨਾ ਖਰਚਾ, ਅਗਲਾ ਕਹਿੰਦਾ ਵੀ ਯਾਰ ਮੇਰਾ ਸਟੇਟਸ ਹੈ, ਵੀ ਤੂੰ ਪੈਸੇ ਸੁੱਟ ਤੇ ਮੇਲਾ ਲੁੱਟ ਵੀਰ, ਤੂੰ ਨਜ਼ਾਰੇ ਲੈ, ਵੀ ਤੇਰੇ ਵੱਧ ਦਿੱਤੇ ਪੈਸੇ ਅਸੀਂ ਲੋਕਾਂ ਦੇ ਖਰਚ ਲੈਨੇ ਆ। ਆਹੋ, ਵੀ ਨਾਲੇ ਅਗਲੇ ਦਾ VIP ਸਟੇਟਸ ਬਣਿਆ ਰਵੇ, ਉਹਨੂੰ ਇਹ ਨਾ ਲੱਗੇ ਵੀ ਮੈਨੂੰ ਭਗਵੰਤ ਮਾਨ ਦੀ ਸਰਕਾਰ ਨੇ ਲੈਣ ਚਲਾਇਆ, ਤੇ ਜਿਹੜੀ ਸਰਕਾਰ ਉਹਨੂੰ ਇਹ ਨਾ ਜਾਪੇ ਵੀ ਯਾਰ ਅੱਛਾ ਹੁਣ ਫਿਰ ਮਤਲਬ ਅਸੀਂ ਲੋਕਾਂ ਦਾ ਕਰੀਏ ਕੀ, ਵੀ ਵਿੱਚੋਂ ਚੋਰ ਮੋਰੀਆਂ ਕਿੱਦਾਂ ਮਾਰੀਏ। ਬਹੁਤ ਸਾਰੇ ਬੰਦੇ ਕਹਿ ਸਕਦੇ ਜੀ ਇਹਦੇ ਨਾਲ ਤਾਂ ਡਿਵਾਈਡ ਹੋ ਜਾਣਾ ਕਿ ਅਲੀਟ ਕਲਾਸ ਇੱਕ ਪਾਸੇ, ਮੰਨ ਲਓ ਕਿ ਇਧਰਲੇ ਪਾਸੇ ਲਾਈਨ ਬਹੁਤ ਲੱਗੀ ਆ, ਤੁਹਾਡੇ ਤੋਂ 10 ਰੁਪਏ ਲੈਣੇ ਆ, ਇਹਨਾਂ ਤੋਂ ਆਪਾਂ 200 ਲੈ ਲੈਣਾ, ਉਹ ਜਿਹੜੇ 190 ਰੁਪਏ ਵੱਧ ਹੋਣੇ ਆ ਉਹਦੇ ਨਾਲ ਹੀ ਆਪਾਂ ਅਗਲੇ ਮਹੀਨੇ 4 ਕਰਮਚਾਰੀ ਰੱਖ ਦੇਣੇ, ਤੁਹਾਡੀ ਲਾਈਨ ਵੀ ਉਨੀ ਕਰ ਦੇਣੀ ਆ, ਉਹਨਾਂ ਦੇ ਲੱਗਣੇ ਹੋਏ ਤਦੇ ਤੇ ਆਪਾਂ ਕਹਿੰਦੇ ਆ ਵੀ ਉਹ ਜਿਹੜੀ ਕਾੜ ਨਹੀਂ ਭੱਜਣੀ ਆ ਬਸ, ਜਿਹਦੇ ਵਿੱਚ ਮਲਾਈ ਆਉਂਦੀ ਸੀ, ਤੇ ਉਹ ਇੱਕ ਰਾ ਮਲਾਈ ਵਾਲਾ ਕੰਮ ਨੂੰ ਪਾਸੇ ਕਰਕੇ ਹੁਣ ਹੌਲੀ ਹੌਲੀ ਪੈਕਟਾਂ ਵਾਲਾ ਦੁੱਧ ਦੀ ਆਦਤ ਪਾਈ ਆ ਜੀ। ਉਹ ਕਹਿੰਦਾ ਵੀ ਬਸ ਨਾਲੀ ਲਾ ਕੇ ਸਿੱਧਾ ਸੜੂਕਾ ਮਾਰਦਾ। ਸੰਧਾਲੀਆ ਸਾਹਿਬ, ਭਾਂਡਾ ਭੰਨਣਾ ਵੈਸੇ ਤਾਂ ਉਹ ਬਹੁਤ ਸੋਗਮਈ ਥਾਂ ਦੇ ਉੱਤੇ ਭਾਂਡਾ ਭੰਨਿਆ ਜਾਂਦਾ ਨਾ, ਜਦੋਂ ਅੰਤਿਮ ਸੰਸਕਾਰ ਦੇ ਲਈ ਬੰਦੇ ਨੂੰ ਲੈ ਕੇ ਜਾਂਦੇ ਆ, ਉਹਦਾ ਖੜਾਕ ਬੜਾ ਅਜੀਬ ਹੁੰਦਾ ਤੇ ਉਹਦਾ ਖਲਾਰਾ ਬਹੁਤ ਪੈਂਦਾ, ਠੀਕਰੀਆਂ ਜਿਹੀਆਂ ਖਿਲਰੀਆਂ ਹੁੰਦੀਆਂ। ਇਹ ਰਿਸ਼ਵਤਖੋਰੀ ਦਾ ਭਾਂਡਾ ਹੀ ਭੰਨਣਾ ਪੈਣਾ, ਤੇ ਜਦੋਂ ਭਾਂਡਾ ਭੰਨਣਾ ਪੈਣਾ ਉਦੋਂ ਖਲਾਰਾ ਵੀ ਪੈਣਾ ਹੈ, ਉਦੋਂ ਪਾਣੀ ਵੀ ਡੁੱਲਣਾ ਹੈ, ਉਦੋਂ ਅਜੀਬ ਤਰੀਕੇ ਦਾ ਖੜਾਕ ਵੀ ਹੋਣਾ ਹੈ, ਹੋ ਸਕਦਾ ਕੋਈ ਕੈਂਤਰ ਜੀ ਨਿਕਲ ਕੇ ਕਿਸੇ ਦੇ ਲੱਗੇ ਵੀ, ਪਰ ਉਹਦੇ ਤੋਂ ਬਿਨਾਂ ਔਖਾ ਹੋ ਜਾਣਾ। ਇਹ ਭਾਂਡਾ ਭੰਨਣ ਦੀ ਇੰਨੀ ਕੁ ਖੜਾਕ ਆਵਾਜ਼ ਤਾਂ ਹੋਣੀ ਹੈ। ਨਹੀਂ ਲੋੜ ਹੈ ਇਹਦੀ, ਦੇਖੋ ਇਹ ਦੇਖੋ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਸ਼ੁਰੂ ਕੀਤੀ ਜੀ, ਨਾਲ ਹੀ ਵਿਰੋਧੀ ਤਾਰੀਫ ਕਰਨ ਲੱਗ ਪਏ। ਸੁਖਪਾਲ ਖਹਿਰਾ ਸਾਹਿਬ ਨੇ ਪਹਿਲੇ ਦਿਨ ਕਿਹਾ, ਉਹ ਕਹਿੰਦੇ ਵੀ ਜਿਹੜਾ ਕੰਮ ਚੰਗਾ ਕਰਨਗੇ ਸਭ ਤੋਂ ਪਹਿਲਾਂ ਇਹਨਾਂ ਦੀ ਪਿੱਠ ਥਾਪਣ ਵਾਲਾ ਮੈਂ ਆਉਂਗਾ ਜੀ। ਉਹਨਾਂ ਨੇ ਟਵੀਟੋ ਟਵੀਟੀ ਨਾਲ ਹੋ ਵੀ ਗਏ, ਉਹ ਕਹਿੰਦੇ ਵੀ ਆਹ ਹੋਈ ਨਾ ਗੱਲ ਜਿਹੜੀ ਚੀਜ਼ ਦੀ ਲੋੜ ਸੀਗੀ, ਤੇ ਦੇਖ ਲਓ ਮਾਨ ਸਾਹਿਬ ਤੁਸੀਂ ਚੰਗੇ ਫੈਸਲੇ ਲਈ ਜਾਓ ਤੇ ਮੈਂ ਤੁਹਾਡੀ ਤਾਰੀਫ ਕਰੀ ਜਾਣਾ। ਇੱਕ ਨਾ ਪਿੰਡ ਵਾਲਿਆਂ ਨੇ ਕੇਕ ਕੱਟਿਆ, ਉਹ ਆਮ ਆਦਮੀ ਪਾਰਟੀ ਦੇ ਸਮਰਥਕ ਹੋਣੇ ਆ ਕਿਉਂਕਿ ਵੀਡੀਓਜ਼ ਭੇਜਦੇ ਰਹਿੰਦੇ ਸੱਜਣ, ਉਹਨਾਂ ਨੇ ਕੇਕ ਕੱਟਿਆ ਤੇ ਲੱਗਦਾ ਐਂ ਸੀ ਕਿ ਹੁਣ ਜਿੰਦਾਬਾਦ ਦੇ ਨਾਅਰੇ ਲਾਉਣਗੇ ਕਿ ਆਮ ਆਦਮੀ ਪਾਰਟੀ ਜਿੰਦਾਬਾਦ। ਨਾ, ਉਹ ਕਹਿੰਦੇ ਜੀ ਪਾਰਟੀ ਨੂੰ ਵੋਟਾਂ ਪਾਈਆਂ, ਪਾਰਟੀ ਜਿੱਤੀ ਹੈ, ਆਹ ਲਓ ਜੀ ਜਿੱਤ ਦੀ ਖੁਸ਼ੀ 'ਚ ਅਸੀਂ ਸਾਰੇ ਇਕੱਠੇ ਹੋਏ ਆ ਫਲਾਨਾ ਸਿੰਘ ਜੀ ਦੇ ਘਰ, ਤੇ ਨਾਲ ਹੀ ਕਹਿੰਦੇ ਜੀ ਹੁਣ ਅਸੀਂ ਬੇਨਤੀ ਕਰਦੇ ਹਾਂ ਕਿ ਲੋਕਾਂ ਨੂੰ ਆਸਾਂ ਬਹੁਤ ਨੇ, ਵੋਟਾਂ ਤਾਂ ਪਾਤੀਆਂ, ਆਹ ਕੰਮ ਰਹਿੰਦੇ ਨੇ, ਆਹ ਮੁੰਡਾ ਦਿਖਾਓ ਜੀ ਮੁੰਡਾ, ਕਹਿੰਦੇ ਜੀ 90% ਦੀ ਅਪਾਹਜ ਹੈ ਮੁੰਡਾ, ਦਿਵਿਆਂਗ। ਭਗਵੰਤ ਮਾਨ ਸਾਹਿਬ ਇਹਦੀ ਪੈਨਸ਼ਨ ਲੱਗਣ ਵਾਲੀ ਹੈ, ਇਹ ਬਹੁਤਾ ਸਮਾਂ ਇੰਤਜ਼ਾਰ ਨਹੀਂ ਕਰ ਸਕਦਾ, ਇਹਨੂੰ ਭੁੱਖ ਰੋਜ਼ ਲੱਗਦੀ ਆ। ਹੋਰ ਵੀ ਕਿਹਾ ਕਿ ਸਾਡੇ ਪਿੰਡ ਦੇ ਵਿੱਚ ਆਹ ਕੰਮ ਹੋਣ ਵਾਲੇ, ਉਹ ਤਾਂ ਇੱਕ ਤਰਤੀਬ ਹੋਈ ਨਾ। ਅਸੀਂ ਤਾਂ ਕਹਿੰਦੇ ਆ ਕਿ ਠੀਕ ਹੈ ਤੁਸੀਂ ਛਾਪੇ ਮਾਰਦੇ ਹੋ, ਬਾਕੀ ਕੁਝ ਕਰਦੇ ਹੋ, ਘੱਟੋ ਘੱਟ ਆਪੋ ਆਪਣੇ ਪਿੰਡ ਦੇ ਜਿਹੜੇ ਕੰਮ ਹੋਣ ਵਾਲੇ ਰਹਿੰਦੇ ਆ ਉਹਨਾਂ ਕੰਮਾਂ ਦੀ ਤਰਤੀਬਵਾਰ ਸੂਚੀ ਬਣਾਓ। ਤਰਤੀਬਵਾਰ ਕੀ, ਪਹਿਲੇ ਨੰਬਰ ਤੇ ਸਕੂਲ ਹੋਵੇ, ਫਿਰ ਹਸਪਤਾਲ ਹੋਵੇ, ਸ਼ਮਸ਼ਾਨ ਘਾਟ ਦੀ ਸ਼ੈੱਡ ਸਭ ਤੋਂ ਬਾਅਦ 'ਚ ਹੋਵੇ। ਜੇ ਤੁਸੀਂ ਪਿੰਡ ਦਾ ਕੋਈ ਗੇਟ ਬਣਾਉਣਾ ਤੇ ਉਹ ਬਾਅਦ 'ਚ ਹੋਣਾ ਚਾਹੀਦਾ, ਕਿਉਂਕਿ ਉਹ ਸਰ ਸਕਦਾ। ਜੇ ਕਿਤੇ ਮਰਗ ਹੋ ਗਿਆ ਤੇ ਅਸੀਂ ਥੋੜੇ ਮਹੀਨੇ ਜਾਂ ਥੋੜੇ ਸਾਲ ਜੇ ਪਜਾਮੇ ਟੰਗ ਕੇ ਚੱਲ ਜਿਆ ਕਰਾਂਗੇ, ਪਰ ਸਾਨੂੰ ਬੱਚਿਆਂ ਦੇ ਲਈ ਸਕੂਲ ਪਹਿਲਾਂ ਚਾਹੀਦਾ। ਉਧਰਲੇ ਪਾਸੇ ਸਾਨੂੰ ਪਾਣੀ ਸਾਫ਼ ਪਹਿਲਾਂ ਚਾਹੀਦਾ। ਆਪੋ ਆਪਣੇ ਪਿੰਡ ਦੀਆਂ ਲਿਸਟਾਂ ਬਣਾਓ ਕਿ ਕੰਮ ਕਿਹੜੇ ਕਿਹੜੇ ਹੋਣ ਵਾਲੇ ਆ, ਤੇ ਉਹ ਪ੍ਰਾਇੋਰਟੀ ਦੇ ਹਿਸਾਬ ਨਾਲ ਹੋਵੇ ਕਿ ਪਹਿਲੇ ਨੰਬਰ ਤੇ ਆਹ ਹੋਣ ਵਾਲਾ, ਆਹ ਹੋਣ ਵਾਲਾ, ਹੋਣਾ, ਉਹ ਉਹਨਾਂ ਨੂੰ ਭੇਜੋ, ਤਾਂ ਜੋ ਕੱਲ੍ਹ ਨੂੰ ਇਹ ਕਹਿਣ ਦੱਸੋ ਜੀ। ਅਗਲਾ MLA ਕਈ ਵਾਰੀ ਆਇਆ ਹੁੰਦਾ ਉੱਥੇ ਟੂਰਨਾਮੈਂਟ ਤੇ, ਹਾਂਜੀ ਦੱਸੋ ਜੀ, ਉਸ ਵੇਲੇ ਫਿਰ ਮੰਗ ਪੱਤਰ ਪੜ੍ਹਦੇ ਆ। ਅਸੀਂ ਬੇਨਤੀ ਕਰਦੇ ਹਾਂ ਸਤਿਕਾਰਯੋਗ MLA ਸਾਹਿਬ ਨੂੰ ਕਿ ਸਾਡੇ ਪਿੰਡ ਦੇ ਸਕੂਲ ਬਣਾਉਣ ਲਈ ਕਮਰੇ ਜਿਹੜੇ ਨੇ ਉਹਨਾਂ ਕਮਰਿਆਂ ਲਈ ਗ੍ਰਾਂਟ ਦਿੱਤੀ ਜਾਵੇ, ਸਾਡੇ ਪਿੰਡ ਦੇ ਛੱਪੜ ਦੀ ਸਫਾਈ ਲਈ ਗ੍ਰਾਂਟ ਦਿੱਤੀ ਜਾਵੇ, ਅਸੀਂ ਸ਼ਮਸ਼ਾਨ ਘਾਟ ਨੂੰ ਜਿਹੜੀ ਸੜਕ ਜਾਂਦੀ ਆ ਕੱਚਾ ਪਿਆ ਉਹਨੂੰ ਪੱਕਾ ਕਰਾਉਣਾ ਹੀ, ਸਾਡੇ ਪਿੰਡ ਦੇ ਵਿੱਚ ਧਰਮਸਾਲ ਨੂੰ ਇੰਨੇ ਇੱਦਾਂ ਹੀ ਹੁੰਦੀ ਨਾ, ਉਹ ਇਹ ਪਹਿਲਾਂ ਭੇਜੋ। ਨਹੀਂ, ਇਹ ਪਹਿਲਾਂ ਵੀ ਭੇਜੋ। ਇੱਕ ਬੇਨਤੀ ਹੋਰ ਆਪਾਂ ਕਰ ਲੈਂਦੇ ਹਾਂ, ਇੱਕ ਪਤਾ ਨਹੀਂ ਉਹਦੇ 'ਚੋਂ ਸੱਚ ਝੂਠ ਕੀ ਹੈ, ਪਰ ਖਬਰ ਜੀ ਆਉਂਦੀ ਪਈ, ਉਹ ਕਪੂਰਥਲੇ ਵਾਲੇ ਪਾਸੋਂ ਜਿਹੜੇ ਉਹ ਬੀਬੀ ਜਿਹੜੀ ਉਮੀਦਵਾਰ ਸੀਗੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਖਿਲਾਫ, ਵੀ ਉਹਨਾਂ ਚਿੱਠੀ ਲਿਖੀ DC ਸਾਹਿਬ ਨੂੰ ਵੀ ਆਹ 2-3 ਨੁਮਾਇੰਦੇ ਨੇ ਵੀ ਇਹਨਾਂ ਦੇ ਨਾਂ ਤੁਸੀਂ ਸਾਰਿਆਂ ਨੂੰ ਭੇਜ ਦਿਓ, ਇਹਨਾਂ ਨੇ ਕੰਮ ਕਰਾਉਣੇ। ਚਲੋ ਉਹਦੀ ਨੁਕਤਾਚੀਨੀ ਵੀ ਬੜੀ ਹੋ ਰਹੀ ਹੈ ਵੀ ਯਾਰ ਚੁਣੇ ਹੋਏ ਜੇ ਰਾਣਾ ਗੁਰਜੀਤ ਸਿੰਘ ਹੋਰੀਆਂ ਤੇ ਕੰਮ ਉਹਨਾਂ ਨੁਮਾਇੰਦਿਆਂ ਨੇ ਕਿਉਂ ਕਰਾਉਣੇ ਆ, ਪਰ ਚਲੋ ਇਹ ਤਾਂ ਮੇਰਾ ਖਿਆਲ ਭਗਵੰਤ ਮਾਨ ਹੋਰੀ ਨੋਟਿਸ ਲੈਣਗੇ, ਅੱਗੇ ਉਹ ਕੀ ਕਰਦੇ ਉਹਦੇ ਤੇ ਆਪਾਂ ਡਿਸਕਸ਼ਨ ਕਰ ਲਾਂਗੇ। ਚਲੋ ਕੋਈ ਵੀ ਕਰਾਵੇ, ਲੋਕਾਂ ਦੇ ਕੰਮ ਹੋਣੇ ਚਾਹੀਦੇ, ਪਰ ਇੱਕ ਗੱਲ ਆ ਵੀ ਯਾਰ ਜੇ ਕੰਮ ਪ੍ਰਾਇੋਰਟੀ ਦੇ ਹਿਸਾਬ ਨਾਲ ਹੋਣਾ ਵੀ ਜਿੱਥੇ ਜਿਹੜੀ ਚੀਜ਼ ਜਿਵੇਂ ਹੈ ਤੇ ਫਿਰ ਨੁਮਾਇੰਦੇ ਦੀ ਲੋੜ ਕੀ ਪੈਂਦੀ ਹੈ। ਸੰਧਾਲੇ ਸਾਹਿਬ ਇਹ ਬਹੁਤ ਗੰਭੀਰ ਜਿਹਾ ਵਿਸ਼ਾ, ਕਿਉਂਕਿ ਬੀਬੀ ਜੀ ਬਹੁਤ ਉੱਚੀ ਕੁਰਸੀ ਤੋਂ ਆਏ ਆ, ਜੱਜ ਸੀ ਮੇਰੇ ਖਿਆਲ ਸਾਬਕਾ ਜੱਜ ਸ਼ਾਇਦ ਨਾ ਬੀਬੀ, ਉਹ ਪਹਿਲਾਂ ਉਹਨਾਂ ਨੇ ਜਿਸ ਤਰੀਕੇ ਇੱਕ ਪੁਲਿਸ ਅਧਿਕਾਰੀ ਨੂੰ ਕਿਹਾ, ਕਿਉਂਕਿ ਧਰਨੇ ਤੇ ਬੈਠੇ ਸੀ, ਉਹ ਕਹਿੰਦੇ ਜੀ ਗਲਤ ਹੋਈਆਂ ਵੋਟਾਂ। ਦੇਖੋ ਉਹ ਤਾਂ ਬਹੁਤ ਸਿਆਣੇ ਨੇ, ਬਹੁਤ ਚੰਗੇ ਤਰੀਕੇ ਜਾਣਦੇ ਹੋਣਗੇ ਕਿ ਭਾਈ ਜੇ ਤੁਹਾਨੂੰ ਕੋਈ ਸ਼ਿਕਾਇਤ ਆ ਤਾਂ ਤੁਸੀਂ ਇਲੈਕਸ਼ਨ ਕਮਿਸ਼ਨ ਕੋ ਦੇਣੀ ਆ, ਜਿਹੜਾ ਸੰਬੰਧਿਤ ਅਧਿਕਾਰੀ ਹੈ, ਕਿਉਂਕਿ ਤੁਸੀਂ ਅਨਪੜ੍ਹ ਬੰਦਾ ਤਾਂ ਕੁਝ ਹੋਰ ਕਰੇ, ਜਿਹਨੂੰ ਕਾਨੂੰਨ ਦਾ ਨਹੀਂ ਪਤਾ ਉਹ ਤਾਂ ਕਰੇ,
ਤੁਸੀਂ ਧਰਨਾ ਲਾ ਕੇ ਬੈਠੋ, ਲੋਕਤੰਤਰੀ ਹੱਕ ਹੈ, ਬੈਠੋ। ਪਰ ਜੇ ਕੋਈ ਪੁਲਿਸ ਅਧਿਕਾਰੀ ਆਉਂਦਾ ਹੈ, ਜੇ ਕੋਈ ਤੁਹਾਨੂੰ ਗਲਤ ਕਹਿੰਦਾ, ਤੁਹਾਨੂੰ ਪਤਾ ਕਿ ਉਹਦੀ ਵੀ ਸ਼ਿਕਾਇਤ ਕਰੋ। ਪਰ ਸਾਹਮਣੇ ਥੱਪੜ ਦੀ ਗੱਲ ਕਹਿਣਾ ਜਾਂ ਇਹ ਕਹਿਣਾ ਕਿ ਸਰਕਾਰ ਸਾਡੀ ਹੈ, ਸਰਕਾਰ ਤੁਹਾਡੀ ਨਹੀਂ, ਸਰਕਾਰ ਲੋਕਾਂ ਦੀ ਹੈ, ਤੇ ਫਿਰ ਇਹ ਕਹਿਣਾ ਅੱਗੇ ਆਮ ਆਦਮੀ ਪਾਰਟੀ ਕਹਿੰਦੀ ਸੀ ਹਲਕਾ ਇੰਚਾਰਜ ਜੀ, ਹਲਕਾ ਇੰਚਾਰਜ ਸਾਡੇ ਵਿਧਾਇਕਾਂ ਦੀ ਥਾਂ ਦੇ ਉੱਤੇ ਜਾ ਕੇ ਚੈੱਕ ਵੰਡਦੇ ਆ। ਇਹ ਪ੍ਰਕਿਰਿਆ ਠੀਕ ਨਹੀਂ ਹੈ, ਇੱਦਾਂ ਨਹੀਂ ਕੰਮ ਚੱਲਣਾ ਚਾਹੀਦਾ। ਤੁਸੀਂ ਤਾਂ ਸਗੋਂ ਚਿੱਠੀ ਲਿਖੋ ਡੀਸੀ ਸਾਹਿਬ, ਸਾਰੇ ਲੋਕਾਂ ਦੇ ਕੰਮ ਕਰੋ ਤੇ ਇਮਾਨਦਾਰੀ ਦੇ ਨਾਲ ਕਰੋ, ਤੇ ਆਪਣੇ ਥੱਲੇ ਜਿੰਨੀ ਅਫਸਰਸ਼ਾਹੀ ਆ ਉਹਨੂੰ ਕਹੋ ਕਿ ਕਿਸੇ ਬੰਦੇ ਦਾ ਜੈਨੂਇਨ ਕੰਮ ਰੁਕਣਾ ਨਹੀਂ ਚਾਹੀਦਾ। ਮੈਂ ਤਾਂ ਕਹਿੰਦਾ ਜਿਹੜੇ ਬੰਦੇ ਚੁਣੇ ਨੁਮਾਇੰਦੇ ਆ, ਮੰਨ ਲਓ ਹੁਣ ਜੇ ਕਪੂਰਥਲੇ ਵਾਲਿਆਂ ਚੁਣ ਲਿਆ ਵੀ ਅਸੀਂ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਜਿਤਾਤਾ, ਸੁਲਤਾਨਪੁਰ ਲੋਧੀ ਉਹਨਾਂ ਦਾ ਮੁੰਡਾ ਜਿੱਤ ਗਿਆ ਜੀ, ਭਲਾਤ ਤੋਂ ਸੁਖਪਾਲ ਖਹਿਰਾ ਸਾਹਿਬ ਜਿੱਤ ਗਏ, ਜਾਂ ਅਕਾਲੀ ਦਲ ਦੇ ਜਿੱਥੋਂ ਵੀ ਜਿੱਤੇ ਲੀਡਰ ਨੇ, ਜਾਂ ਬੀਜੇਪੀ ਦੇ ਹੋ ਗਏ, ਉਹ ਥਾਂ ਜਿਹੜੇ ਚੁਣੇ ਨੁਮਾਇੰਦੇ ਉਹਨਾਂ ਦੇ ਥਰੂ ਚੱਲਣ ਦਿਓ ਕੰਮ। ਤੁਸੀਂ ਆਪਣਾ ਕੰਮ ਕਰੀ ਜਾਓ, ਉਹ ਨੁਮਾਇੰਦਾ ਆਪਣਾ ਕੰਮ ਕਰੀ ਜਾਵੇ। ਇੱਕ ਤੇ ਸਭ ਤੋਂ ਵੱਡਾ ਉਹ ਲਾਂਭਾ ਜਿਹੜਾ ਦੂਰ ਹੋ ਗਿਆ ਵੀ ਯਾਰ ਅਸੀਂ ਕਰਦੇ ਹੁੰਦੇ ਸੀ ਵੀ ਵਿਰੋਧੀ ਜਿਹੜਾ ਐਮਐਲਏ ਉਹਦੀ ਚੱਲਣ ਨਹੀਂ ਦੇਣੀ, ਯਾਰ ਇਹ ਸਾਨੂੰ ਉਹ ਨਹੀਂ ਕਰਦੇ। ਇੱਕ ਤਾਂ ਇਹਨਾਂ ਨੇ ਇਹ ਪਿਰਤ ਦੂਰ ਕਰਤੀ, ਦੂਜਾ ਲੋਕਾਂ 'ਚ ਮੈਸੇਜ ਚੱਲ ਗਿਆ ਵੀ ਯਾਰ ਅੱਛਾ ਇਹ ਹੁਣ ਕਾਣੀ ਵੰਡ ਨਹੀਂ ਕਰਦੇ, ਲੋਕ ਤਾਂ ਲੋਕ ਨੇ। ਕਿਉਂਕਿ ਪਹਿਲੇ ਦਿਨ ਭਗਵੰਤ ਮਾਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਸੀ ਵੀ ਜਿੰਨਾ ਵੋਟਾਂ ਨਹੀਂ ਪਾਈਆਂ ਜੀ, ਇਹਨੂੰ ਆਪਾਂ ਇਦਾਂ ਹੀ ਗਿਣ ਲਈਏ ਵੀ ਜਿੱਥੋਂ ਵੋਟਾਂ ਘੱਟ ਪਈਆਂ ਕੋਈ ਹੋਰ ਜਿੱਤ ਗਿਆ, ਅਸੀਂ ਉਹਨਾਂ ਦੀ ਵੀ ਸਰਕਾਰ ਆ। ਤੇ ਜੇ ਫਿਰ ਉਹਨਾਂ ਦੀ ਸਰਕਾਰ ਹੈ ਤਾਂ ਇਹ ਤਾਂ ਗੱਲ ਕਲੀਅਰ ਹੈ ਵੀ ਯਾਰ ਐਮਐਲਏ ਤੇ ਸਿਰਫ ਇੱਕ ਐਮਐਲਏ ਆ ਜੀ, ਉੱਪਰੋਂ ਕੋਈ ਕਾਨੂੰਨ ਬਣਿਆ ਉਹ ਥੱਲੇ ਤੱਕ ਲਾਗੂ ਹੋ ਰਿਹਾ ਤੇ ਸਰਕਾਰ ਤੇ ਤੁਹਾਡੀ ਵੱਜਣੀ ਆ ਨਾ। ਨਾਲੇ ਲੋਕਾਂ ਨੂੰ 5 ਸਾਲ ਬਾਅਦ ਪਤਾ ਲੱਗ ਜੂ ਵੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਐਜ਼ ਇਟ ਇਜ਼ ਜੋ ਨਤੀਜੇ ਹੁਣ ਨੇ ਵੀ 92 ਜਿੱਥੇ ਤੁਹਾਡੇ ਜਿੱਤੇ ਆ, ਤੁਹਾਡਿਆਂ ਨੇ ਕੰਮ ਕਰਾਏ ਉਹਨਾਂ ਨੂੰ ਲੋਕ ਜਿਤਾ ਦੇਣਗੇ, ਜਿੱਥੇ ਜੇ ਬਾਕੀਆਂ ਨੇ ਕਰਾਏ ਤੇ ਉਹਨਾਂ ਨੂੰ ਜਿਤਾ ਦੇਣਗੇ, ਨਹੀਂ ਫਿਰ ਤੁਹਾਨੂੰ ਲੈ ਆਉਣਗੇ। ਸੰਧਾਲੀਆ ਸਾਹਿਬ, ਬਹੁਤ ਵੱਡਾ ਰੋਸਾ ਪਿਛਲੇ 5 ਸਾਲਾਂ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਦੇ ਰਹੇ ਕਿ ਸਾਨੂੰ ਖਰਚਣ ਦੇ ਲਈ 1 ਰੁਪਈਆ ਵੀ ਨਹੀਂ ਮਿਲਦਾ, ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ। ਆਮ ਆਦਮੀ ਪਾਰਟੀ ਕੋਲ ਚਾਂਸ ਹੈ, ਉਹਨਾਂ ਦੇ ਕੋਲੇ 92 ਬੰਦੇ ਨੇ, ਬਾਕੀਆਂ ਸਾਰਿਆਂ ਕੋਲ ਤਾਂ 25 ਕੁ ਬੰਦੇ ਮੇਰਾ ਖਿਆਲ ਹੈ। ਉਹ ਐਸਾ ਕਾਨੂੰਨ ਪੰਜਾਬ ਦੇ ਵਿੱਚ ਬਣਾ ਦਿਓ, ਤੁਸੀਂ 6 ਮਹੀਨੇ ਰੁਕ ਕੇ ਬਣਾ ਦਿਓ, ਸਾਲ ਰੁਕ ਕੇ ਬਣਾ ਦਿਓ ਕਿ ਭਾਈ ਪੰਜਾਬ ਦੇ ਵਿਧਾਇਕਾਂ ਨੂੰ ਇੰਨਾ ਕੁ ਕੋਟਾ, ਚਾਹੇ 2 ਲੱਖ ਦਾ ਦੇ ਦਿਓ, ਚਾਹੇ 10 ਲੱਖ ਦਾ ਦੇ ਦਿਓ, ਚਾਹੇ 20 ਲੱਖ ਦਾ ਦੇ ਦਿਓ, ਇੱਕ ਸਾਲ ਦੇ ਵਿੱਚ ਤੁਹਾਨੂੰ ਜਿੱਦਾਂ ਲੋਕ ਸਭਾ ਮੈਂਬਰ ਨੂੰ ਮਿਲਦਾ, ਜਿੱਦਾਂ ਰਾਜ ਸਭਾ ਮੈਂਬਰ ਨੂੰ ਕਰੋੜਾਂ ਰੁਪਈਏ ਮਿਲਦੇ ਆ ਕਿ ਤੁਸੀਂ ਆ ਆਪਣੇ ਹਲਕੇ 'ਚ ਖਰਚ ਸਕਦੇ ਹੋ, ਇਹ ਤੁਹਾਡੇ ਅਧਿਕਾਰ ਖੇਤਰ 'ਚ ਨੇ। ਜੇ ਨਹੀਂ ਖਰਚੋਗੇ ਤਾਂ ਲੈਪਸ ਹੋ ਜਾਣਗੇ ਪੈਸੇ। ਕਿ ਆ ਪੰਜਾਬ ਦੇ ਹਰ ਇੱਕ ਵਿਧਾਨਕਾਰ ਨੂੰ ਆਪਣੇ ਹਲਕੇ ਦੇ ਵਿੱਚ ਖਰਚ ਕਰਨ ਦੇ ਲਈ ਘੱਟੋ ਘੱਟ ਆ ਪੈਸੇ ਜ਼ਰੂਰ ਮਿਲਣਗੇ। ਰਾਣਾ ਗੁਰਜੀਤ ਸਿੰਘ ਨੇ, ਮਨਪ੍ਰੀਤ ਇਆਲੀ ਨੇ, ਬੀਬੀ ਗੁਨੈਬ ਕੌਰ ਜਿਹੜੇ ਉਹ ਮਜੀਠੀਆ ਜੀ ਨੇ, ਇਸੇ ਤਰੀਕੇ ਬਾਕੀ ਬੰਦੇ ਆ, ਸੁਖਜਿੰਦਰ ਰੰਧਾਵਾ ਨੇ, ਖਹਿਰਾ ਸਾਹਿਬ ਨੇ, ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਕੋਲ 20 ਲੱਖ ਰੁਪਈਆ, ਚਾਹੇ 20 ਰੁਪਈਏ ਹੋਣ, ਕਿ ਜਿੱਦਾਂ ਲੋਕ ਸਭਾ ਮੈਂਬਰ ਨੂੰ ਮਿਲਦੇ ਆ। ਆਮ ਆਦਮੀ ਪਾਰਟੀ ਇਹਦੀ ਮੰਗ ਕਰਦੀ ਰਹੀ ਹੈ ਤੇ ਹੁਣ ਸਮਾਂ ਆ ਗਿਆ, ਚਾਹੇ 6 ਮਹੀਨੇ ਰੁਕ ਕੇ ਕਰ ਦਿਓ, ਕੋਈ ਗੱਲ ਨਹੀਂ। ਤੁਹਾਨੂੰ ਹਿਸਾਬ ਕਿਤਾਬ ਲਾ ਲਓ ਖਜ਼ਾਨੇ 'ਚ ਕਿੰਨੇ ਪੈਸੇ ਆਉਂਦੇ, ਕਿਉਂਕਿ ਕੋਟਾ ਅਲਾਟ ਕਰ ਦੇਣ ਮੁੜ ਕੇ ਪੈਸੇ ਖਜ਼ਾਨੇ 'ਚ ਹੋਣਾ ਉਹ ਵੀ ਔਖਾ, ਪਰ ਕਰਕੇ ਇੱਕ ਪਿਰਤ ਪਾ ਦੇਣ ਤਾਂ ਜੋ ਬਾਕੀ ਸੂਬਿਆਂ ਦੇ ਵਿੱਚ ਦਬਾਅ ਪੈਦਾ ਹੋਵੇ ਕਿ ਭਾਈ ਇਦਾਂ ਕੰਮ ਕਰਨਾ ਚਾਹੀਦਾ। ਤੇ ਇੱਥੇ ਹੀ ਨਾਲ ਲੱਗਦੀ ਗੱਲ, ਵਿਧਾਨ ਸਭਾ ਦੇ ਸੈਸ਼ਨ ਲੰਬੇ ਹੋਣ, ਬਹੁਤ ਸਾਰੇ ਵਿਧਾਇਕਾਂ ਨੇ ਕਿਹਾ ਜੀ ਲੰਬੇ ਹੋਣਗੇ ਸੈਸ਼ਨ, ਲਾਈਵ ਕਾਰਵਾਈ ਹਮੇਸ਼ਾ ਦਿਖਾਈ ਜਾਵੇ। ਉਮੀਦ ਕਰਦੇ ਹਾਂ ਕਿ ਭਾਈ ਇਦਾਂ ਕੰਮ ਚੱਲੇ ਜੀ, ਉਹ ਜ਼ਰੂਰ ਹੋਵੇ, ਨਾਲੇ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਸਾਡੇ ਵਾਲਾ ਐਮਐਲਏ ਉੱਥੇ ਜਾ ਕੇ ਬੋਲਦਾ ਜੀ, ਜਾਂ ਫਿਰ ਅਸੀਂ ਮਗਰ ਜੇ ਜਾ ਕੇ ਲੱਭਦੇ ਰਹੇ ਨੇ ਯਾਰ ਉਹ ਕਿੱਧਰ ਗਿਆ ਹੈ, ਉਹ ਪਿਛਲੀ ਵਾਰ ਉਹਨੇ ਦੱਸਿਆ ਹੋਵੇ ਇੱਥੇ ਤਾਂ ਬਹੁਤ ਬੋਲਦਾ ਸੀ ਇਲੈਕਸ਼ਨ ਵੀ ਉੱਥੇ ਕਿਤੇ। ਨਾਲੇ ਇਹ ਪਤਾ ਲੱਗੇ ਵੀ ਉਹ ਜਿਹੜਾ ਕੈਮਰਾ ਉਹ ਘੇਰੇ ਘੁੰਮੇ ਹਨ, ਕੱਲੇ ਦਾ ਕਲੋਜ਼ ਅਪ ਆਵੇ ਵੀ ਕਿਹਦੀਆਂ ਅੱਖਾਂ ਥੋੜੀਆਂ ਮਿਟਦੀਆਂ ਨੇ, ਕਿਹਦੀਆਂ ਮਿਟੀ ਗਈਆਂ ਨੇ, ਹੈ ਨਾ, ਵੀ ਉਹ ਅੰਦਰ ਜਾ ਕੇ ਜਿਹੜੇ 2 4 5 ਦਿਨ ਹੁੰਦੇ ਆ ਉਹ ਘੱਟੋ ਘੱਟ ਲੋਕਾਂ ਨੂੰ ਦਿੰਦੇ ਕਿ ਨਹੀਂ ਦਿੰਦੇ। ਇੱਕ ਮੈਂ ਬੇਨਤੀ ਇਹ ਕਰਨ ਲੱਗਿਆ ਸੀਗਾ ਵੀ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਉਹ ਪਹਿਲਾਂ ਜ਼ਿਕਰ ਕਰਦੇ ਸੀ ਮਾਨ ਸਾਹਿਬ, ਯਾਰ ਸਾਨੂੰ ਦਿੱਲੀ 'ਚ ਹਿਸਾਬ ਆ ਗਿਆ ਵੀ ਟੈਂਡਰ ਹੋਰ ਹੁੰਦਾ, ਰੇਟ ਥੋੜ੍ਹੇ 'ਚ ਗੱਲ ਬਣ ਜਾਂਦੀ ਹੁੰਦੀ ਆ, ਇਹ ਪਤਾ ਨਹੀਂ ਕਿੰਨੇ ਗੁਣਾ ਲੈ ਲੈਂਦੇ ਆ। ਜੇ ਉਹਨਾਂ ਨੂੰ ਲੱਗਦਾ ਵੀ ਕੰਮ ਕਰਨੇ ਆ, ਪੈਸਾ ਥੋੜ੍ਹਾ, ਤੇ ਜ਼ਰੂਰ ਹੇਠਲੇ ਪੱਧਰ ਤੱਕ ਆ ਇਸ ਚੀਜ਼ ਦੀ ਵੀ ਪ੍ਰਤਪਾਲਨ ਕਰਾਂ ਵੀ, ਕਿਉਂਕਿ ਜੇ ਪਹਿਲਾਂ ਭ੍ਰਿਸ਼ਟਾਚਾਰ ਸੀ ਤਾਂ ਹੋ ਸਕਦਾ ਅਗਲਾ ਵਿਚਾਰਾ ਠੇਕੇਦਾਰ ਵੀ ਤਾਂ ਹੀ ਕਹਿੰਦਾ ਵੀ ਯਾਰ ਚੀਜ਼ ਤਾਂ 20 ਦੀ ਹੋ ਜਾਣੀ ਆ, ਜਿੰਨੇ ਕਿ ਇਹਨਾਂ ਵਿੱਚੋਂ ਚਾਹੀਦੇ ਉਹ ਹੁਣ ਉੱਤੇ ਹੀ ਪਾਉਣੇ ਪੈਣੇ, ਜੇ ਮੈਂ 20 ਚੋਂ ਕੱਢਤੇ ਫਿਰ ਤਾਂ ਬਚਣਾ ਵੀ ਕੁਝ ਨਹੀਂ। ਇਸ ਕਰਕੇ ਉਹਨੇ 100 ਦਾ ਟੈਂਡਰ ਬਣਾ ਲੈਣਾ ਤੇ ਅਖੀਰ ਮੁੜ ਕੇ ਜਿਹੜਾ ਉਹ ਬਣਾਉਣਾ ਉਹਨੇ ਵੀ 12 'ਚ ਹੀ ਸਾਰਾ ਕੁਝ। ਤੇ ਹੁਣ ਹੀ ਪਤਾ ਕਰ ਲਓ ਵੀ 15 'ਚ ਕਿਹੜੀ ਬਣਦੀ ਚੀਜ਼। ਨਹੀਂ ਜ਼ਰੂਰੀ ਹੈ ਜੀ, ਹੈ ਨਾ, ਨਾਲੇ ਉਹ ਪੈਸੇ ਬਚ ਜਾਣਗੇ, ਨਾਲੇ ਲੋਕਾਂ ਨੂੰ ਕੰਮ ਨਜ਼ਰ ਆਉਣ ਲੱਗ ਪਊ। ਬੜਾ ਕੁਛ ਹੈ, ਖਾਸ ਤੌਰ ਦੇ ਉੱਤੇ ਨਹਿਰੀ ਵਿਭਾਗ, ਸਿੰਚਾਈ ਵਿਭਾਗ ਉਧਰਲੇ ਪਾਸੇ ਬਹੁਤ ਧਿਆਨ ਦੇਣ, ਕਿਉਂਕਿ ਉਦੋਂ ਇੱਕ ਠੇਕੇਦਾਰ ਸਾਹਿਬ ਸੀ ਜਿਨ੍ਹਾਂ ਦਾ ਬੜਾ ਰੌਲਾ ਪੈਂਦਾ ਸੀ ਕਿ ਭਾਈ ਇੰਨੇ 100 ਕਰੋੜ ਦਾ ਘਪਲਾ ਹੋ ਗਿਆ, ਪਰਚਾ ਦਰਜ ਹੋਣ ਤੋਂ ਬਾਅਦ ਵੀ ਬੈਂਕ 'ਚੋਂ ਪੈਸੇ ਪੂਸੇ ਕਢਾ ਲਏ। ਬਹੁਤ ਸਾਰੀਆਂ ਚੋਰ ਮੋਰੀਆਂ ਨੇ ਜਿਨ੍ਹਾਂ ਦੇ ਉੱਤੇ ਧਿਆਨ ਰੱਖਣਾ ਪਊਗਾ। ਬਾਕੀ ਸੰਧਾਲੀਆ ਸਾਹਿਬ, ਵੱਡੇ ਬਾਦਲ ਸਾਹਿਬ ਦੀ ਪੈਨਸ਼ਨ ਉਹ ਕਹਿੰਦੇ ਜੀ ਅਸੀਂ ਲੈਣੀ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰੀ, ਪਹਿਲਾਂ ਬੜਾ ਚਰਚਾ ਚੱਲਦਾ ਸੀ ਕਿ ਇੰਨੀ ਪੈਨਸ਼ਨ ਮਿਲਦੀ ਹੈ, ਕਿਉਂਕਿ ਜਿੰਨੀ ਦੇਰ ਤੋਂ ਐਮਐਲਏ ਨੇ ਉਨੀ ਦੇਰ ਉਹਨਾਂ ਨੂੰ ਮਿਲਣੀ ਸੀ ਤਨਖਾਹ, ਉਹਦੇ ਤੋਂ ਬਾਅਦ ਮਿਲਣੀ ਸੀ ਪਿਲਸਣ। ਹੁਣ ਉਹਨਾਂ ਨੇ, ਅਕਾਲੀ ਦਲ ਨੇ ਉਹਨਾਂ ਵੱਲੋਂ ਇੱਕ ਟਵੀਟ ਕੀਤਾ ਜਾਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਹਿ ਦਿੱਤਾ ਕਿ ਮੈਨੂੰ ਹੁਣ ਮਿਲਣੀ ਹੈ ਪੈਨਸ਼ਨ, ਕਿਉਂਕਿ ਮੈਂ ਐਤਕੀ ਵਿਧਾਨ ਸਭਾ ਦੇ ਵਿੱਚ ਨਹੀਂ ਜਾ ਸਕਿਆ ਤੇ ਉਹ ਲੱਖਾਂ ਰੁਪਈਏ ਬਣਨੀ ਹੈ। ਤੇ ਉਹਨਾਂ ਨੇ ਕਹਿਤਾ ਪੈਨਸ਼ਨ ਦਾ ਮੈਂ 1 ਰੁਪਈਆ ਨਹੀਂ ਲੈਣਾ,
ਉਹ ਸਾਰੀ ਪੰਜਾਬ ਦੇ ਲੋਕਾਂ ਦੇ ਭਲੇ ਲਈ ਖਰਚੀ ਜਾਵੇ। ਨਹੀਂ ਤਾਂ ਇਹ ਇੱਕ ਬਹੁਤ ਵੱਡਾ ਜਿਹੜਾ ਉਹ ਮਸਲਾ ਸੀ ਜਿਹੜਾ ਕਿ ਹਮੇਸ਼ਾ ਉਹਨਾਂ ਦਾ ਹਵਾਲਾ ਦਿੱਤਾ ਜਾਂਦਾ ਸੀ, ਕਿਉਂਕਿ ਸਭ ਤੋਂ ਵੱਧ ਵਾਰ ਜਿੱਤੇ ਹੀ ਉਹ ਆ। ਤੇ ਹੁਣ ਅਕਾਲੀ ਦਲ ਇਸ ਪੱਖੋਂ ਚੰਗਾ ਰਹਿ ਗਿਆ ਕਿ ਉਹਨਾਂ ਨੇ ਨਾਲ ਲੱਗਦਾ ਐਲਾਨ ਕਰਤਾ। ਇਹ ਬਹੁਤ ਵਧੀਆ ਪਿਰਤ ਹੈ। ਮੈਂ ਨਾ ਵੀ ਦੇਖੋ ਹੁਣ ਸਭ ਤੋਂ ਸੀਨੀਅਰ ਜੇ ਲੀਡਰ ਮੰਨੇ ਜਾਂਦੇ ਸੀ ਪੂਰੇ ਪੰਜਾਬ ਦੇ ਹਿਸਾਬ ਨਾਲ ਤੇ ਉਹੀ ਨੇ। ਸਭ ਤੋਂ ਪਹਿਲਾਂ ਜੇ ਉਹਨਾਂ ਇਹ ਪਿਰਤ ਪਾਤੀ, ਮੈਂ ਨਾ ਬਾਕੀ ਵੀ ਕਰ ਲੈਣ, ਕਿਉਂਕਿ ਜੇ ਆਪਾਂ ਇਹ ਦੇਖੀਏ ਵੀ ਬਾਕੀ ਜਿਹੜੇ ਹੁਣ ਇਸ ਵਕਤ ਹਾਰ ਚੁੱਕੇ ਐਮਐਲਏ ਨੇ, ਉਹਨਾਂ 'ਚੋਂ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਦਾ ਮਤਲਬ ਕੋਈ ਮਹਾਰਾਜ ਦੀ ਕਿਰਪਾ ਕੋਈ ਏਡੀ ਉਹ ਉਹਨਾਂ ਦੀ ਪੈਨਸ਼ਨ ਤੇ ਨਹੀਂ ਬੈਠੇ ਹੋ, ਜੇ ਉਹ ਵੀ ਚਿੱਠੀਆਂ ਪਾ ਦੇਣ, ਹੋ ਸਕਦਾ ਥੋੜ੍ਹੇ ਕਰਕੇ ਉਹ ਜਿਹੜੇ ਪੈਸੇ ਆ ਉਹ ਇਕੱਠੇ ਹੋ ਕੇ ਉਸੇ ਖਜ਼ਾਨੇ ਵਾਲੇ ਪੀਪੇ ਚਲੇ ਜਾਣ ਤੇ ਜਿੱਥੋਂ ਲੋਕਾਂ ਦੇ ਕੰਮ ਆ ਜਾਣ। ਦੂਜੀ ਗੱਲ ਇਹ ਵੀ ਬੜੀ ਚਰਚਾ ਸੀ, ਲੈ ਹੁਣ ਇਹਨਾਂ ਨੇ ਪੈਨਸ਼ਨ ਛੱਡਤੀ, ਪਹਿਲਾਂ ਤੇ ਪੈਨਸ਼ਨ ਲੈਂਦੇ ਰਹੇ ਆ, ਉਹਦੇ ਨਾਲ ਰਿਲੇਟਡ ਫਿਰ ਇੱਕ ਅਕਾਲੀ ਦਲ ਨੇ ਦੁਬਾਰਾ ਹੈ ਤਾਂ ਵੈਸੇ ਮੇਰਾ ਖਿਆਲ ਜੂਨ 2021 ਦੀ ਚਿੱਠੀ, ਜਿਹਦੇ 'ਚ ਉਹਨਾਂ ਨੇ ਆਰਟੀਆਈ ਪਾ ਕੇ ਬਕਾਇਦਾ ਦੱਸਿਆ ਸੀ ਕਿ ਵੀ ਬਾਦਲ ਸਾਹਿਬ ਨੇ ਅੱਜ ਤੱਕ ਕਦੀ ਕੋਈ ਪੈਨਸ਼ਨ ਨਹੀਂ ਲਈ, ਨਾ ਉਹਨਾਂ ਨੂੰ ਮਿਲੀ ਹੈ, ਤੇ ਹੁਣ ਉਹਨਾਂ ਨੂੰ ਲੱਗਦਾ ਸੀ ਵੀ ਇਸ ਵਾਰ ਉਹ ਕਿਉਂਕਿ ਉਹਨਾਂ ਨੇ ਐਮਐਲਏ ਨਹੀਂ ਰਹਿਣਾ ਤੇ ਹੁਣ ਉਹਨਾਂ ਨੂੰ ਪੈਨਸ਼ਨ ਮਿਲਣੀ ਹੈ, ਤੇ ਹੁਣ ਉਹਨਾਂ ਨੇ ਚਿੱਠੀ ਪਾ ਕੇ ਛੱਡ ਦਿੱਤੀ ਆਪਣੀ ਪੈਨਸ਼ਨ। ਸੋ ਆਪਣੇ ਵੱਲੋਂ ਤੇ ਅਕਾਲੀ ਦਲ ਨੇ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਵੀ ਨਾ ਪੈਨਸ਼ਨ ਮਿਲੀ ਪਹਿਲਾਂ, ਤੇ ਜਦੋਂ ਹੁਣ ਮਿਲਣੀ ਆ ਤੇ ਹੁਣ ਅਸੀਂ ਛੱਡ ਦਿੱਤੀ ਆ। ਪਿਰਤ ਵਧੀਆ, ਬਾਕੀ ਜੇ ਕਾਪੀ ਕਰ ਲੈਣ ਦੂਜੇ ਤਾਂ ਵਧੀਆ ਗੱਲ। ਹਰਪਾਲ ਸਿੰਘ ਚੀਮਾ ਹੋਰੀ ਜਾਂਦੇ ਹੁੰਦੇ ਸੀ ਵਿਰੋਧੀ ਧਿਰ ਦੇ ਨੇਤਾ ਹੁੰਦਿਆਂ ਸਪੀਕਰ ਸਾਹਿਬ ਕੋਲ ਵੀ ਕਿ ਭਾਈ ਇੱਕ ਪੈਨਸ਼ਨ ਕਰੋ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਿਨਾਂ ਬੜੇ ਵੱਡੇ ਲੀਡਰ ਨੇ ਜਿਹੜੇ ਆਰਾਮ ਨਾਲ ਛੱਡ ਸਕਦੇ, ਇੱਕ ਪੈਨਸ਼ਨ ਵੀ ਛੱਡ ਸਕਦੇ ਆ, ਜਾਂ ਕੋਈ ਇਦਾਂ ਦਾ ਬਥੇਰੇ ਸਿਸਟਮ ਹੁੰਦੇ ਆ ਕਿ ਭਾਈ ਪਤਾ ਲੱਗਦਾ ਇੰਨੀ ਪੈਨਸ਼ਨ ਮਿਲੀ ਹੈ, ਪਹਿਲੇ ਚੈੱਕ ਦੇ ਦਿਓ ਕਿ ਭਾਈ ਤੁਸੀਂ ਆ ਕਢਾ ਲਿਆ ਕਰੋ ਮਹੀਨੇ ਬਾਅਦ, ਜੇ ਉੱਥੇ ਵੀ ਆਉਂਦੀ ਆ ਤਾਂ ਲਿਖ ਕੇ ਰਿਟਰਨ ਦਿਓ। ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵਾਰੀ ਕਿਹਾ ਸੀ ਕਿ ਭਾਈ ਆ ਜਿਹੜੇ ਟਿਊਬਵੈੱਲ ਦੀ ਮੁਫਤ ਬਿਜਲੀ ਲੈਂਦੇ ਆ ਰਾਜਨੀਤਿਕ ਲੀਡਰ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਨਾ ਲਿਆ ਕਰੋ, ਆਪਣੇ ਕੋਲ ਤਾਂ 4 ਪੈਸੇ ਹੈਗੇ ਆ, ਉਹ ਛੋਟੇ ਕਿਸਾਨਾਂ ਦੇ ਉੱਤੇ ਖਰਚ ਹੋ ਜਾਣ। ਬਹੁਤੇ ਵਿਧਾਨਕਾਰ ਵੈਸੇ ਮੰਨਦੇ ਨਹੀਂ ਹੁੰਦੇ, ਉਹਨਾਂ ਦੇ ਆਪ ਦੇ ਵੀ ਨਹੀਂ ਮੰਨਦੇ ਸੀ ਤਾਂ ਬਾਕੀਆਂ ਨੇ ਤਾਂ ਕੀ ਮੰਨਣਾ ਸੀ। ਉਦੋਂ ਬਹੁਤਿਆਂ ਨੇ ਮੁਫਤ ਬਿਜਲੀ ਦੀ ਸਬਸਿਡੀ ਛੱਡੀ ਨਹੀਂ ਸੀ, 2-3 ਜਣਿਆਂ ਨੂੰ ਛੱਡ ਕੇ। ਜਦੋਂ ਮੁਫਤ ਦੀ ਸਬਸਿਡੀ ਨਹੀਂ ਸੀ ਛੱਡੀ, ਕੀ ਪੈਨਸ਼ਨਾਂ ਛੱਡ ਦੇਣਗੇ ਬੰਦੇ? ਇਹ ਵੀ ਸਵਾਲ ਹੈ। ਦੇਵਮਾਨ ਹੋਰਾਂ ਨੇ ਕਹਿਤਾ ਮੈਂ ਰੁਪਈਆ ਤਨਖਾਹ ਲੈਣੀ ਹੈ। ਬਹੁਤ ਬੰਦੇ ਕਰੋੜਪਤੀ ਨੇ, ਆਮ ਆਦਮੀ ਪਾਰਟੀ ਦੇ ਵਿਧਾਨਕਾਰ ਵੀ ਕਰੋੜਪਤੀ ਨੇ, ਲੋੜ ਹੈ ਨਹੀਂ ਗੀ ਬਹੁਤਿਆਂ ਨੂੰ। ਇਸ ਕਰਕੇ ਕੋਈ ਗੱਲ ਨਹੀਂ, ਤੁਸੀਂ ਖਾਂਦੇ ਪੀਂਦੇ ਪਰਿਵਾਰਾਂ ਦੇ ਵਿੱਚੋਂ, ਕਿਉਂਕਿ ਕਾਂਗਰਸ ਤੇ ਅਕਾਲੀ ਦਲ ਦੇ ਤਾਂ ਵਧੀਆ ਨੇ ਬੰਦੇ, ਉਹ ਪਹਿਲਾਂ ਤੋਂ ਅਮੀਰ ਨੇ, ਉਹਨਾਂ ਨੂੰ ਚਾਹੀਦਾ ਕਿ ਭਾਈ ਹੁਣ ਪੰਜਾਬ ਦੇ ਭਲੇ ਲਈ ਜੇ ਖਜ਼ਾਨਾ ਖਾਲੀ ਹੈ, ਤਿਲ ਫੁੱਲ ਪਹਿਲਾਂ ਤੁਸੀਂ ਪਾਓ, ਬਾਕੀ ਫਿਰ ਲੋਕ ਬਾਅਦ ਚ ਪਾਉਣਗੇ। ਨਾਲ ਇਹਦੇ ਨਾਲ ਨਾ ਇੱਕ ਮੈਸੇਜ ਇਹ ਜਾਣਾ ਵੀ ਯਾਰ ਦੇਖੋ ਸਾਰਾ ਕੁਝ ਹੁਣ ਬਦਲ ਗਿਆ। ਇਹ ਮੇਰੇ ਖਿਆਲ ਜਿਹੜੀ ਕਰਪਸ਼ਨ ਵਾਲੀ ਗੱਲ ਚੱਲਦੀ ਨਾ, ਉੱਤੋਂ ਵੀ ਸ਼ਾਇਦ ਗੱਲ ਚੱਲ ਜਾਵੇ ਵੀ ਯਾਰ ਹੁਣ ਤੇ ਜਿਹੜੇ ਲੀਡਰ ਸਾਹਿਬ ਚਲੇ ਗਏ ਸੀਗੇ ਉਹ ਤਾਂ ਹੁਣ ਉੱਥੋਂ ਖਜ਼ਾਨੇ 'ਚੋਂ ਵੀ ਆਪਣੀ ਪੈਨਸ਼ਨ ਵੀ ਨਹੀਂ ਲੈਂਦੇ, ਤੇ ਮੈਂ ਹੁਣ ਕੁਰਸੀ ਤੇ ਬੈਠਾ ਯਾਰ ਸੁੱਖ ਨਾਲ ਤਨਖਾਹ ਮੋਟੀ ਮਿਲਦੀ, ਜੇ ਮੈਂ ਫਿਰ ਵੀ ਭਾਲਾਂ ਵੀ ਯਾਰ ਟੇਬਲ ਦੇ ਥੱਲੇ ਦੀ ਕੁਛ ਆਉਂਦਾ ਤੇ ਚੰਗੇ ਨਹੀਂ ਲੱਗੀਦੇ, ਯਾਰ ਐਵੇਂ ਕੱਲ ਨੂੰ ਬੇਇੱਜ਼ਤੀ ਕਰਾਂਗੇ, ਛੱਡੋ ਖੜਾ। ਉਹ ਇੱਕ ਮੈਸੇਜ ਹੀ ਆ ਜਿਹੜਾ ਜੇ ਤੁਰਦਾ ਚੰਗਾ ਐਸਟੈਬਲਿਸ਼ ਹੋ ਜਾਵੇ, ਆਜੇ ਤੇ ਆਸ ਹੀ ਕਰਦੇ ਆਪਾਂ ਵੀ ਹੋ ਜਾਵੇ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਜਿੱਦਾਂ ਉਹ ਕਹਿੰਦੇ 70 ਸਾਲ ਲੇਟ ਹੋ ਗਏ, 17 ਸਾਲਾਂ 'ਚ ਲੋਕਾਂ ਨੂੰ ਆਦਤ ਜੀ ਪੈ ਗਈ ਯਾਰ ਲੈ ਇੱਦਾਂ ਥੋੜ੍ਹਾ ਹੁੰਦਾ ਦੱਸ ਹੁਣ ਕਮਾਲ ਕਰੀ ਜਾਣਾ। ਮਤਲਬ ਇਹ ਗੱਲ ਅਜੇ ਲੋਕ ਮੰਨਦੇ ਨਹੀਂ ਜੀ, ਮੰਨ ਜਾਣ ਜਾਂ ਇਹ ਕਰਕੇ ਵਿਖਾ ਦੇਣ ਤੇ ਚਲੋ ਵੇਖ ਲਾਂਗੇ। ਸੰਧਾਲੀਆ ਸਾਹਿਬ, ਲੋਕ ਵੀ ਸਿਸਟਮ ਦੇ ਆਦੀ ਹੋ ਗਏ, ਅਫਸਰਸ਼ਾਹੀ ਵੀ ਆਦੀ ਹੋ ਗਈ, ਤੇ ਸਾਡੇ ਸਿਆਸਤਦਾਨ ਵੀ ਬਹੁਤੀ ਅਫਸਰਸ਼ਾਹੀ ਜਿਹੜੀ 2 ਨੰਬਰ ਦੇ ਵਿੱਚ ਕੰਮ ਕਰਦੀ ਹੋਊਗੀ, ਚਾਹੇ ਉਹ 1% ਹੈ ਚਾਹੇ 1.5% ਹੈ, ਉਹ ਕਹਿੰਦੇ ਹੋਣੇ ਕੋਈ ਗੱਲ ਨਹੀਂ, ਬੜੀ ਵਾਰੀ ਇਦਾਂ ਹੋਇਆ, 2-4 ਮਹੀਨੇ ਰੌਲਾ ਪਾਉਂਦੇ ਹੁੰਦੇ ਸਿਆਸਤਦਾਨ, ਮੁੜ ਕੇ ਸਭ ਠੰਡੇ ਕੰਮ 'ਚ ਜਾਂਦੇ, 4 ਦਿਨ ਕੋਈ ਗੱਲ ਨਹੀਂ, ਚਾਹ ਚੂ ਪੀਓ, ਮਟਰੀ ਮੁਟਰੀ ਖਾ ਲਓ, ਬਾਕੀ ਕੰਮ ਫਿਰ ਕਰ ਲਾਂਗੇ, ਰਿਸ਼ਵਤਖੋਰੀ ਵਾਲਾ। ਐਤਕੀ ਇਹ ਸਾਬਿਤ ਕਰਨਾ ਪਊਗਾ, ਕਿਉਂਕਿ ਔਖਾ ਬਹੁਤ ਹੈ। ਜਦੋਂ ਖੂਨ ਮੂੰਹ ਨੂੰ ਲੱਗ ਜਾਂਦਾ ਉਹਨੂੰ ਲਾਉਣਾ ਬਹੁਤ ਔਖਾ, ਜੰਮ ਜਾਂਦਾ ਨਾ ਜਦੋਂ, ਫਿਰ ਰਗੜਨਾ ਪੈਂਦਾ, ਥੋੜਾ ਜਿਹਾ ਰੇਗਮਾਰ ਮਾਰਨਾ ਪੈਂਦਾ, ਪਰ ਲੱਗੇ ਰਹਿਣ ਭਗਵੰਤ ਮਾਨ ਹੋਰੀ, ਵਿਰੋਧੀ ਧਿਰਾਂ ਸਾਥ ਦੇਣ, ਕੰਮ ਹੋ ਜੂ। ਮਨਪ੍ਰੀਤ ਸਿੰਘ ਇਆਲੀ ਲੀਡ ਕਰਨਗੇ ਜੀ ਅਕਾਲੀ ਦਲ ਵਿਧਾਨਕਾਰ ਦਲ ਨੂੰ, ਤੀਸਰੀ ਵਾਰ ਦੇ ਐਮਐਲਏ ਨੇ, ਇੱਕ ਵਾਰੀ ਫੂਲਕਾ ਸਾਹਿਬ ਤੋਂ ਹਰ ਗਏ ਸੀ ਤੇ ਦਾਖਾ ਉਹਨਾਂ ਦਾ ਵਿਧਾਨ ਸਭਾ ਹਲਕਾ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 3 ਮੈਂਬਰੀ ਵਿਧਾਨਕਾਰ ਦਲ ਦਾ ਨੇਤਾ ਬਣਾਤਾ। ਬੰਗਿਆਂ ਤੋਂ ਲਗਾਤਾਰ ਦੂਸਰੀ ਵਾਰੀ ਡਾਕਟਰ ਸੁਖਵਿੰਦਰ ਸਿੰਘ ਸੁਖੀ ਜਿੱਤੇ ਆ, ਉਹ ਚੀਫ ਵਿਪ ਹੋਣਗੇ ਤਿੰਨਾਂ ਦੇ ਵਿੱਚੋਂ। ਉਹ ਹੁਣ ਅਕਾਲੀ ਦਲ ਨੇ ਡਿਊਟੀਆਂ ਲਾਤੀਆਂ ਕਿ ਭਾਈ ਤੁਸੀਂ ਸਾਂਭੋ। ਨਹੀਂ ਚਲੋ ਇਹ ਤਾਂ ਫਾਰਮੈਲਿਟੀ ਹੈ, ਕਰਨੀ ਤੇ ਪੈਣੀ ਹੈ, ਪਰ ਤਾਂ ਵੀ ਚੰਗਾ ਵੀ ਉਹਨਾਂ ਕੋਲੇ ਅਜੇ ਵੀ ਇੱਕ ਮੈਂਬਰ ਬਚ ਗਿਆ ਜਿਹਨਾਂ ਨੂੰ ਉਹ ਸਿਰਫ ਐਮਐਲਏ ਕਹਿ ਸਕਦੇ ਹੈ ਨਾ, ਉਹਨਾਂ ਦੀ ਵੀ ਕੋਈ ਨਾ ਕੋਈ ਡਿਊਟੀ ਲਾ ਸਕਦੇ ਸੀ। ਨਹੀਂ ਮੇਰੀ ਗੱਲ ਸੁਣੋ, ਇਦਾਂ ਭਾਜਪਾ ਵਾਲਿਆਂ ਕੋਲ ਫੇ ਉਹਨਾਂ ਕੋਲੇ ਇੱਕ ਵਿਧਾਨਕਾਰ ਦਲ ਦਾ ਲੀਡ ਨੇਤਾ, ਦੂਜਾ ਚੀਫ ਵਿਪ, ਉਹ ਤੇ ਬਰਾਬਰ ਹੀ ਹੈਗਾ। ਇਹ ਚਲੋ ਮੈਂ ਨਾ ਵੀ ਪੰਜਾਬ ਦੇ ਲੋਕਾਂ ਉਨੇ ਕੁ ਬੰਦੇ ਜ਼ਰੂਰ ਜਿਤਾਏ ਹਰੇਕ ਦੇ ਵੀ ਯਾਰ ਜਿੰਨੀਆਂ ਕੋਈ ਜ਼ਿੰਮੇਵਾਰੀਆਂ ਜਿਹੀਆਂ ਹੁੰਦੀਆਂ ਉਹ ਤੁਸੀਂ ਜ਼ਰੂਰ ਸੈੱਟ ਕਰ ਲਓ। ਹੁਣ ਤੁਸੀਂ ਬੱਸ ਵਾਲਿਆਂ ਦਾ ਕਹਿਣਾ ਯਾਰ, ਉਹ ਕਹਿੰਦੇ ਵੀ ਹੁਣ ਸਾਡਾ ਇੱਕੋ ਹੀ ਬੰਦਾ ਸਾਰਿਆਂ, ਮਤਲਬ ਮੈਂ ਇੱਕ ਸਲਾਹ ਦਿੰਦਾ ਉਹਨਾਂ ਨੂੰ, ਉਹ ਰਾਣਾ ਇੰਦਰ ਪ੍ਰਤਾਪ ਹੋਰਾਂ ਨਾਲ ਲੈ ਲੈਣਾ, ਉਹਦਾ ਫਿਰ ਰੌਲਾ ਪਾਇਆ, ਜੁੱਟ ਬਣਾ ਉਹਨਾਂ ਨੇ ਕਹਿਣਾ ਵੀ ਚੀਫ ਵਿਪ ਇਹ ਨਹੀਂ ਚੀਫ ਵਿਪ ਅਸੀਂ ਬਣਨਾ, ਉਹ ਕਹਿੰਦੇ ਫਿਰ ਵਿਧਾਨਕਾਰ ਦਲ ਦਾ ਨੇਤਾ ਬਣਾ, ਨਹੀਂ ਨੇਤਾ ਵੀ ਅਸੀਂ ਬਣਨਾ, ਉੱਥੇ ਪੇਚਾ ਪੈਣਾ। ਇਸ ਕਰਕੇ ਇੰਨੇ ਕੁ ਦਾ ਤਾਂ ਕੋਈ ਨਹੀਂ, ਕਿਤੇ ਇਹ ਨਾ ਕਹਿਣ ਤੁਹਾਨੂੰ ਵੀ ਝੋਲੀ ਪਾਉਣਾ।
ਅੱਛਾ, ਇੱਕ ਆਪਾਂ ਸਿੱਧੂ ਸਾਹਿਬ ਦੇ ਟਵੀਟ ਦੀ ਗੱਲ ਕਰ ਲਈਏ। ਕਰੋ। ਸਿੱਧੂ ਸਾਹਿਬ ਕਹਿੰਦੇ ਕਿ ਵੀ ਦੇਖੋ ਭਗਵੰਤ ਮਾਨ ਸਾਹਿਬ ਦੇ ਕੋਲ ਆਸਾਂ ਬੜੀਆਂ ਨੇ ਹੁਣ, ਤੇ ਜਿਹਦੇ ਕੋਲੇ ਆ ਕਹਿੰਦੇ ਆਸਾਂ ਹੋਣ ਫਿਰ ਉਹਦੇ ਤੋਂ ਕਈ ਤਰ੍ਹਾਂ ਦੀਆਂ ਮਤਲਬ ਆਹੋ, ਪਰ ਹੁਣ ਕਹਿੰਦੇ ਵੀ ਇਹ ਜਿਹੜਾ ਖਾਸ ਕਰਕੇ ਇੱਕ ਬੜੀ ਦੇਰ ਤੋਂ ਇੱਕ ਸ਼ਬਦ ਚੱਲਦਾ ਹੈ ਜੀ, ਮਾਫੀਆ ਰਾਜ ਜੀ, ਉਹ ਜਿਹੜਾ ਮਾਫੀਆ ਰਾਜ ਹੈ ਮਹਾਰਾਜ, ਉਹਨੂੰ ਵੀ ਖਤਮ ਕਰਨ ਬਾਰੇ ਥੋੜਾ ਸੋਚੋ। ਹਾਂ, ਇੰਨਾ ਜ਼ਰੂਰ ਹੈ ਵੀ ਚਲੋ ਮੁਬਾਰਕਾਂ, ਵਧਾਈਆਂ, ਤੁਸੀਂ ਚੰਗਾ ਕੰਮ ਕਰ ਰਹੇ ਹੋ, ਤੁਰੋਗੇ, ਆਸ ਵੀ ਅਸੀਂ ਕਰਦੇ ਹਾਂ, ਪਰ ਉਸ ਵਾਲੇ ਪਾਸੇ ਵੀ ਉਹਨਾਂ ਨੇ ਧਿਆਨ ਦਵਾਇਆ ਕਿ ਮਹਾਰਾਜ ਇਹ ਵੀ ਇੱਕ ਚੀਜ਼ ਹੈਗੀ ਹੈ ਮਾਨ ਸਾਹਿਬ, ਕਿਤੇ ਭੁੱਲ ਨਾ ਜਾਏ। ਨਹੀਂ ਚਲੋ ਬੋਲੇ ਨਹੀਂ ਉਦਣ ਦੇ, ਕੋਈ ਵੀਡੀਓ ਤਾਂ ਅਸੀਂ ਉਹਨਾਂ ਦੀ ਦੇਖੀ ਨਹੀਂ, ਚਲੋ ਟਵੀਟ ਕੀਤੇ ਆ ਇੱਕ ਦੋ, ਇੰਨੇ ਕੁ ਤਾਂ ਕਰਨੇ ਹੀ ਹੁੰਦੇ ਆ ਸਾਰਿਆਂ ਨੇ, ਤੇ ਚੰਗੀ ਗੱਲ, ਧਿਆਨ ਦਿਵਾਉਂਦੇ ਰਹਿਣ। ਧਿਆਨ ਦਿਵਾਉਣਾ ਹੀ ਹੁਣ ਵਿਰੋਧੀ ਧਿਰ ਵਾਲਿਆਂ ਦਾ ਕੰਮ ਹੈ, ਕਿਉਂਕਿ ਹੁਣ ਅੰਦਰ ਆ ਕੇ ਨਹੀਂ ਧਿਆਨ ਦਵਾ ਸਕਦੇ, ਹੁਣ ਬਾਹਰੋਂ ਹੀ ਦਵਾ ਸਕਦੇ ਆ ਜੀ। ਪਰ ਧਿਆਨ ਵੀ ਚਲੋ ਮੈਂ ਨਾ ਚੰਗੇ ਟਾਈਮ ਤੇ ਦਵਾਉਂਦੇ, ਉਹਨਾਂ ਨੇ ਉਹ ਆਪਣੇ ਮਨੋਹਰ ਲਾਲ ਖੱਟਰ ਸਾਹਿਬ ਵਾਂਗੂ ਨਹੀਂ ਕੀਤਾ ਨਾ ਜੀ। ਉਹ ਕਹਿੰਦੇ ਭਗਵੰਤ ਮਾਨ ਸਾਹਿਬ ਤਾਂ ਸ਼ਿਸ਼ਟਾਚਾਰ ਦੇ ਨਾਤੇ ਮਿਲਣ ਗਏ ਸੀ, ਕਿਉਂਕਿ ਮੁੱਖ ਮੰਤਰੀ ਨੂੰ ਮਿਲਣਾ ਹੁੰਦਾ ਜੀ। ਉੱਥੇ ਕਹਿੰਦੇ ਚਲੋ ਹੋਲੀ ਚੱਲਦੀ ਪਈ ਆ ਜੀ, ਹੁਣ ਫਿਰ ਕਹਿੰਦੇ ਹੁਣ ਰੰਗ ਰੁੰਗ ਤੇ ਪਾਉਣਾ ਨੇ, ਚਲੋ ਤਿਲਕ ਲਾ ਲਿਆ, ਫੁੱਲਾਂ ਨਾਲ ਹੋਲੀ ਖੇਡ ਲਈ ਵੀ ਹੁਣ ਚਲੋ ਜੇ ਬੰਦਾ ਪਹਿਲੀ ਵਾਰ ਆਇਆ ਇਹਦੇ ਦਿਨ ਤੁਸੀਂ ਚਾਹ ਚੂ ਪੀ ਲਓ। ਉਹ ਚਾਹ ਚੂ ਪੀਂਦਿਆਂ ਦੌਰਾਨ ਕਹਿੰਦੇ ਵੀ ਉਹ ਫਿਰ SYL ਨਹਿਰ ਦਾ ਪਾਣੀ ਜ਼ਰੂਰ ਅਸੀਂ ਲੈਣਾ ਜੀ, ਉਹਦਾ ਫਿਰ ਘਰੋਂ ਕੁਛ ਨਾ। ਉਹ ਨਹੀਂ, ਉਹ ਗੱਲ ਹੋ ਰਹੀ ਨਾ, ਉਹ ਫਿਰ ਉਦੋਂ ਕਹਿੰਦੇ ਹੁੰਦੇ ਲਿਆਓ ਵੀ ਪਿਚਕਾਰੀ, ਉਹ ਕਹਿੰਦੇ ਨਹੀਂ ਜੀ ਉਹ ਰੰਗੀ, ਅੱਛਾ ਪਿਚਕਾਰੀ 'ਚ ਪਾਣੀ, ਉਹ ਪਾਣੀ ਤੋਂ ਚੇਤਾ ਆਇਆ SYL। ਆਓ ਵੀ ਮਤਲਬ ਹੈ ਵੀ ਸ਼ਰੀਕਿਆਂ ਵਾਲੀ ਗੱਲ ਹੀ ਹੋਈ ਨਾ ਵੀ ਉਹ ਕਹਿੰਦੇ ਵੀ ਹੈ ਤਾਂ ਚਲੋ ਉਹਨਾਂ ਨਾਲ ਬਣਦੀ ਤੇ ਨਹੀਂ, ਚੱਲ ਪੁੱਤ ਤੂੰ ਜਾਇਆ ਹੈ ਨਾ, ਉਹ ਬੰਦਾ ਜਾਂਦਾ ਵੀ ਉਧਰ ਫਿਰ ਵੀ ਕੋਈ ਨਾ ਕੋਈ ਕੱਬੀ ਜੀ ਗੱਲ ਉਧਰੋਂ ਤਾਈ ਨੇ ਆਖ ਜਾਣਾ ਦਾ, ਆਹੋ ਹੁਣ ਤੂੰ ਚਲੇ ਤੇ ਗਿਆ, ਪਤਾ ਹੀ ਆ ਸਾਨੂੰ ਸਾਰਾ ਕੁਝ, ਤੇ ਪੁੱਤ ਹੁਣ ਫਿਰ ਨਿਆਈ ਵਾਲੀ ਦਾ ਪਿਆਲੀ ਦਾ ਵੀ ਕੁਛ ਕਰ ਲਓ ਵੀ ਤੁਸੀਂ ਹੁਣ ਰੋਕ ਜਾ। ਅਗਲਾ ਕਹਿੰਦਾ ਵੀ ਚਲ ਬਾਅਦ ਚ ਕਰ ਲਵਾਂਗੇ, ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਲੱਗਿਆ ਹੋਣਾ ਵੀ ਯਾਰ ਇਹੋ ਟਾਈਮ ਆ, ਹੁਣ ਆਪਾਂ ਇਹ ਗੱਲ ਕਰ ਦਈਏ, ਇਹ ਨਾ ਹੋਵੇ ਲੋਕਾਂ 'ਚ ਇਹ ਚਲੇ ਜਾਵੇ ਵੀ ਇਹ ਤੇ ਰਲਿਆਂ ਵਾਲੀ ਗੱਲਬਾਤ ਆ, ਭਾਈ ਸਾਹਿਬ ਖੱਟਰ ਸਾਹਿਬ ਨਾਲ ਹੋਲੀ ਮਨਾਈ ਜੀ, ਫੁੱਲਾਂ ਦੀ ਹੋਲੀ ਚੱਲੀ ਜੀ, ਜਾਂ ਤਾਂ ਉਹਨਾਂ ਨੇ ਇਸ ਕਰਕੇ ਕਹਿਤਾ ਹੋਊਗਾ, ਜਾਂ ਫਿਰ ਉਹ ਕਹਿੰਦੇ ਨੇ ਵੀ ਯਾਰ ਹੁਣ ਬੰਦਾ ਆਇਆ ਇਹਨੂੰ ਕੁਛ ਤੇ ਦੇ ਕੇ ਘਲੀਏ ਜੀ, ਹੋਰ ਕੋਈ ਨਹੀਂ, ਲਾਂਭਾ ਹੀ ਸਹੀ। ਭਗਵੰਤ ਮਾਨ ਹੋਰਾਂ ਨੇ ਉਸ ਤੋਂ ਬਾਅਦ ਨਾ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਵੱਡੇ, ਉਹਨਾਂ ਨਾਲ ਮੀਟਿੰਗ ਕੀਤੀ ਕਿ ਉਹਨਾਂ ਨੂੰ ਕਹਿੰਦੇ ਪਹਿਲੀ ਗੱਲ ਇਹ ਆ ਕਿ ਮੇਰੇ ਕੋਲੇ ਹਰੇ ਰੰਗ ਦੀ ਡਾਇਰੀ ਹੈ, ਬਦਲਾਖੋਰੀ ਦਾ ਕੋਈ ਕੰਮ ਨਹੀਂ, ਇਮਾਨਦਾਰੀ ਨਾਲ ਕੰਮ ਕਰੋ, ਜਿਹੜੇ ਬੰਦੇ ਇਮਾਨਦਾਰ ਨੇ ਡਰਨ ਘਬਰਾਉਣ ਦੀ ਲੋੜ ਕੋਈ ਨਹੀਂ, ਐਨ ਸਿਰ ਉੱਚਾ ਚੁੱਕ ਕੇ ਕੰਮ ਕਰਨਾ, ਟੌਰਨਾ। ਫਿਰ ਕਹਿੰਦੇ ਕੋਈ ਕੈਲੀਫੋਰਨੀਆ ਨਹੀਂ, ਕੋਈ ਪੈਰਿਸ ਨਹੀਂ ਬਣਾਉਣਾ, ਕੋਈ ਕੈਨੇਡਾ ਅਮਰੀਕਾ ਨਹੀਂ ਬਣਾਉਣਾ, ਆਪਾਂ ਅਸਲੀ ਪੰਜਾਬ ਬਣਾ ਲੈਣੇ, ਪੰਜਾਬ ਨੂੰ ਪੰਜਾਬ ਬਣਾ ਲੈਣੇ। ਆ ਨਹੀਂ, ਇਹ ਬੜਾ ਜ਼ਰੂਰੀ ਹੈ, ਪਰ ਇਹ ਦੇਖੋ ਇਹ ਪਹਿਲ ਕਦਮੀ ਵੀ ਠੀਕ ਹੈ, ਕਿਉਂਕਿ ਹੋ ਸਕਦਾ ਵੀ ਅਫਸਰਾਂ ਨੂੰ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਵੀ ਹਾਂ ਯਾਰ ਉਹਨਾਂ ਨੂੰ ਲੱਗਦਾ ਵੀ ਕੋਈ ਨਹੀਂ ਯਾਰ 4 ਦਿਨ ਉਹਨਾਂ ਨੇ ਕਰਨਾ ਹੀ ਹੁੰਦਾ ਵੀ ਮੈਂ ਸਾਹਿਬ ਹਾਂ, ਜਿਹੜਾ ਅਜੇ ਤੱਕ ਉਹ ਮੈਂ ਸਾਹਿਬ ਹਾਂ ਜਾਂ ਮੈਂ ਮੁੱਖ ਮੰਤਰੀ ਹਾਂ ਮੈਂ ਫਿਰ ਦੇਖ ਲੂੰਗਾ ਤੁਹਾਨੂੰ, ਉਹ ਇੰਪ੍ਰੈਸ਼ਨ ਨਹੀਂ ਦੇ ਰਹੇ, ਉਹ ਚੰਗੀ ਗੱਲ ਆ। ਜੇ ਉਹੀ ਇੰਪ੍ਰੈਸ਼ਨ ਬਣਿਆ ਰਹੇ ਤੇ ਥੋੜਾ ਜਿਹੜੇ ਹੁਣ ਅਫਸਰਾਂ ਨੂੰ ਕੀ ਫਰਕ ਪੈਂਦਾ ਯਾਰ, ਕੌਣ ਨਹੀਂ ਚਾਹੁੰਦਾ ਵੀ ਯਾਰ ਮੈਂ ਜੇ ਨੌਕਰੀ 'ਚ ਆਇਆ, ਤੇ ਕਿਉਂਕਿ ਜਿਹੜੇ ਆਪਾਂ ਲੀਡਰਾਂ ਦੀ ਗੱਲ ਕਰਦੇ ਹਾਂ ਉਹਦੇ ਕਿਸੇ ਵੇਲੇ ਕਈ ਵਾਰ ਬੰਦਾ ਕਹਿੰਦਾ ਯਾਰ ਫਲਾਣੇ ਦੀ ਪੜ੍ਹਾਈ ਹੈ ਨਹੀਂ, ਫਲਾਣੇ ਦੀ ਨੌਲੇਜ ਹੈ ਨਹੀਂ, ਇਹ ਤਾਂ ਸਿਰਫ ਵੇਵ 'ਚ ਜਿੱਤ ਗਿਆ ਜੀ, ਸੁਨਾਮੀ 'ਚ ਜਿੱਤ ਗਿਆ। ਪਰ ਜਿਹੜੇ ਅਫਸਰ ਨੇ ਉਹ ਤਾਂ ਇੰਨੇ ਟੈਸਟ ਪਾਸ ਕਰਕੇ ਆਏ, ਉਹਨਾਂ ਕੋਲ ਇੰਨਾ ਤਜਰਬਾ ਜੀ, ਤੇ ਜੇ ਮੇਰੇ ਖਿਆਲ ਨਾਲ ਉਹਨਾਂ ਦੀਆਂ ਪੋਜ਼ਿਟਿਵ ਚੀਜ਼ਾਂ ਨੂੰ ਨਾਰ ਲਾ ਕੇ ਭਗਵੰਤ ਮਾਨ ਹੋਰੀ ਵਰਤ ਲੈਣ, ਤੇ ਕੀ ਪਤਾ ਅਗਲੇ ਨੂੰ ਕਹਿਣ ਵੀ ਆਹ ਦੇਖੋ ਸਰ ਅਸੀਂ ਆਹ ਸਕੀਮ ਬਣਾਈ, ਤੇ ਮਾਨ ਸਾਹਿਬ ਉਹ ਤੇਰਾ ਭਲਾ ਪਹਿਲਾਂ ਕਿਉਂ ਨਹੀਂ ਬਣਾਈ ਕਦੀ, ਉਹ ਕਹਿੰਦੇ ਬਣਾਉਂਦੇ ਤੇ ਸੀ ਅਗਲੇ ਵਰਤਦੇ ਨਹੀਂ। ਬਣਾਉਂਦੇ ਸੀਗੇ ਪਰ ਉਹ ਕਹਿੰਦੇ ਅੱਛਾ ਇਹ ਸਕੀਮ ਵਾਲੀ ਆ, ਅਲਮਾਰੀ 'ਚ ਰੱਖ ਦਿਓ, ਇਹਨੂੰ ਰੱਖ ਦਿਓ। ਵੈਸੇ ਦੱਸੋ ਵੀ ਉਹ ਦੂਜੀ ਸਕੀਮ ਕਿੱਥੇ ਲੱਗਦੀ? ਬਾਕੀ ਸੰਧਾਲੀਆ ਸਾਹਿਬ ਇਮਾਨਦਾਰ ਅਫਸਰਾਂ ਦੀ ਕੋਈ ਕਮੀ ਨਹੀਂ। ਮੈਂ ਸਵੇਰ ਵਾਲੇ ਪ੍ਰੋਗਰਾਮਾਂ 'ਚ ਪੁੱਛਿਆ ਸੀ ਕਿ ਭਾਈ ਤੁਸੀਂ ਦੱਸੋ ਵੀ ਇਮਾਨਦਾਰ ਹੈਗਾ ਕੋਈ, ਕਹਿੰਦੇ ਪਟਵਾਰੀ, ਅਧਿਆਪਕ, ਸਾਰੇ ਪਾਸੇ ਉਹਨਾਂ ਨੂੰ ਉੱਪਰ ਲੈ ਆਓ, ਬਾਕੀਆਂ ਨੂੰ ਥੱਲੇ ਲੈ ਲਓ। ਉਹ ਜਦੋਂ ਇਮਾਨਦਾਰ ਅਧਿਕਾਰੀ ਉੱਪਰ ਹੋਊਗਾ ਤੇ ਥੱਲੇ ਵਾਲੇ ਨੇ ਆਪੇ ਹੀ ਨਹੀਂ ਕੁਛ ਕਰਨਾ। ਹਾਂ, ਜਿਹੜੇ ਇਮਾਨਦਾਰ ਅਧਿਕਾਰੀ ਨੇ ਉਹਨਾਂ ਦੇ ਕੋਲੇ ਵੀ ਇੱਕ ਚਾਂਸ ਹੋਣਾ ਹੈ ਕਿ ਭਾਈ ਤੁਹਾਨੂੰ ਅੰਦਰ ਬਹੁਤ ਕੁਝ ਪਤਾ ਹੁੰਦਾ, ਪਹਿਲਾਂ ਕੀ ਹੁੰਦਾ ਰਿਹਾ ਜਾਂ ਰਿਸ਼ਵਤਖੋਰੀ ਨੂੰ ਕਿਵੇਂ ਰੋਕਿਆ ਜਾ ਸਕਦਾ, ਬੇਨਾਮੀਆਂ ਚਿੱਠੀਆਂ ਪਾ ਦਿਓ, ਪੜ ਲੈਂਦੇ ਹੁੰਦੇ ਕਈ ਵਾਰੀ ਬੰਦੇ। ਫਿਰ ਕਿਉਂਕਿ ਤੁਹਾਡੇ ਡਿਪਾਰਟ ਹੁਣ ਬਿਜਲੀ ਬੋਰਡ ਦੇ ਵਿੱਚ ਇੱਕੋ ਟੈਸਟਿੰਗ ਰਿਪੋਰਟ ਜੀ ਕਹਿੰਦੇ ਬਣਦੀ ਆ ਕਿ ਜਦੋਂ ਨਵਾਂ ਕਨੈਕਸ਼ਨ ਲੈਣਾ ਉਹ ਦੇਖਦੇ ਆ ਜੀ ਤਾਰਾਂ ਠੀਕ ਨੇ, ਅਰਥ ਵਾਲਾ ਕੰਮ ਠੀਕ ਹੈ। ਕਿਸੇ ਬਿਜਲੀ ਬੋਰਡ ਦੇ ਵਿੱਚ ਹੀ ਕੰਮ ਕਰਦੇ ਸੱਜਣ, ਉਹਨਾਂ ਨੇ ਮੈਨੂੰ ਚੰਗਾ ਲੰਬਾ ਚੌੜਾ ਮੈਸੇਜ ਜਿਹਾ ਭੇਜਿਆ ਕਿ ਇੱਦਾਂ ਹੁੰਦਾ ਜੀ। ਉਹ ਕਹਿੰਦੇ ਜੋ ਕੋਈ ਨਹੀਂ ਟੈਸਟ ਕਰਨ ਜਾਂਦਾ, ਉੱਥੇ 4 ਰੁਪਈਏ ਤੋਂ ਆਪੇ ਹੀ ਬਣ ਜਾਂਦੀ ਹੈ। ਉਹ ਕਹਿੰਦੇ ਜਾਂ ਤਾਂ ਕੰਮ ਬੰਦ ਕਰ ਦਿਓ ਜਾਂ ਅਸਲ ਦੇ ਵਿੱਚ ਟੈਸਟ ਹੋਵੇ। ਵੀ ਇਦਾਂ ਦੀਆਂ ਬਹੁਤ ਸਾਰੀਆਂ ਚੋਰ ਮੋਰੀਆਂ ਨੇ। ਟਰਾਂਸਫਾਰਮਰ ਪਤਾ ਨਹੀਂ ਕਿੰਨੇ ਦਿਨ ਲੱਗ ਜਾਂਦੇ, ਆਉਂਦਾ ਹੀ ਨਹੀਂ। ਉਹਦੇ ਪਿੱਛੇ ਕਿਹੜੀਆਂ ਚੀਜ਼ਾਂ ਨੇ? ਹਰ ਇੱਕ ਡਿਪਾਰਟਮੈਂਟ ਦਾ ਮੰਤਰੀ ਬਣ ਜਾਊਗਾ, ਅੱਗੇ ਜਾ ਕੇ ਕਹਾਣੀ ਜਿਹੜੀ ਹੈ ਉਹ ਦੇਖ ਲੈਣ। ਅਜੇ ਮਾਕਨ ਸਾਹਿਬ, ਉਹਨਾਂ ਨੇ ਆਉਣਾ ਦਿੱਲੀੋਂ, ਮੈਂ ਤੁਹਾਡੇ ਵੱਲੋਂ ਉਹਨਾਂ ਨੂੰ ਬੇਨਤੀ ਕਰਦਾ, ਆਪਣੇ ਵੱਲੋਂ ਨਹੀਂ, ਇਦਾਂ ਕਿਉਂ ਕਿ ਗੱਡੀ ਦੇ ਟਾਇਰ ਨਵੇਂ ਐਨ ਗੁੱਲੀਆਂ ਪੂਰੀਆਂ ਹੋਣ, ਉੱਪਰ ਹੋਏ ਕਿ ਉੱਪਰਲੇ ਪਾਸੇ ਰੌੜਾਈਆਂ ਲੱਗੀਆਂ ਹੁੰਦੀਆਂ, ਉਹ ਲੱਗੀਆਂ ਚਾਹੀਦੀਆਂ। ਕਿਉਂਕਿ ਕਾਂਗਰਸ ਪਾਰਟੀ ਹਾਰੀ ਕਿਉਂ? ਬੀਬੀ ਸੋਨੀਆ ਗਾਂਧੀ ਨੇ ਡਿਊਟੀ ਲਾਈ ਹੈ ਕਿ ਤੁਸੀਂ ਪੰਜਾਬ ਜਾ ਕੇ ਚਿੰਤਨ ਮੰਥਨ ਕਰਨਾ। ਇੱਕ ਥਾਂ ਦਾ ਮਾਕਨ ਸਾਹਿਬ ਇਹਨਾਂ ਨੇ ਇਕੱਠੇ ਹੋਣਾ ਨਹੀਂ। ਕਹਦੇ ਤੁਸੀਂ ਅੰਮ੍ਰਿਤਸਰ ਜਾਣਾ ਹੈ, ਫਿਰ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਜਾਣਾ ਪੈਣਾ, ਹੋ ਸਕਦਾ ਉਹ ਭਦੌੜ ਹੋਣ ਜਿਹੜੇ ਚਮਕੌਰ ਸਾਹਿਬ ਵਾਲੇ ਆ, ਕੱਲੇ ਦੇ ਘਰ ਜਾ ਕੇ ਪੁੱਛਣਾ ਪੈਣਾ ਯਾਰ ਤੁਸੀਂ ਦੱਸ ਦਿਓ ਆਪਾਂ ਹਾਰੇ ਕਾਹਤੋਂ, ਫਿਰ ਟਾਇਰ ਤਾਂ ਨਵੇਂ ਚਾਹੀਦੇ ਨੇ ਗੱਡੀ ਦੇ। ਉਹ ਵੀ ਤੇ ਗੱਲ ਹੈ ਨਾ ਵੀ ਅਗਲਾ ਬੰਦਾ ਉੱਥੇ ਜਦੋਂ ਜਾ ਕੇ ਪੈਂਦਾ ਵੀ ਕਹਿੰਦੇ
ਮਾਕਨ ਸਾਹਿਬ ਬਾਕੀ ਗੱਲ ਬਾਅਦ ਚ ਕਰਦੇ ਹਾਂ, ਪਹਿਲਾਂ ਇਹ ਦੱਸੋ ਉਹਨੇ ਕੀ ਆਖਿਆ ਭਲਾ ਜਿਹਦੇ ਕੋਲੋਂ ਆਏ ਹੋ ਤੁਸੀਂ? ਯਾਰ ਉਹਦੀ ਛੱਡੋ, ਤੁਸੀਂ ਆਪਣੀ ਗੱਲ ਦੱਸੋ। ਨਹੀਂ ਇਦਾਂ ਕਿੱਦਾਂ, ਤੁਸੀਂ ਪਹਿਲਾਂ ਮੈਨੂੰ ਉਹਦੀ ਡਿਟੇਲ ਦਿਓ ਵੀ ਉਹਨੇ ਕੀ ਆਖਿਆ, ਫਿਰ ਮੈਂ ਤੁਹਾਨੂੰ ਉਸ ਹਿਸਾਬ ਨਾਲ ਬਿਆਨ ਦਿੰਦਾ। ਦੇਖੋ ਇਹ ਜੋ ਇਸ ਵਕਤ ਪੰਜਾਬ 'ਚ ਚੱਲ ਰਿਹਾ ਜੀ, ਇਹੀ ਸਾਰਾ ਕੁਝ ਜਿਹੜਾ ਉਹ ਕੇਂਦਰ 'ਚ ਵੀ ਚੱਲ ਰਿਹਾ। ਹੁਣ ਕੇਂਦਰ ਦੇ ਵਿੱਚ ਜਿਹੜੇ 22-23 ਵੱਡੇ ਲੀਡਰ ਨੇ ਜਿਹੜੇ ਇਸ ਚੀਜ਼ ਦਾ ਵਿਰੋਧ ਕਰ ਰਿਹਾ ਵੀ ਹਾਂ ਯਾਰ ਗਾਂਧੀ ਪਰਿਵਾਰ ਨੂੰ ਹੁਣ ਲਾਂਭੇ ਹੋਣਾ ਚਾਹੀਦਾ, ਵੀ ਉਹਦੇ 'ਚ ਖਾਸ ਕਰਕੇ ਉਦਣ ਵਾਲਾ ਸ਼ਬਦ ਜਿਹੜਾ ਵੀ ਉਹ ਕਹਿੰਦੇ ਵੀ ਘਰ ਦੀ ਕਾਂਗਰਸ ਦੀ ਜਗ੍ਹਾ ਤੇ ਸਭ ਦੀ ਕਾਂਗਰਸ ਬਣਾਓ ਜੀ। ਉਹ ਘਰ ਦੀ ਕਾਂਗਰਸ ਤੋਂ ਸਭ ਦੀ ਕਾਂਗਰਸ ਵਾਲਾ ਕੰਮ ਉੱਤੇ ਚਲੀ ਜਾਂਦਾ, ਉੱਤੋਂ ਅਜੇ ਬੰਦੇ ਥੱਲੇ ਆਣ ਕੇ ਇੱਧਰ ਉੱਧਰ ਪਤਾ ਕਰ ਰਹੇ ਵੀ ਹਾਂਜੀ ਯਾਰ ਦੱਸੋ। ਇਹ ਨਾ ਹੋਵੇ ਵੀ ਇੱਥੇ ਵੀ ਉਹ ਥੋਟ ਚੱਲ ਪਵੇ ਵੀ ਮਾਰੇ ਸਭ ਤੋਂ ਪਹਿਲਾਂ ਤੇ ਆ ਜਿਹੜਾ ਤੁਸੀਂ ਫਲਾਣੇ ਦੇ ਬੰਦੇ ਆ, ਢੀਂਗੜੇ ਦੇ ਬੰਦੇ ਆ, ਇਹਦਾ ਧੜਾ ਉਹਦਾ ਧੜਾ, ਇਹ ਮੁਕਾ ਲਓ, ਬਾਕੀ ਗੱਲਾਂ ਬਾਅਦ ਚ ਕਰ ਲਾਂਗੇ। ਬਿਲਕੁਲ, ਕਿਉਂਕਿ ਮਾਕਨ ਸਾਹਿਬ ਇੱਥੇ ਰਿਪੋਰਟ ਬਣਾਉਂਦੇ ਰਹਿਣ ਤੇ ਉੱਪਰ ਜਾ ਕੇ ਪਤਾ ਲੱਗੇ ਜਿਹਨਾਂ ਨੇ ਰਿਪੋਰਟ ਮੰਗੀ ਸੀ ਉਹਨਾਂ ਦੀ ਤਾਂ ਆਪ ਦੀ ਰਿਪੋਰਟ ਹੋ ਗਈ ਹੈ ਸਿਆਸੀ ਤਾਂ। ਉਹ ਕਹਿੰਦੇ ਮਾਕਨ ਸਾਹਿਬ ਆਏ ਹੀ ਕਹਿੰਦੇ ਹਾਂਜੀ ਉਹ ਫਿਰ ਦੱਸੋ ਜੀ, ਉਹ ਪ੍ਰਧਾਨ ਜੀ ਨੂੰ ਮਿਲ ਕਹਿੰਦੇ ਪ੍ਰਧਾਨ ਜੀ ਦੇ ਅੱਜ ਕੱਲ੍ਹ ਕੁੰਡਾ ਲਾ ਕੇ ਚੱਲ ਗਏ ਨੇ, ਕਹਿੰਦੇ ਨਵੇਂ ਪ੍ਰਧਾਨ ਦੇ ਆਉਣ ਤੱਕ ਇਹ ਦਰਵਾਜ਼ਾ ਬੰਦ ਰਹੂਗਾ। ਪਰ ਇਹ ਦੇਖੋ ਇਹ ਨੌਬਤਾਂ ਕਿਉਂ ਆਈਆਂ ਜੀ, ਇਹ ਇਸ ਕਰਕੇ ਨੌਬਤਾਂ ਆਈਆਂ ਕਿ ਜਦੋਂ ਆਪਾਂ ਲੋਕਾਂ ਤੋਂ ਟੁੱਟ ਜਾਂਦੇ ਹਾਂ, ਥੱਲਿਓਂ ਜਿਹੜੇ ਰਿਪੋਰਟ ਲੈ ਕੇ ਆਉਂਦੇ ਨੇ ਬੰਦੇ ਉਹਨਾਂ ਤੇ ਜ਼ਿਆਦਾ ਯਕੀਨ ਕਰਨ ਲੱਗ ਪੈਂਦੇ ਆ, ਐਂਡ ਆਪਾਂ ਇਹ ਮੰਨਣ ਲੱਗ ਜਾਂਦੇ ਵੀ ਜੋ ਇਹ ਬੰਦਾ ਕਹਿੰਦਾ ਸ਼ਾਇਦ ਲੋਕੀ ਉਦਾਂ ਹੀ ਆ। ਇਹ ਹੁਣ ਦੀ ਗੱਲ ਨਹੀਂ ਹੈਗੀ, ਇਸ ਤੋਂ ਪਹਿਲਾਂ ਕਈ ਵਾਰ ਇਹ ਉਦਾਹਰਨ ਦਿੱਤੇ ਜਾਂਦੇ ਵੀ ਹੁਣ ਵੀ ਇਹ ਕੰਮ ਰਾਜਿਆਂ ਵਾਲਾ ਹੋ ਗਿਆ। ਪਹਿਲੇ ਰਾਜਿਆਂ ਬਾਰੇ ਆਪਾਂ ਉਹ ਜਿਹੜੀਆਂ ਕਹਾਣੀਆਂ ਉਹ ਅੱਜ ਵੀ ਲੋਕ ਮਜ਼ੇ ਨਾਲ ਸੁਣਦੇ ਨੇ, ਉਹ ਰਾਜਾ ਸੀ, ਉਹ ਭੇਸ ਬਦਲ ਕੇ ਕਲਿਆਣਕਾਰੀ ਰਾਜਾ ਹੈ ਨਾ ਸੀ, ਉਹ ਲੋਕਾਂ 'ਚ ਤੁਰਿਆ ਜਾਂਦਾ ਸੀ, ਫਿਰ ਉਹਨੂੰ ਪਤਾ ਲੱਗ ਜਾਂਦਾ ਸੀ, ਫਿਰ ਉਹ ਆਪਣੇ ਹੀ ਬੰਦੇ ਇੱਧਰ ਉੱਧਰ ਭੇਸ ਬਦਲ ਕੇ ਫੜ ਲੈਂਦਾ ਸੀ। ਜੀ ਅਜੇ ਵੀ ਲੋਕਾਂ ਨੂੰ ਉਹ ਗੱਲਾਂ ਲੱਗਦੀਆਂ ਨੇ ਵੀ ਯਾਰ ਉਹ ਕਰਦੇ, ਪਤਾ ਨਹੀਂ ਕਰਦੇ ਸੀ ਨਹੀਂ ਕਰਦੇ ਸੀ। ਹੁਣ ਹੀ ਕਰਕੇ ਦੇਖ ਲਓ, ਕਿਤੇ ਪੋਲੀਟੀਕਲ ਪਾਰਟੀਆਂ ਕਰਕੇ ਵੇਖ ਲੈਣ, ਆਪੇ ਪਤਾ ਲੱਗ ਜੂ ਵੀ ਯਾਰ ਜਿਹੜੇ ਅਸੀਂ ਵਰਕਰ ਨਿਰਾਸ਼ ਨੇ ਉਹ ਜਾ ਕੇ ਮਿਲੋ ਤੇ ਸਹੀ ਵਰਕਰ ਨੇ ਤੇ ਖੁਸ਼ ਹੋ ਜਾਣਾ ਵੀ ਮਾਰੇ ਅਸੀਂ ਤੇ ਤੁਹਾਨੂੰ ਸੱਚੀਆਂ ਅੱਜ ਹੀ ਵੇਖਿਆ, ਸਾਨੂੰ ਤੇ ਕੁਝ ਹੋਰ ਹੀ ਦੱਸੀ, ਵਾਰੀ ਹੱਥ ਲਾ ਕੇ ਦੇਖ ਲੈਣ ਦਿਓ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ ਕਿ ਰਿਸ਼ਵਤਖੋਰੀ ਪੰਜਾਬ 'ਚ ਹੈਗੀ ਆ, ਲੋਕ ਤੰਗ ਨੇ। 5 ਸਾਲ ਪੰਜਾਬ ਭਗਵੰਤ ਮਾਨ ਹੋਰਾਂ ਦੀ ਅਗਵਾਈ 'ਚ ਹੈ, ਉਹ ਚੰਗਾ ਕੰਮ ਕਰਦੇ ਮਾੜਾ ਉਹਨਾਂ ਤੇ ਨਿਰਭਰ ਕਰਦਾ। ਬਾਕੀ ਪਾਰਟੀਆਂ ਵਾਲੇ ਬੰਦੇ ਜਾਂ ਕੋਈ ਵੀ ਬੰਦਾ ਇਹ ਕੰਮ ਨਹੀਂ ਹੋਣਾ, ਰਿਸ਼ਵਤਖੋਰੀ ਇਦਾਂ ਨਹੀਂ ਬੰਦ ਹੋਣੀ। ਤੁਹਾਡੀ ਗੱਲ ਸਿਰ ਮੱਥੇ, ਕਿੱਦਾਂ ਬੰਦ ਹੋਣੀਆਂ ਨਾਲ ਉਹ ਲਿਖ ਦਿਓ ਟਿੱਪਣੀਆਂ, ਤਾਂ ਜੋ ਘੱਟੋ ਘੱਟ ਬੰਦ ਤਾਂ ਕਰਨੀ ਹੈ ਨਾ, ਲੋਕਾਂ ਨੂੰ ਤਾਂ ਤੰਗੀ ਚੋਂ ਬਾਹਰ ਕੱਢਣਾ, ਉਹ ਜ਼ਰੂਰ ਦੱਸ ਦਿਓ ਕਿ ਭਾਈ ਜੇ ਇਦਾਂ ਨਹੀਂ ਬੰਦ ਹੋਣੀ ਤਾਂ ਦੂਜਾ ਰਾਹ ਕਿਹੜਾ ਆ, ਸ਼ਾਇਦ ਉਹ ਤੁਹਾਡਾ ਰਾਹ ਉਹਨਾਂ ਨੂੰ ਵਧੀਆ ਲੱਗੇ, ਉਹ ਅਡਾਪਟ ਕਰ ਲੈਣ। ਨਹੀਂ ਬੜਾ ਜ਼ਰੂਰੀ, ਕਿਉਂਕਿ ਦੇਖੋ ਇਹ ਮੈਨੂੰ ਲੱਗਦਾ ਵੀ ਇਹ ਆਸ ਹੈਗੀ ਆ ਵੀ ਉਹ ਇਸ ਗੱਲ ਨੂੰ ਮੰਨਣਗੇ, ਕਿਉਂਕਿ ਭਗਵੰਤ ਮਾਨ ਸਾਹਿਬ ਖੁਦ ਕਹਿੰਦੇ ਸੀ 21-22 ਲੱਖ ਵੋਟਾਂ ਲੋਕਾਂ ਨੇ ਪਾਈਆਂ ਵੀ ਇਹ ਮੁੱਖ ਮੰਤਰੀ ਚਾਹੀਦੇ ਨੇ। ਜੇ ਉਦੋਂ 21-22 ਲੱਖ ਲੋਕ ਵੋਟ ਪਾ ਸਕਦੇ ਆ ਤੇ ਹੁਣ 21-22 ਲੱਖ ਲੋਕ ਸਲਾਹ ਵੀ ਦੇ ਸਕਦੇ ਵੀ ਇਦਾਂ ਨਹੀਂ ਜੀ ਇਦਾਂ ਕਰ ਲਓ। ਜੀ ਚਲੀਏ ਆਪਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰ ਦਿੰਦੇ ਹੋ, ਇਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।